ਅੱਜ ਬੇਬਾਕ ਰਾਏ ਆਪਾਂ ਇਹਨਾਂ ਤਿੰਨਾਂ ਦੀ ਵੀ ਲਵਾਂਗੇ ਇਸ ਵਿਸ਼ੇ ਤੇ ਕਿ ਕਰੋਨਾ ਨੂੰ ਲੈ ਕੇ ਸਰਕਾਰ ਦੀ ਜਿਹੜੀ ਦੁਚਿੱਤੀ ਇਸ ਵਕਤ ਨਜ਼ਰ ਆ ਰਹੀ ਹੈ। ਸਰਕਾਰ ਦੁਚਿੱਤੀ 'ਚ ਨਜ਼ਰ ਆ ਰਹੀ ਹੈ, ਲੋਕ ਵੀ ਭੰਬਲ ਭੂਸੇ 'ਚ ਪਏ ਹੋਏ ਨੇ ਕਿ ਸਰਕਾਰ ਕੀ ਕਰੀ ਜਾ ਰਹੀ ਹੈ। ਇਸ ਵਕਤ ਦੁਕਾਨਦਾਰ ਵਰਗ ਜਿਹੜਾ ਬਹੁਤ ਗੁੱਸੇ ਦੇ ਵਿੱਚ ਹੈ, ਬਹੁਤ ਆਕਰੋਸ਼ ਦੇ ਵਿੱਚ ਹੈ। ਹੁਣ ਛੋਟੇ ਦੁਕਾਨਦਾਰ ਨੂੰ ਬੰਦ ਕਰਵਾਤਾ। ਛੋਟਾ ਦੁਕਾਨਦਾਰ ਖਾਏਗਾ ਕਿੱਥੋਂ ਬੈਂਕ ਦੀਆਂ ਕਿਸ਼ਤਾਂ ਭਰੇਗਾ, ਕਿੱਥੋਂ ਮੁਲਾਜ਼ਮਾਂ ਦੀਆਂ ਸੈਲਰੀਆਂ ਦੇਗਾ, ਕਿੱਥੋਂ ਦੁਕਾਨ ਦਾ ਕਿਰਾਇਆ ਭਰੇਗਾ। ਇਹ ਚੀਜ਼ਾਂ ਨਹੀਂ ਦੇਖਦੇ। ਵੱਡੇ ਮਾਲ ਖੋਲ ਰੱਖੇ ਨੇ, ਸ਼ਰਾਬ ਦੇ ਠੇਕੇ ਖੋਲ ਰੱਖੇ ਨੇ, ਦੁਕਾਨਾਂ ਬੰਦ ਕਰ ਰੱਖੀਆਂ। ਇੰਪਲੀਮੈਂਟੇਸ਼ਨ ਸਖਤ ਕਿੱਧਰ ਹੈ? ਦੁਕਾਨਦਾਰਾਂ ਵਾਸਤੇ। ਦੁਕਾਨਦਾਰਾਂ ਨੂੰ ਮਾਰ ਦਿਓ। ਦੁਕਾਨਦਾਰਾਂ ਨੂੰ ਮਾਰਨ ਵਾਸਤੇ ਤਾਂ ਸਰਕਾਰ ਲਾਗੂ ਕਰ ਦਿੰਦੀ ਹੈ, ਕਿਉਂਕਿ ਦੁਕਾਨਦਾਰ ਤਾਂ ਇਹਨਾਂ ਨੂੰ ਮਸਾ ਫਸਦਾ ਹੈ। ਦੁਕਾਨਦਾਰ ਪੁਲਿਸ ਨੂੰ ਮਸਾ ਫਸਦਾ ਹੈ, ਦੁਕਾਨਦਾਰ ਅਫਸਰਾਂ ਨੂੰ ਮਸਾ ਫਸਦਾ ਹੈ, ਦੁਕਾਨਦਾਰ ਸਰਕਾਰ ਨੂੰ ਮਸਾ ਫਸਦਾ ਹੈ। ਟੈਕਸ ਦੇਣ ਨੂੰ ਦੁਕਾਨਦਾਰ ਹੈ, ਸੈਲਰੀਆਂ ਦੇਣ ਨੂੰ ਦੁਕਾਨਦਾਰ ਹੈ, ਸਰਕਾਰ ਦੀਆਂ ਬਗਾਰਾਂ ਦੇਣ ਨੂੰ ਦੁਕਾਨਦਾਰ ਹੈ, ਅਫਸਰਾਂ ਦੀਆਂ ਬਗਾਰਾਂ ਦੇਣ ਨੂੰ ਦੁਕਾਨਦਾਰ ਹੈ, ਪਰੰਤੂ ਮਾਰ ਦਿਓ ਛੋਟੇ ਦੁਕਾਨਦਾਰ ਨੂੰ। ਇੱਕ ਲੇਟੈਸਟ ਫਰਮਾਨ ਸਰਕਾਰ ਦਾ ਆਇਆ ਹੈ ਕਿ ਸਰਕਾਰ ਨੇ ਠੇਕੇ ਖੋਲ ਦਿੱਤੇ ਨੇ। ਤੁਸੀਂ ਦੇਖੋ, ਸਰਕਾਰ ਲਈ ਸਭ ਤੋਂ ਜ਼ਿਆਦਾ ਰੈਵਨਿਊ ਜਨਰੇਟ ਹੁੰਦਾ ਹੈ ਠੇਕਿਆਂ ਤੋਂ, ਤਾਂ ਸਰਕਾਰ ਨੇ ਆਪਣੀ ਦੁਕਾਨ ਤਾਂ ਖੁੱਲੀ ਰੱਖੀ ਹੈ, ਪਰ ਲੋਕਾਂ ਦੀ ਦੁਕਾਨ ਲਈ ਉਹ ਉਹਨਾਂ ਲਈ ਜ਼ਰੂਰੀ ਨਹੀਂ। ਕਿਸੇ ਠੇਕੇ ਦੀ ਵੀਡੀਓਗ੍ਰਾਫੀ ਕਰਾ ਕੇ ਦੇਖੋ, ਉੱਥੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਕੋਈ ਮਾਸਕ ਨਹੀਂ, ਉੱਥੇ ਬਿਲਕੁਲ ਭੀੜ ਭੜੱਕਾ ਹੁੰਦਾ। ਸਰਕਾਰ ਨੇ ਆਪਦਾ ਰੈਵਨਿਊ ਜਨਰੇਟ ਕਰਨ ਵਾਸਤੇ ਠੇਕੇ ਖੋਲੇ ਨੇ। ਆਕਸੀਜਨ ਸਰਕਾਰ ਨਹੀਂ ਦੇ ਰਹੀ ਲੋਕਾਂ ਨੂੰ, ਵੈਂਟੀਲੇਟਰ ਸਰਕਾਰ ਨਹੀਂ ਦੇ ਰਹੀ, ਸਿਹਤ ਸਹੂਲਤ ਹੈ ਨਹੀਂ। ਤੁਸੀਂ ਆਪਣੇ ਬੁਢਲਾਡੇ ਚਲਾ ਲਓ, ਬੁਢਲਾਡੇ ਹਸਪੀਟਲ ਦੇ ਵਿੱਚ ਅਗਰ ਕੋਈ ਕਰੋਨਾ ਮਰੀਜ਼ ਆ ਜਾਂਦਾ, ਉਹਨਾਂ ਕੋਲ ਕੀ ਹੈ? ਕੁਛ ਨਹੀਂ ਹੈ। ਮਾਨਸਾ ਰੈਫਰ ਕਰਦੇ ਨੇ। ਮਾਨਸਾ ਕਿੰਨੇ ਵੈਂਟੀਲੇਟਰ ਨੇ ਦੱਸੋ ਤੁਸੀਂ? ਸਰ ਉਹ ਆਪਣੀ ਪ੍ਰੋਬਲਮ ਹੈ ਕਿ ਲੋਕਾਂ ਦੀ ਪ੍ਰੋਬਲਮ ਹੈ? ਵਿਵਸਥਾ ਕਿਹਨੇ? ਸਰ ਜੇ ਵਿਵਸਥਾ ਕਰਨੀ ਵੀ ਹੈ, ਸਰ ਵਿਵਸਥਾ ਕਰਨੀ ਉਹ ਕਿਹਨੇ ਕਰਨੀ? ਲੋਕਾਂ ਨੇ ਕਰਨੀ ਹੈ, ਸਰਕਾਰ ਨੇ ਕਰਨੀ ਹੈ, ਪ੍ਰਸ਼ਾਸਨ ਨੇ ਕਰਨੀ ਹੈ। ਸਰਕਾਰ ਸਹੂਲਤਾਂ ਦੇਣ ਦੇ ਵਿੱਚ ਬਿਲਕੁਲ ਨਾਕਾਮ ਹੈ। ਇਸ ਵਕਤ ਮੱਧ ਵਰਗੀ ਜਿਹੜਾ ਲੋਕ ਨੇ ਬਿਲਕੁਲ ਦੱਬੇ ਜਾ ਰਹੇ ਨੇ, ਕੁਚਲੇ ਜਾ ਰਹੇ ਨੇ ਸਰਕਾਰ ਦੇ ਇਹਨਾਂ ਫੈਸਲਿਆਂ ਦੇ ਖਿਲਾਫ। ਲੋਕਾਂ 'ਚ ਇੰਨਾ ਆਕਰੋਸ਼ ਹੈ, ਤੁਸੀਂ ਥੋੜਾ ਬਾਹਰ ਨਿਕਲ ਕੇ ਦੇਖੋ ਕਿ ਦੁਕਾਨਦਾਰ ਕਿਸ ਤਰ੍ਹਾਂ ਮਰ ਰਹੇ ਨੇ। ਤੇ ਹੁਣ ਆਪਣੀ ਆਵਾਜ਼ ਜਾਏਗੀ ਜੀ, ਆਪਾਂ ਸਾਰੀ ਜਿਹੜੀ ਤਾਰਫ ਦੁਆਰਾ ਕਰਵਾ ਦਿਆਂ। ਤੇ ਇਸ ਵਕਤ ਮੇਰੇ ਨਾਲ ਸੁਭਾਸ਼ ਸਿੰਗਲਾ ਜੀ ਜੁੜੇ ਨੇ ਜੀ ਚੰਡੀਗੜ੍ਹ ਤੋਂ ਲਾਈਵ। ਸੁਭਾਸ਼ ਜੀ ਨੂੰ ਸਾਰੇ ਦੋਸਤ ਜਾਣਦੇ ਨੇ ਕਿ ਮਿਊਨਿਸਪਲ ਕਮੇਟੀ ਬੁਢਲਾਡਾ ਦੇ ਸਾਬਕਾ ਪ੍ਰੈਜ਼ੀਡੈਂਟ ਨੇ। ਬੁਢਲਾਡਾ ਪਹਿਲਾਂ ਰਹਿੰਦੇ ਸੀ, ਹੁਣ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਨੇ। ਤੇ ਨਾਲ ਹੋਰ ਮਹਿਮਾਨ ਨੇ ਜੀ ਵਿਸ਼ਾਲ ਰਿਸ਼ੀ ਜੀ। ਵਿਸ਼ਾਲ ਜੀ ਤੁਹਾਡਾ ਵੀ ਸਵਾਗਤ ਹੈ। ਨਮਸਕਾਰ ਜੀ। ਨਮਸਕਾਰ। ਵਿਸ਼ਾਲ ਰਿਸ਼ੀ ਜੀ ਬੁਢਲਾਡਾ ਦੇ ਹੀ ਰਹਿਣ ਵਾਲੇ ਨੇ, ਬੁਢਲਾਡਾ 'ਚ ਹੀ ਰਹਿ ਰਹੇ ਨੇ। ਤੇ ਇਹ ਇੱਕ ਸੋਸ਼ਲ ਵਰਕਰ ਵੀ ਨੇ ਔਰ ਅਕਸਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਇਹ ਵੱਖ-ਵੱਖ ਮੌਕਿਆਂ 'ਤੇ ਆਪਣੀ ਰਾਏ ਵੀ ਦਿੰਦੇ ਨੇ, ਪਾਰਟੀਸਪੇਟ ਵੀ ਕਰਦੇ ਨੇ। ਵਿਸ਼ਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਔਰ PK ਅਰੋੜਾ ਸਾਹਿਬ ਜੀ, PK ਅਰੋੜਾ ਐਡਵੋਕੇਟ ਸਰ, ਸਕਰੀਨ ਤੇ ਇੱਕ ਵਾਰੀ ਫੇਰ ਆਓ। ਹਾਂਜੀ, ਨਮਸਕਾਰ ਜੀ। ਐਡਵੋਕੇਟ PK ਅਰੋੜਾ ਜੀ, ਜਿਹੜੇ ਕਿ ਅਕਸਰ ਮੇਰੇ ਨਾਲ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ। ਤੇ ਅੱਜ ਬੇਬਾਕ ਰਾਏ ਆਪਾਂ ਇਹਨਾਂ ਤਿੰਨਾਂ ਦੀ ਵੀ ਲਵਾਂਗੇ ਇਸ ਵਿਸ਼ੇ ਤੇ ਕਿ ਕਰੋਨਾ ਨੂੰ ਲੈ ਕੇ ਸਰਕਾਰ ਦੀ ਜਿਹੜੀ ਦੁਚਿੱਤੀ ਇਸ ਵਕਤ ਨਜ਼ਰ ਆ ਰਹੀ ਹੈ। ਸਰਕਾਰ ਦੁਚਿੱਤੀ 'ਚ ਨਜ਼ਰ ਆ ਰਹੀ ਹੈ, ਲੋਕ ਵੀ ਭੰਬਲ ਭੂਸੇ 'ਚ ਪਏ ਹੋਏ ਨੇ ਕਿ ਸਰਕਾਰ ਕੀ ਕਰੀ ਜਾ ਰਹੀ ਹੈ। ਤੇ ਇਸ ਵਕਤ ਦੁਕਾਨਦਾਰ ਵਰਗ ਜਿਹੜਾ ਬਹੁਤ ਗੁੱਸੇ ਦੇ ਵਿੱਚ ਹੈ, ਬਹੁਤ ਆਕਰੋਸ਼ ਦੇ ਵਿੱਚ ਹੈ। ਦੁਕਾਨਦਾਰ ਦੁਖੀ ਵੀ ਨੇ ਔਰ ਮੱਧ ਵਰਗੀ ਜਿਹੜੇ ਦੁਕਾਨਦਾਰ ਨੇ ਉਹ ਸਭ ਤੋਂ ਵੱਧ ਇਸ ਵਕਤ ਕਹਿ ਸਕਦੇ ਹਾਂ ਕਿ ਪਿਸ ਰਹੇ ਨੇ। ਉਹ ਆਪਣੀ ਰਾਏ ਦੇਣ ਦੇ ਲਈ ਬਿਲਕੁਲ ਇਸ ਵਕਤ ਸਾਡੇ ਇਸ ਚੈਨਲ 'ਤੇ ਬਿਲਕੁਲ ਆਜ਼ਾਦ ਨੇ ਜੀ। ਦੋਸਤੋ, ਤੁਸੀਂ ਜਿਹੜੇ ਪ੍ਰੋਗਰਾਮ ਇਸ ਵਕਤ ਸਾਡਾ ਬੁਢਲਾਡਾ ਵਾਲਿਓ ਔਰ ਬੁਢਲਾਡਾ ਦੇ ਆਸ-ਪਾਸ ਵਾਲਿਓ ਵੀ ਜਿਹੜੇ ਸੁਣ ਰਹੇ ਹੋ ਜੀ, ਸਾਡੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ, ਕਮੈਂਟ ਵੀ ਕਰਕੇ ਦੱਸੋ ਕਿ ਤੁਹਾਡੀ ਇਸ ਵਿਸ਼ੇ 'ਤੇ ਕੀ ਰਾਏ ਹੈ। ਜੋ ਸਰਕਾਰ ਦੇ ਫੈਸਲੇ ਆ ਰਹੇ ਨੇ, ਕੀ ਤੁਸੀਂ ਸਹਿਮਤ ਹੋ ਜਾਂ ਉਸ ਨਾਲ ਸੰਬੰਧਿਤ ਤੁਸੀਂ ਕੋਈ ਤਰਕ ਭਰਪੂਰ ਦਲੀਲ ਦੇਣਾ ਚਾਹੁੰਦੇ ਹੋ? ਤਾਂ ਸਕਰੀਨ 'ਤੇ ਸਾਡੇ ਨੰਬਰ ਮੈਂਸ਼ਨ ਕੀਤੇ ਨੇ, ਤੁਸੀਂ ਵੀ ਪਾਰਟੀਸਪੇਟ ਕਰ ਸਕੋਗੇ ਜੀ। ਤਾਂ ਸਭ ਤੋਂ ਪਹਿਲਾਂ ਮੈਂ ਗੱਲਬਾਤ ਸ਼ੁਰੂ ਕਰਨਾ ਚਾਹੂੰਗਾ ਜੀ PK ਅਰੋੜਾ ਜੀ ਤੋਂ। ਅਰੋੜਾ ਸਾਹਿਬ, ਸਰਕਾਰ ਦੁਚਿੱਤੀ 'ਚ ਹੈ, ਤੁਹਾਨੂੰ ਕੀ ਲੱਗਦਾ ਹੈ ਦੋ ਸ਼ਬਦਾਂ 'ਚ? ਇਸ ਮਾਮਲੇ ਦੀ ਦੁਚਿੱਤੀ ਦੀ ਗੱਲ ਕਰ ਰਹੇ ਹੋ ਕਮਲ ਜੀ? ਸਰਕਾਰ ਜੋ ਵੱਖ-ਵੱਖ ਫੈਸਲੇ ਕਰ ਰਹੀ ਹੈ, ਸੁਬਾਹ ਕੁਝ ਹੋਰ ਹੁੰਦਾ, ਦੁਪਹਿਰੇ ਕੁਝ ਹੋਰ ਹੁੰਦਾ, ਸ਼ਾਮ ਨੂੰ ਕੁਝ ਹੋਰ ਹੋ ਜਾਂਦਾ ਹੈ। ਤੇ ਕਈ ਵਾਰ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਅੱਜ ਕੀ ਹੋਏਗਾ, ਕਿਹੜੀ ਦੁਕਾਨ ਖੁੱਲ੍ਹੇਗੀ, ਕਿਹੜੀ ਬੰਦ ਰਹੇਗੀ, ਕੀ ਹੋਏਗਾ ਕੀ ਨਹੀਂ ਹੋਏਗਾ। ਦੇਖੋ, ਇੱਦਾਂ ਹੈ ਕਮਲ ਜੀ, ਜਿੱਥੇ ਤੱਕ ਮੈਂ ਸੋਚਦਾ ਹੈਗਾ, ਜਿਸ ਢੰਗ ਦੇ ਹਾਲਾਤ ਇਸ ਵੇਲੇ ਚੱਲ ਰਹੇ ਹਨ ਜੀ, ਉਹ ਇੰਨੀ ਤੇਜ਼ੀ ਨਾਲ ਹਾਲਾਤ ਇੰਨੀ ਤੇਜ਼ੀ ਨਾਲ ਬਦਲ ਰਹੇ ਹੈਗੇ ਆ ਜੀ। ਜਿਸ ਢੰਗ ਦੇ ਨਾਲ ਇਹ ਪੈਨਾਡੈਮਿਕ ਫੈਲ ਰਿਹਾ ਹੈਗਾ, ਜਿਸ ਢੰਗ ਨਾਲ ਮੌਤਾਂ ਦੀ ਗਿਣਤੀ ਵੱਧ ਰਹੀ ਹੈਗੀ ਆ, ਜਿਸ ਢੰਗ ਨਾਲ ਇਨਫੈਕਸ਼ਨਸ ਦੀ ਗਿਣਤੀ ਵੱਧ ਰਹੀ ਹੈਗੀ ਆ ਜੀ, ਤਾਂ ਆਪਾਂ ਸਰਕਾਰ ਤਾਂ ਖੈਰ ਸਰਕਾਰ ਹੈ, ਜੇ ਪਰਿਵਾਰ ਦੇ ਵਿੱਚ ਵੀ ਆਪਣੇ ਕੋਈ ਏਦਾਂ ਦੀ ਪ੍ਰੋਬਲਮ ਆਉਂਦੀ ਹੈਗੀ ਹੈ ਤਾਂ ਆਪਾਂ ਨੂੰ ਨਾਲ ਦੇ ਨਾਲ ਫੈਸਲੇ ਬਦਲਣੇ ਪੈਂਦੇ ਹੈਗੇ ਆ ਜੀ।
ਕਿਤੇ ਆਪਾਂ ਮੰਨ ਲਓ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਤਾਂ ਇਮੀਡੀਏਟਲੀ ਵੀ ਹਾਂ ਵੀ ਫਲਾਣੇ ਡਾਕਟਰ ਕੋਲ ਲੈ ਜਾਈਏ, ਉੱਥੇ ਜਾਂਦੇ ਆ ਆਪਾਂ, ਉੱਥੇ ਜਾ ਕੇ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਰਿਸਪੌਂਸ ਨਹੀਂ ਮਿਲ ਰਿਹਾ, ਫਿਰ ਕਹਿੰਦੇ ਮਾਨਸਾ ਸ਼ਿਫਟ ਕਰ ਲਓ ਫਟਾਫਟ। ਫਿਰ ਕੋਈ ਨਾ ਕੋਈ ਹੋਰ ਸੱਜਣ ਕਹਿੰਦਾ ਯਾਰ ਮਾਨਸਾ ਤਾਂ ਸ਼ਾਇਦ ਨਹੀਂ ਹੈਗਾ ਕੋਈ, ਜਾਂ ਉੱਥੇ ਵੈਂਟੀਲੇਟਰ ਨਹੀਂ ਹੈਗਾ ਮਾਨਸਾ, ਤੁਸੀਂ ਸਿੱਧੇ ਪਟਿਆਲੇ ਨੂੰ ਚਲੇ ਜਾਓ। ਤਾਂ ਸਰਕਾਰ ਦਾ ਫੈਸਲੇ ਲੈਣਾ, ਸਰਕਾਰ ਦੀ ਇਹ ਨਹੀਂ ਹੁੰਦਾ ਕਿ ਸਰਕਾਰ ਨੂੰ ਸ਼ੌਕ ਹੁੰਦਾ ਕੋਈ ਬਾਰ-ਬਾਰ ਫੈਸਲੇ ਬਦਲਣ ਦਾ, ਲੇਕਿਨ ਸਰਕਾਰ ਹਾਲਾਤਾਂ ਦੇ ਹੱਥੋਂ ਮਜਬੂਰ ਹੁੰਦੀ ਹੈ। ਉਹਦਾ ਮਤਲਬ ਸਰਕਾਰ ਦਾ ਮਤਲਬ ਤਾਂ ਇੱਕੋ ਹੈ ਕਿ ਆਪਣੇ ਬਾਸ਼ਿੰਦਿਆਂ ਨੂੰ ਉਹਨੇ ਪ੍ਰੋਟੈਕਸ਼ਨ ਦੇਣੀ ਹੈ, ਉਸਨੇ ਪ੍ਰੋਪਰ ਐਡਮਿਨਿਸਟ੍ਰੇਸ਼ਨ ਦੇਣੀ ਹੈ। ਤਾਂ ਉਹਦੇ ਮੁਤਾਬਕ ਜੇ ਫੈਸਲੇ ਬਦਲਣੇ ਪੈਂਦੇ ਆ, ਇਹ ਠੀਕ ਹੈ ਕਿ ਜਨਤਾ ਤੱਕ ਪ੍ਰੋਪਰ ਸਮੇਂ ਦੇ ਉੱਤੇ ਇਨਫੋਰਮੇਸ਼ਨ ਨਹੀਂ ਪਹੁੰਚਦੀ, ਤਾਂ ਇਹ ਜੋ ਹੈ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਦੀ ਕਮਜ਼ੋਰੀ ਹੋ ਸਕਦੀ ਹੈ ਕਿ ਕੋਈ ਏਦਾਂ ਦਾ ਸਿਸਟਮ ਬਣਾਇਆ ਜਾਵੇ। ਜਿਵੇਂ ਸਾਡੇ ਇੱਕ ਬੜਾ ਟ੍ਰੈਡੀਸ਼ਨਲ ਸਿਸਟਮ ਚੱਲਦਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਾਈ ਜਾਂਦੀ ਸੀ ਪਹਿਲਾਂ, ਕੋਈ ਵੀ ਇਨਫੋਰਮੇਸ਼ਨ ਦੇਣੀ ਹੁੰਦੀ ਗੁਰਦੁਆਰੇ ਹੋ ਜਾਂਦੀ ਸੀਗੀ, ਦੈਟ ਵਾਸ ਦਾ ਫੁੱਲ ਪ੍ਰੂਫ ਸਿਸਟਮ। ਗੱਲ ਇਨਫੋਰਮੇਸ਼ਨ ਦੀ ਦੇਣ ਦੀ ਨਹੀਂ ਹੈ, ਪਹੁੰਚਣ ਦੀ ਨਹੀਂ ਹੈ, ਕੱਲੀ ਇਹ ਨਹੀਂ ਹੈ। ਤਾਂ ਸੁਭਾਸ਼ ਸਿੰਗਲਾ ਜੀ ਮੇਰੇ ਨਾਲ ਨੇ। ਸਰ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਮੇਰਾ ਸਵਾਲ ਇਹ ਹੈ ਕਿ ਜੋ ਸਰਕਾਰ ਫੈਸਲੇ ਲੈ ਰਹੀ ਹੈ ਲੋਕਾਂ ਨੂੰ ਰਾਸ ਵੀ ਨਹੀਂ ਆ ਰਹੇ, ਲੋਕ ਵੀ ਵਿਰੋਧ ਦੇ ਵਿੱਚ ਆ ਰਹੇ ਨੇ ਸਰਕਾਰ ਦੇ ਬੜੇ ਅਜੀਬੋ-ਗਰੀਬ ਫੈਸਲੇ। ਇੱਕ ਫੈਸਲਾ ਇਹ ਹੈ ਕਿ ਮੋਟਰਸਾਈਕਲ ਤੇ ਇੱਕ ਸਵਾਰੀ ਸਫ਼ਰ ਕਰੇਗੀ, ਕਾਰ ਦੇ ਵਿੱਚ 2 ਸਵਾਰੀਆਂ ਸਫ਼ਰ ਕਰਨਗੀਆਂ। ਕੀ ਕਹਿਣਾ ਚਾਹੋਗੇ ਸੁਭਾਸ਼ ਸਿੰਗਲਾ ਜੀ? ਸਰ, ਜੋ ਸਰਕਾਰ ਦੇ ਫੈਸਲੇ ਨੇ, ਵਾਕਈ ਤੁਸੀਂ ਗੱਲ ਸਹੀ ਕਹਿ ਰਹੇ ਹੋ ਕਿ ਸਰਕਾਰ ਦੇ ਫੈਸਲੇ ਬੜੇ ਦੁਚਿੱਤੀ 'ਚ ਪਾਉਣ ਵਾਲੇ ਹੁੰਦੇ ਨੇ। ਕਈ ਫੈਸਲੇ ਜਿਹੜੇ ਸਰਕਾਰ ਦੇ ਆਫੀਸਰਸ ਕਰਦੇ ਨੇ, IAS ਆਫੀਸਰਸ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਕਰ ਦਿੰਦੇ ਨੇ। ਯਥਾਰਥ ਦੇ ਵਿੱਚ ਜਾ ਕੇ ਵੇਖੀਏ ਤਾਂ ਉਹਨਾਂ ਨੂੰ ਸਹੀ ਗਰਾਊਂਡ ਲੈਵਲ ਦੇ ਉੱਤੇ ਉਨੀ ਨੌਲੇਜ ਨਹੀਂ ਹੁੰਦੀ ਜੋ ਗਰਾਊਂਡ ਲੈਵਲ ਤੇ ਲੋਕ ਜੋ ਚੀਜ਼ਾਂ ਭੁਗਤ ਰਹੇ ਹੁੰਦੇ ਨੇ। ਜਿਸ ਤਰ੍ਹਾਂ ਤੁਸੀਂ ਵਹੀਕਲਸ ਦੀ ਗੱਲ ਕੀਤੀ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜਿਸ ਤਰ੍ਹਾਂ ਦੁਕਾਨਦਾਰਾਂ ਦੀ ਗੱਲ ਕੀਤੀ ਕਿ ਦੁਕਾਨਾਂ ਬੰਦ ਕਰੋ, ਕਿਹੜੀਆਂ ਚੀਜ਼ਾਂ ਜ਼ਰੂਰੀ ਵਸਤਾਂ ਨੇ, ਕਿਹੜੀਆਂ ਚੀਜ਼ਾਂ ਜ਼ਰੂਰੀ ਨਹੀਂ, ਇਹ ਸਰਕਾਰ ਨੇ ਕੋਈ ਡਿਫਰੈਂਸ਼ੀਏਟ ਨਹੀਂ ਕੀਤਾ ਇਹਨਾਂ ਚੀਜ਼ਾਂ ਨੂੰ। ਔਰ ਕਈ ਥਾਵਾਂ ਤੇ ਇੱਦਾਂ ਦੀ ਪੋਜੀਸ਼ਨ ਆਈ ਹੈ ਕਿ ਛੋਟੇ ਦੁਕਾਨਦਾਰਾਂ ਨੂੰ ਬੰਦ ਕਰਵਾ ਦਿੱਤਾ। ਵੱਡੇ ਮਾਲ ਖੁੱਲ੍ਹੇ ਨੇ, ਮਾਲ ਦੇ ਵਿੱਚ ਹਰ ਚੀਜ਼ ਵਿਕ ਰਹੀ ਹੈ, ਉਹਦੇ ਵਿੱਚ ਕੱਪੜਾ ਵੀ ਵਿਕ ਰਿਹਾ, ਉਹਦੇ ਵਿੱਚ ਜੁੱਤੇ ਵੀ ਵਿਕ ਰਹੇ ਨੇ, ਇਲੈਕਟ੍ਰੋਨਿਕਸ ਦਾ ਸਮਾਨ ਵੀ ਵਿਕ ਰਿਹਾ, ਪਰੰਤੂ ਛੋਟੇ ਦੁਕਾਨਦਾਰ ਬੰਦ ਨੇ। ਸਰਕਾਰ ਨੇ ਜੇ ਫੈਸਲਾ ਲੋਕਾਂ ਨੂੰ ਬਚਾਉਣ ਵਾਸਤੇ ਜੋ ਲੈਣਾ, ਜਿੱਥੋਂ ਤੱਕ ਸਵਾਲ ਹੈ ਵੀ ਬੜੇ ਰੈਪਿਡਲੀ ਫੈਸਲੇ ਬਦਲੇ ਜਾ ਰਹੇ ਨੇ, ਇਹ ਤਾਂ ਇੱਕ ਇਤਿਹਾਸ ਹੈ। ਮੈਂ ਕਮਲ ਜੀ ਇਤਿਹਾਸ ਦਾ ਸਟੂਡੈਂਟ ਰਹਾਂਗਾ। ਇਤਿਹਾਸ ਦੇ ਵਿੱਚ ਕੀ ਹੁੰਦਾ ਹੈ, ਜਦੋਂ ਕੋਈ ਵਾਰ ਲੱਗਦੀ ਹੈ, ਲੜਾਈ ਲੱਗਦੀ ਹੈ, ਉਹਦੇ ਵਿੱਚ ਮੌਕੇ ਨੂੰ ਵੇਖ ਕੇ, ਮੌਕੇ ਦੀ ਨਜ਼ਾਕਤ ਨੂੰ ਵੇਖ ਕੇ ਸਟ੍ਰੈਟਜੀ ਚੇਂਜ ਕੀਤੀ ਜਾਂਦੀ ਹੈ। ਪਰੰਤੂ ਸਟ੍ਰੈਟਜੀ ਅਗਰ ਸਰਕਾਰ ਕੋਈ ਚੇਂਜ ਕਰਦੀ ਹੈ, ਜਿਸ ਤਰ੍ਹਾਂ ਅਰੋੜਾ ਜੀ ਨੇ ਕਿਹਾ, ਪ੍ਰੋਪਰਲੀ ਉਹਨੂੰ ਕਨਵੇ ਤਾਂ ਕੀਤਾ ਜਾਵੇ, ਲੋਕਾਂ ਨੂੰ ਪਤਾ ਤਾਂ ਹੋਵੇ ਕਿ ਅੱਜ ਫੈਸਲਾ ਕੀ ਹੈ ਸਰਕਾਰ ਦਾ। ਹੁਣ ਤਾਂ ਸੋਸ਼ਲ ਮੀਡੀਆ ਇੰਨਾ ਕਾਮਯਾਬ ਹੋ ਚੁੱਕਿਆ ਕਿ ਸੋਸ਼ਲ ਮੀਡੀਆ ਰਾਹੀਂ ਜੋ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟਸ ਨੇ ਉਹਨਾਂ ਨੂੰ ਇਨਫੋਰਮ ਲੋਕਲ ਐਡਮਿਨਿਸਟ੍ਰੇਸ਼ਨ ਡੇਲੀ ਅਪਡੇਟ ਕਰੇ ਵੀ ਅੱਜ ਦੇ ਸਰਕਾਰ ਦੀਆਂ ਕੀ ਹਦਾਇਤਾਂ ਨੇ। ਸਰਕਾਰ ਨੂੰ ਅਗਰ ਕੋਈ ਆਪਣੀ ਪਲੈਨਿੰਗ ਚੇਂਜ ਕਰਨੀ ਪੈਂਦੀ ਹੈ, ਇਹ ਜ਼ਿਆਦਾ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਕਿ ਲੋਕਾਂ ਤੱਕ ਉਹ ਕਨਵੇ ਨਹੀਂ ਹੁੰਦੀ, ਔਰ ਕੀ ਉਹ ਜੋ ਫੈਸਲਾ ਉਹਨਾਂ ਨੇ ਲਿੱਤਾ ਹੈ ਕੀ ਉਹ ਲੋਕਾਂ ਵਾਸਤੇ ਵਾਇਬਲ ਵੀ ਹੈਗਾ ਕਿ ਨਹੀਂ। ਹੁਣ ਛੋਟੇ ਦੁਕਾਨਦਾਰ ਨੂੰ ਬੰਦ ਕਰਵਾਤਾ, ਛੋਟਾ ਦੁਕਾਨਦਾਰ ਖਾਏਗਾ ਕਿੱਥੋਂ ਬੈਂਕ ਦੀਆਂ ਕਿਸ਼ਤਾਂ ਭਰੇਗਾ, ਕਿੱਥੋਂ ਮੁਲਾਜ਼ਮਾਂ ਦੀਆਂ ਸੈਲਰੀਆਂ ਦੇਗਾ, ਕਿੱਥੋਂ ਦੁਕਾਨ ਦਾ ਕਿਰਾਇਆ ਭਰੇਗਾ। ਇਹ ਚੀਜ਼ਾਂ ਨਹੀਂ ਦੇਖਦੇ। ਵੱਡੇ ਮਾਲ ਖੋਲ ਰੱਖੇ ਨੇ, ਸ਼ਰਾਬ ਦੇ ਠੇਕੇ ਖੋਲ ਰੱਖੇ ਨੇ, ਦੁਕਾਨਾਂ ਬੰਦ ਕਰ ਰੱਖੀਆਂ। ਦੇਖੋ, ਸ਼ਰਾਬ ਜ਼ਰੂਰੀ ਹੈ, ਸਰਕਾਰ ਨੇ ਆਪਦੀ ਇਕੋਨੋਮੀ ਸੈੱਟ ਕਰਨ ਵਾਸਤੇ ਤਾਂ ਸ਼ਰਾਬ ਨੂੰ ਖੋਲਤਾ, ਪਰੰਤੂ ਇਹ ਤਾਂ ਦੇਖੋ ਵੀ ਛੋਟਾ ਦੁਕਾਨਦਾਰ ਕਿੱਥੋਂ ਖਾਊਗਾ। ਛੋਟਾ ਦੁਕਾਨਦਾਰ ਤਾਂ ਮਰ ਰਿਹਾਗਾ ਜੀ। ਜੇ ਮੋਟਰਸਾਈਕਲ ਦੇ ਉੱਤੇ ਇੱਕ ਖੋਲ੍ਹਿਆ ਹੈਗਾ, ਸਪੋਜ਼ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਣਾ ਹੈ, ਕਿਸੇ ਮਜਬੂਰੀ ਦੇ ਵਿੱਚ ਘਰ ਦੇ ਵਿੱਚ ਕਿਸੇ ਬੱਚੇ ਨੂੰ ਕਿਤੇ ਲੈ ਕੇ ਜਾਣਾ ਹੈ, ਕਿਤੇ ਲੇਡੀਜ਼ ਨੂੰ ਲੈ ਕੇ ਜਾਣਾ ਹੈ, ਘਰ ਦੇ ਬਿਰਧ ਨੂੰ ਕਿਤੇ ਲੈ ਕੇ ਜਾਣਾ ਹੈ, ਇੱਕ ਮੈਂਬਰ ਤਾਂ ਡਰਾਈਵਰ ਹੀ ਹੋ ਗਿਆ। ਡਰਾਈਵਰ ਨਾਲ ਕੌਣ ਅਲਾਓ ਹੋਏਗਾ? ਦੋ 4 ਵੀਲਰ ਦੇ ਵਿੱਚ ਦੋ ਇਹਨਾਂ ਨੇ ਅਲਾਓ ਕੀਤੇ ਨੇ। ਇਹ ਚੀਜ਼ਾਂ ਸਰਕਾਰ ਬਿਨਾਂ ਸੋਚੇ ਸਮਝੇ, ਮੇਰਾ ਜਿੱਥੋਂ ਤੱਕ ਮੇਰਾ ਵਰਸ਼ਨ ਹੈ ਕਿ ਅਫਸਰ ਬੈਠ ਕੇ ਇਹ ਫੈਸਲੇ ਤਾਂ ਕਰ ਦਿੰਦੇ ਨੇ, ਪਰੰਤੂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨੂੰ ਪ੍ਰੈਕਟੀਕਲੀ ਲਾਗੂ ਕਰਨ ਦੇ ਵਿੱਚ ਕਿੰਨੀਆਂ ਵੱਡੀਆਂ ਦਿੱਕਤਾਂ ਆਉਣੀਆਂ ਨੇ। ਅਗਰ ਇਹਨਾਂ ਨੂੰ ਪ੍ਰੋਪਰਲੀ ਸੋਚਿਆ ਜਾਵੇ, ਛੋਟੇ ਦੁਕਾਨਦਾਰਾਂ ਨੂੰ ਮਾਰਨ ਤੋਂ ਬਿਨਾਂ ਬੜੇ ਵਧੀਆ ਤਰੀਕੇ ਨਾਲ ਫੈਸਲੇ ਕੀਤੇ ਜਾਂਦੇ ਨੇ। ਸਰਕਾਰ ਲੋਕਾਂ ਤੋਂ ਰਾਏ ਲਵੇ ਕਿ ਕਿਸ ਤਰ੍ਹਾਂ ਕੀਤਾ ਜਾਵੇ ਜਿਹਦੇ ਨਾਲ ਇਕਨੋਮੀ ਵੀ ਸੈੱਟ ਰਹੇ। ਮੇਰੇ ਕੋਲ ਇੱਕ ਬਹੁਤ ਵਧੀਆ ਰਾਏ ਹੈ, ਅਗਰ ਸਰਕਾਰ ਉਹਨੂੰ ਲਾਗੂ ਕਰੇ ਜੀ। ਜੇ ਤੁਸੀਂ ਕਹੋ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਮਾਧਿਅਮ ਰਾਹੀਂ ਮੈਂ ਬਿਲਕੁਲ ਜੀ ਔਨ 에ਅਰ ਕਰੋ ਜੀ। ਸਰਕਾਰ ਨੂੰ ਇਹ ਪਾਬੰਦੀਆਂ ਦੁਕਾਨਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਜੀ। ਸਰਕਾਰ ਜਿਸ ਤਰ੍ਹਾਂ ਦਫਾ 44 ਲਗਾਉਂਦੀ ਹੈ, ਦਫਾ 44 ਦੇ ਵਿੱਚ 144 ਲਗਾਉਂਦੀ ਹੈ ਨਾ, ਉਹਦੇ ਵਿੱਚ 4 ਜਾਂ 5 ਬੰਦਿਆਂ ਦੀ ਗੈਦਰਿੰਗ ਹੁੰਦੀ ਹੈ। ਸਰਕਾਰ ਜੁਰਮਾਨੇ ਕਰੇ, ਹੈਵੀ ਜੁਰਮਾਨਾ ਲਗਾ ਕੇ
ਕਿ ਦੁਕਾਨਦਾਰ ਸਾਰੀਆਂ ਦੁਕਾਨਾਂ ਖੁੱਲੀਆਂ ਹੋਣ, ਉਹਨਾਂ ਨੂੰ ਇੱਕ ਅਲਾਓ ਹੋਵੇ ਵੀ ਸੋਸ਼ਲ ਡਿਸਟੈਂਸਿੰਗ ਨਾਲ ਮਾਸਕ ਲੱਗੇ ਹੋਣ, ਉਹਦੇ ਨਾਲ ਤੁਹਾਡੀ ਦੁਕਾਨ ਦੇ ਉੱਤੇ 6 ਬੰਦਿਆਂ ਤੋਂ ਜਾਂ 8 ਬੰਦਿਆਂ ਤੋਂ ਵੱਧ ਗੈਦਰਿੰਗ ਨਹੀਂ ਹੋਣੀ ਚਾਹੀਦੀ ਜੀ। ਉਹਦੇ ਉੱਤੇ ਦੁਕਾਨਦਾਰ ਨੂੰ ਚਾਹੇ ਜੁਰਮਾਨਾ ਲੱਗੇ, ਚਾਹੇ ਲੋਕਾਂ ਨੂੰ ਜੁਰਮਾਨਾ ਲੱਗੇ। ਜੁਰਮਾਨੇ ਇੰਨੇ ਹੋਣ ਕਿ ਲੋਕ ਉਸ ਤੋਂ ਡਰਨ ਕਿ ਸਾਨੂੰ ਜੁਰਮਾਨਾ ਲੱਗਣਾ, ਸਰਕਾਰ ਦੇ ਖਜ਼ਾਨੇ ਵੀ ਭਰਨਗੇ, ਲੋਕ ਡਰਦੇ ਨਹੀਂ ਬਾਹਰ ਆਣਗੇ। ਲੋਕ ਸਿਰਫ ਉਹ ਬਾਹਰ ਨਿਕਲੇਗਾ ਜਿਹੜੇ ਬੰਦੇ ਨੇ ਕੋਈ ਜ਼ਰੂਰੀ ਦਾ ਕੰਮ ਹੈ। ਇਹ ਤਾਂ ਹਿੰਦੁਸਤਾਨ ਦੇ ਵਿੱਚ ਤਾਂ ਉਹ ਚੁਟਕਲੇ ਲਾਗੂ ਹੁੰਦੇ ਨੇ, ਕਹਿੰਦੇ ਇੱਕ ਰਾਜੇ ਨੇ ਲਾਗੂ ਕੀਤਾ ਵੀ ਜਿਹੜਾ ਕੋਈ ਬਾਹਰ ਨਿਕਲੇਗਾ ਉਹਨੂੰ ਹਾਥੀ ਦੇ ਪੈਰਾਂ ਥੱਲੇ ਕੁਚਲਵਾ ਦੇਾਂਗੇ, ਤੇ ਲੋਕ ਕਹਿੰਦੇ ਫਿਰ ਵੀ ਨਿਕਲਣਾ ਹਟੇ। ਉਹ ਕਹਿੰਦੇ ਜੀ ਕਿਉਂ ਨਹੀਂ ਨਿਕਲਣਾ ਹਟੇ? ਦੂਸਰੇ ਨੇ ਪੁੱਛਿਆ, ਉਹ ਕਹਿੰਦਾ ਜੀ ਬਾਹਰ ਨਿਕਲ ਕੇ ਦੇਖਦੇ ਸੀ, ਕਹਿੰਦਾ ਹਾਥੀ ਕਿੱਡਾ ਹੈ ਜਿਹਦੇ ਥੱਲੇ ਪੈਰਾਂ ਥੱਲੇ ਕੁਚਲਵਾਉਣਗੇ ਆਪਾਂ ਨੂੰ। ਲੋਕਾਂ ਨੇ ਜ਼ਿਆਦਾਤਰ ਮੈਜੋਰਟੀ ਲੋਕਾਂ ਦੀ ਬਾਜ਼ਾਰ ਦੇ ਵਿੱਚ ਘੁੰਮਦੇ ਹੋਏ ਅਸੀਂ ਡੇਲੀ ਵੇਖਦੇ ਹਾਂ, ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਨਹੀਂ ਜੀ, ਸਿਰਫ ਸਰਕਾਰ ਦੀ ਇੰਪਲੀਮੈਂਟੇਸ਼ਨ ਸਖਤ ਨਹੀਂ ਹੈ। ਇੰਪਲੀਮੈਂਟੇਸ਼ਨ ਸਖਤ ਕਿੱਧਰ ਹੈ? ਦੁਕਾਨਦਾਰਾਂ ਵਾਸਤੇ। ਦੁਕਾਨਦਾਰਾਂ ਨੂੰ ਮਾਰ ਦਿਓ, ਦੁਕਾਨਦਾਰਾਂ ਨੂੰ ਮਾਰਨ ਵਾਸਤੇ ਤਾਂ ਸਰਕਾਰ ਲਾਗੂ ਕਰ ਦਿੰਦੀ ਹੈ, ਕਿਉਂਕਿ ਦੁਕਾਨਦਾਰ ਤਾਂ ਨੂੰ ਮਸਾ ਫਸਦਾ ਹੈ, ਦੁਕਾਨਦਾਰ ਪੁਲਿਸ ਨੂੰ ਮਸਾ ਫਸਦਾ ਹੈ, ਦੁਕਾਨਦਾਰ ਅਫਸਰਾਂ ਨੂੰ ਮਸਾ ਫਸਦਾ ਹੈ, ਦੁਕਾਨਦਾਰ ਸਰਕਾਰ ਨੂੰ ਮਸਾ ਫਸਦਾ ਹੈ। ਟੈਕਸ ਦੇਣ ਨੂੰ ਦੁਕਾਨਦਾਰ ਹੈ, ਸੈਲਰੀਆਂ ਦੇਣ ਨੂੰ ਦੁਕਾਨਦਾਰ ਹੈ, ਸਰਕਾਰ ਦੀਆਂ ਬਗਾਰਾਂ ਦੇਣ ਨੂੰ ਦੁਕਾਨਦਾਰ ਹੈ, ਅਫਸਰਾਂ ਦੀਆਂ ਬਗਾਰਾਂ ਦੇਣ ਨੂੰ ਦੁਕਾਨਦਾਰ ਹੈ, ਪਰੰਤੂ ਮਾਰਦੇ ਛੋਟੇ ਦੁਕਾਨਦਾਰ ਨੂੰ। ਛੋਟੇ ਦੁਕਾਨਦਾਰ ਦੇ ਉੱਤੇ ਕਿਉਂ ਇਹ ਤਸ਼ੱਦਦ ਕੀਤਾ ਜਾਂਦਾ ਹੈ? ਛੋਟੇ ਦੁਕਾਨਦਾਰਾਂ ਨੂੰ ਖੋਲੋ, ਵੱਡੇ ਮਾਲ ਬੰਦ ਕਰ ਦਿਓ, ਵੱਡੇ ਮਾਲਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੀ ਬਿਲਕੁਲ ਸਿੰਗਲਾ ਜੀ, ਇੱਕ ਲੇਟੈਸਟ ਫਰਮਾਨ ਇੱਕ ਲੇਟੈਸਟ ਫਰਮਾਨ ਸਰਕਾਰ ਦਾ ਆਇਆ ਹੈ ਕਿ ਸਰਕਾਰ ਨੇ ਠੇਕੇ ਖੋਲ ਦਿੱਤੇ ਨੇ। ਹੁਣ ਤੁਸੀਂ ਦੇਖੋ, ਸਰਕਾਰ ਲਈ ਸਭ ਤੋਂ ਜ਼ਿਆਦਾ ਰੈਵਨਿਊ ਜਨਰੇਟ ਹੁੰਦਾ ਹੈ ਠੇਕਿਆਂ ਤੋਂ, ਤਾਂ ਸਰਕਾਰ ਨੇ ਆਪਣੀ ਦੁਕਾਨ ਤਾਂ ਖੁੱਲੀ ਰੱਖੀ ਹੈ, ਪਰ ਲੋਕਾਂ ਦੀ ਦੁਕਾਨ ਲਈ ਉਹ ਉਹਨਾਂ ਲਈ ਜ਼ਰੂਰੀ ਨਹੀਂ ਹੈ। ਤਾਂ ਥੋੜਾ ਜਿਹਾ ਇੱਥੇ ਸਰਕਾਰ ਨੂੰ ਬਿਲਕੁਲ ਦੁਕਾਨ ਵੀ ਖੁੱਲੀ ਰੱਖੀ ਹੈ। ਤੁਸੀਂ ਕਿਸੇ ਠੇਕੇ ਦੀ ਵੀਡੀਓਗ੍ਰਾਫੀ ਕਰਾ ਕੇ ਦੇਖੋ, ਉੱਥੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਕੋਈ ਮਾਸਕ ਨਹੀਂ, ਉੱਥੇ ਬਿਲਕੁਲ ਭੀੜ ਭੜੱਕਾ ਹੁੰਦਾ। ਸਰਕਾਰ ਨੇ ਆਪਦਾ ਰੈਵਨਿਊ ਜਨਰੇਟ ਕਰਨ ਵਾਸਤੇ ਠੇਕੇ ਖੋਲੇ ਨੇ। ਛੋਟੇ ਦੁਕਾਨਦਾਰ ਬਾਰੇ ਤਾਂ ਸੋਚਿਆ ਨਹੀਂ। ਸਰਕਾਰ ਨੇ ਡਾਇਰੈਕਟ ਆਪਦੀ ਜੇਬ ਵੱਲ ਦੇਖਿਆ ਵੀ ਸਾਡੇ ਖਜ਼ਾਨੇ 'ਚ ਕਿੱਥੋਂ ਲਾਸ ਹੋ ਰਿਹਾ ਜੀ। ਠੀਕ ਹੈ, ਸਰਕਾਰ ਨੂੰ ਵੀ ਖਜ਼ਾਨੇ ਦੀ ਜ਼ਰੂਰਤ ਹੈ। ਸਰਕਾਰ ਦੇ ਖਜ਼ਾਨੇ 'ਚ ਕੁਝ ਹੋਏਗਾ, ਸਾਡੀ ਡਿਵੈਲਪਮੈਂਟ ਤਾਂ ਹੋਏਗੀ, ਤਾਂ ਸਰਕਾਰ ਸਾਨੂੰ ਕੋਈ ਫੈਸਿਲਿਟੀਜ਼ ਮੁਹੱਈਆ ਕਰਾ ਸਕਦੀ ਹੈ। ਪਰੰਤੂ ਛੋਟੇ ਦੁਕਾਨਦਾਰ ਬਾਰੇ, ਜਿਸ ਤਰ੍ਹਾਂ ਲੋਕਲ ਜੋ ਲੋਕ ਬੈਠੇ ਨੇ, ਛੋਟੇ ਦੁਕਾਨਦਾਰ ਨੇ, ਉਹਨਾਂ ਵਿੱਚ ਉਹ ਲੋਕ ਤਾਂ ਤਬਾਹ ਹੋ ਜਾਣਗੇ, ਖਤਮ ਹੋ ਜਾਣਗੇ। ਉਹਨਾਂ ਕੋਲ ਤਾਂ ਖਾਣ ਨੂੰ ਵੀ ਕੁਝ ਨਹੀਂ ਮਿਲਣਾ। ਪਹਿਲਾਂ ਪਿਛਲੇ ਵਾਰੀ ਇਸੇ ਗੱਲ ਦਾ ਰੌਲਾ ਪੈਂਦਾ ਸੀ ਕਿ ਲੋਕਡਾਊਨ ਲਗਾਇਆ ਸੈਂਟਰ ਸਰਕਾਰ ਨੇ, ਹੁਣ ਸਟੇਟ ਗਵਰਨਮੈਂਟਸ ਨੂੰ ਇਸੇ ਕਰਕੇ ਅਲਾਓ ਕੀਤਾ ਕਿ ਤੁਸੀਂ ਆਪਣੇ ਤੌਰ ਤੇ ਫੈਸਲਾ ਲਓ ਜਿਸ ਤਰ੍ਹਾਂ ਦੇ ਤੁਹਾਡੇ ਸਰਕਮਸਟੈਂਸਿਸ। ਸਰਕਾਰ ਨੂੰ ਸੋਚਣਾ ਚਾਹੀਦਾ, ਛੋਟੇ ਦੁਕਾਨਦਾਰਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ। ਛੋਟਾ ਦੁਕਾਨਦਾਰ ਮਰ ਰਿਹਾ, ਪਿਸ ਰਿਹਾ। ਛੋਟੇ ਦੁਕਾਨਦਾਰ, ਇਹ ਇਕਨੋਮੀ ਇੱਕ ਵਾਰ ਹਿੱਲੀ ਹੋਈ ਕਈ ਸਾਲ ਨਹੀਂ ਸੈੱਟ ਹੋਣੀ। ਠੀਕ ਹੈ, ਲੋਕਾਂ ਦੀ ਅਗਰ ਜਾਨ ਪਿਆਰੀ ਹੈ, ਲੋਕਾਂ ਨੂੰ ਅਸੀਂ ਕਹਿੰਦੇ ਹਾਂ, ਲੋਕਾਂ ਦੀ ਕੋਆਪਰੇਸ਼ਨ ਨਹੀਂ ਮਿਲ ਰਹੀ। ਸਰਕਾਰ ਦੇ ਫੈਸਲੇ ਇੰਪਲੀਮੈਂਟੇਸ਼ਨ ਗਲਤ ਹੈ, ਜਾਂ ਕੁਝ ਫੈਸਲੇ ਗਲਤ ਹੋ ਸਕਦੇ ਨੇ, ਪਰੰਤੂ ਸਰਕਾਰ ਦੇ ਹਰ ਤਹੀਆ ਕਰ ਰਹੀ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਚਾਹੇ ਉਹ ਸਟੇਟਾਂ ਦੀ ਸਰਕਾਰ ਹੈ। ਸਰਕਾਰ ਨੇ ਕੀ ਦਿੱਤਾ ਲੋਕਾਂ ਨੂੰ? ਹਰ ਤਰੀਕੇ ਨਾਲ ਐਜੂਕੇਟ ਕੀਤਾ ਹੈ। ਸਰਕਾਰ ਦਵਾਈਆਂ ਮੁਫਤ ਮੁਹੱਈਆ ਕਰਵਾ ਰਹੀ ਹੈ। ਪੰਜਾਬ ਦੇ ਵਿੱਚ ਫਤਿਹ ਕਿੱਟ ਦੇ ਰਹੀ ਹੈ, ਜਿਹੜੇ ਪੋਜ਼ਿਟਿਵ ਆ ਰਹੇ ਨੇ, ਇੰਜੈਕਸ਼ਨ ਵੈਕਸੀਨੇਸ਼ਨ ਫ੍ਰੀ ਕਰ ਰਹੀ ਹੈ। ਸਰਕਾਰ ਨੇ ਹਰ ਤਰੀਕੇ ਨਾਲ ਐਜੂਕੇਟ ਕੀਤਾ। NGOs ਨੇ ਬਹੁਤ ਕੁਝ ਕੀਤਾ, ਲੋਕਾਂ ਨੇ ਕੀਤਾ, ਫਰੰਟ ਵਾਰੀਅਰਸ ਨੇ ਬਹੁਤ ਕੁਝ ਕੀਤਾ, ਸਰਕਾਰੀ ਮੁਲਾਜ਼ਮਾਂ ਨੇ ਕੀਤਾ, ਛੋਟੇ ਮੋਟੇ ਤੁਹਾਡੇ ਮੇਰੇ ਵਰਗਿਆਂ ਨੇ ਲੋਕਾਂ ਨੇ ਕੀਤਾ। ਹਰ ਬੰਦੇ ਨੇ ਸਹਿਯੋਗ ਪਾਇਆ ਇਹਦੇ ਵਿੱਚ। ਪਰੰਤੂ ਸਰਕਾਰ ਇਹ ਵੀ ਤਾਂ ਸੋਚੇ ਵੀ ਜਦੋਂ ਇਹਨਾਂ ਨੂੰ ਕੁਝ ਦੇਣ ਦਾ ਸਰਕਾਰ ਨੂੰ ਵਕਤ ਆਉਂਦਾ ਹੈ, ਉਦੋਂ ਸਰਕਾਰ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ। ਉਦੋਂ ਸਰਕਾਰ ਆਪਦੇ ਖਜ਼ਾਨੇ ਭਰਨ ਵੱਲ ਸੋਚ ਲੈਂਦੀ ਹੈ ਵੀ ਠੇਕੇ ਦਾ ਖੋਲ ਦਿਓ, ਇਹਨਾਂ ਨੂੰ ਮਾਰ ਦਿਓ। ਜੀ ਇਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ। ਮੇਰਾ ਤੁਹਾਡੇ ਰਾਹੀਂ ਇਹ ਹੈ ਵੀ ਸਰਕਾਰ ਇਸ ਤਰ੍ਹਾਂ ਦਾ ਕਰੇ, ਦੁਕਾਨਾਂ ਸਾਰੀਆਂ ਖੁੱਲੀਆਂ ਰੱਖੇ, ਗੈਦਰਿੰਗ ਦੇ ਉੱਤੇ ਸਖਤੀ ਕਰੇ, ਗੈਦਰਿੰਗ ਦੇ ਉੱਤੇ ਇੰਨੀ ਉਹਨਾਂ ਦੀ ਪੈਟਰੋਲਿੰਗ ਵਧੇ ਕਿ ਕਿਤੇ ਗੈਦਰਿੰਗ ਹੋਣ ਹੀ ਨਾ ਦੇਵੇ। ਗੈਦਰਿੰਗ ਨਹੀਂ ਹੋਊਗੀ ਤਾਂ ਫੈਲੂਗਾ ਕਿਸ ਤਰ੍ਹਾਂ? ਜੀ ਬਿਲਕੁਲ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ, ਦੇਖੋ ਹਾਲਾਂਕਿ ਜੋ ਆਪਾਂ ਕਹਿੰਦੇ ਹਾਂ ਕਿ ਜਿਹੜਾ ਠੇਕਾ ਹੈ ਸਰਕਾਰੀ ਦੁਕਾਨ ਹੈ, ਲੇਕਿਨ ਤੁਸੀਂ ਅਸਿੱਧੇ ਰੂਪ 'ਚ ਦੇਖੋ ਸਿੰਗਲਾ ਜੀ ਕਿ ਹਰ ਦੁਕਾਨ ਤੇ ਅੱਜ ਕੱਲ੍ਹ ਹਰ ਪ੍ਰੋਡਕਟ ਤੇ GST ਲੱਗੀ ਹੈ। ਤਾਂ ਜਿਹੜੇ ਬਈ ਪ੍ਰੋਡਕਟ ਵਿਕਦਾ, ਅਗਰ ਕੋਈ ਇੱਕ ਦੁਕਾਨਦਾਰ ਫਰਜ਼ ਕਰੋ ਇੱਕ ਕਰਿਆਨੇ ਵਾਲਾ ਦੁਕਾਨਦਾਰੀ ਹੈ, ਤਾਂ ਉਹਦੀ ਹਰ ਚੀਜ਼ ਤੇ GST ਟੈਕਸ ਲੱਗਿਆ ਹੈ। 5% ਤੋਂ ਲੈ ਕੇ 28% ਤੱਕ ਦਾ GST ਉਹ ਦਿੰਦਾ ਹੈ। ਤਾਂ ਅਗਰ ਕੋਈ ਵੀ ਕਰਿਆਨੇ ਵਾਲਾ ਦੁਕਾਨਦਾਰ ਹੋ ਸਕਦਾ ਕਿਸੇ ਅਜਿਹੀ ਆਈਟਮ 'ਚ ਹੋ ਸਕਦਾ 5% ਵੀ ਨਾ ਕਮਾਉਂਦਾ ਹੋਵੇ, ਲੇਕਿਨ ਸਰਕਾਰ ਨੂੰ GST ਘੱਟੋ ਘੱਟ 5% ਤਾਂ ਜਾਂਦਾ ਹੀ ਹੈ। ਯਾਨੀ ਕਿ ਐਵਰੇਜ ਅਗਰ ਲਾ ਲਈਏ ਆਪਾਂ, ਸਰਕਾਰ ਨੂੰ ਐਵਰੇਜ ਟੈਕਸ GST ਉਸ ਦੀ ਸੇਲ ਵਿੱਚੋਂ 10% ਤਾਂ ਜਾਏਗਾ। ਹੁਣ ਇੱਕ ਦੁਕਾਨਦਾਰ ਨੂੰ ਆਪਣੀ ਸੇਲ 'ਚੋਂ 10% ਮਾਰਜਨ ਮਿਲਦਾ ਚਾਹੇ ਨਹੀਂ ਮਿਲਦਾ, ਸਰਕਾਰ ਨੂੰ 10% ਮਿਲ ਜਾਏਗਾ। ਤਾਂ ਕਹਿਣ ਨੂੰ ਆਪਾਂ ਕਹਿ ਸਕਦੇ ਹਾਂ ਕਿ ਹਰ ਦੁਕਾਨ ਹੀ ਸਰਕਾਰੀ ਦੁਕਾਨ ਹੈ। ਹਰ ਦੁਕਾਨ ਸਰਕਾਰ ਨੂੰ ਰੈਵਨਿਊ ਜਨਰੇਟ ਕਰਕੇ ਦੇ ਰਹੀ ਹੈ। ਹਰ ਦੁਕਾਨਦਾਰ ਸਰਕਾਰ ਨੂੰ ਪੈਸਾ ਕਮਾ ਕੇ ਦੇ ਰਹੀ ਹੈ, ਲੇਕਿਨ ਸਰਕਾਰ ਲਈ ਉਹ ਦੁਕਾਨ ਜ਼ਰੂਰੀ ਨਹੀਂ ਹੈ। ਤਾਂ ਸਰਕਾਰ ਨੂੰ ਇੱਥੇ ਥੋੜਾ ਜਿਹਾ ਸੋਚਣਾ ਜ਼ਰੂਰ ਬਣਦਾ ਹੈ। ਤਾਂ ਮੇਰੇ ਨਾਲ ਵਿਸ਼ਾਲ ਰਿਸ਼ੀ ਜੀ ਵੀ ਜੁੜੇ ਹੋਏ ਨੇ। ਵਿਸ਼ਾਲ ਜੀ, ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ? ਅਮਲ ਜੀ, ਮੈਨੂੰ ਤਾਂ ਇਹ ਲੱਗਦਾ ਹੈ ਵੀ ਸਰਕਾਰ ਜ਼ਮੀਨੀ ਪੱਧਰ ਤੇ
ਰਹਿ ਨਹੀਂ ਲੈ ਰਹੀ ਸਾਰੇ ਸਿਸਟਮ ਦੇ ਵਿੱਚ, ਉਹ ਸਾਰਾ ਉੱਤੇ IAS ਲੌਬੀ ਜਿਹੜਾ ਇਹ ਕੰਮ ਕਰ ਰਹੀ ਹੈ, ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਇਹ ਕੀ ਚੱਕਰ ਹੈ, ਕੀ ਝਮੇਲਾ ਹੈ, ਥੱਲੇ ਕੀ ਹੋ ਰਿਹਾ ਹੈ, ਉੱਪਰ ਕੀ ਹੋ ਰਿਹਾ ਹੈ। ਮਿੰਟਾਂ ਦੇ ਵਿੱਚ ਡਾਇਰੈਕਸ਼ਨ ਚੇਂਜ ਕਰ ਦਿੰਦੇ ਨੇ। ਮੈਨੂੰ ਲੱਗਦਾ ਵੀ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਰਣਨੀਤੀ ਬਣਾਉਣੀ ਚਾਹੀਦੀ ਹੈ। ਜਿੱਥੇ ਕੇਸ ਹੈਗੇ ਨੇ ਉੱਥੇ ਕੰਟੇਨਮੈਂਟ ਜ਼ੋਨ ਬਣਾ ਦਿਓ, ਜਿੱਥੇ ਕੇਸ ਘੱਟ ਨੇ ਉੱਥੇ ਕਿਉਂ ਐਵੇਂ ਬਿਨਾਂ ਗੱਲ ਤੋਂ ਲੋਕਾਂ ਨੂੰ ਤੰਗ ਕਰ ਰਹੇ ਨੇ। ਜੇਕਰ ਹੁਣ ਮੰਨ ਲਓ ਕੱਲ ਆਪਣੇ ਬੁਢਲਾਡੇ ਦੇ ਵਿੱਚ ਸੀ, ਬਹੁਤ ਵਧੀਆ ਸ਼ਾਂਤੀ ਹੈ, ਇੱਥੇ ਵੀ ਬੰਦ ਹੈ। ਹੁਣ ਬਰਨਾਲੇ ਦੇਖੋ ਕਿਵੇਂ ਦੁਕਾਨਦਾਰ ਇਕੱਠੇ ਹੋ ਗਏ। ਇਹ ਜੇਕਰ ਇਸੇ ਤਰ੍ਹਾਂ ਸਰਕਾਰ ਆਪਣੇ ਤੇ ਥੋਪਦੀ ਰਹੀ ਤਾਂ ਵਿਦਰੋਹ ਦੀ ਸਥਿਤੀ ਵੀ ਆ ਜਾਊਗੀ। ਇਹ ਬਹੁਤ ਖਤਰਨਾਕ ਸਥਿਤੀ ਹੈ। ਇਹ ਮੈਨੂੰ ਇਹ ਲੱਗਦਾ ਵੀ ਜੋ ਸਰਕਾਰ ਦੇ ਨੁਮਾਇੰਦੇ ਨੇ ਉਹ ਪ੍ਰੋਪਰ ਥੱਲੋਂ ਜ਼ਮੀਨੀ ਪੱਧਰ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਨਹੀਂ ਪਹੁੰਚਾ ਰਹੇ। ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਸਾਰੇ ਐਸੋਸੀਏਸ਼ਨਾਂ ਦੇ ਜੋ ਪ੍ਰਧਾਨ ਨੇ, ਜੋ ਵੀ ਅਹੁਦੇਦਾਰ ਨੇ, ਉਹਨਾਂ ਨੂੰ ਪੁੱਛ ਕੇ ਉਹਨਾਂ ਦੀ ਰਾਏ ਲੈ ਕੇ ਉਸ ਏਰੀਏ ਦੇ ਵਿੱਚ ਉਸ ਤਰ੍ਹਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ। ਨਾ ਕਿ ਹੁਣ ਮੰਨ ਲਓ ਉਹਦੇ ਚੰਡੀਗੜ੍ਹ ਦੇ ਕਿਸੇ ਚੰਗੇ ਫਾਰਮ ਹਾਊਸ 'ਚ ਬਹਿ ਕੇ ਕਹਿਤਾ ਜੀ ਫਲਾਨਾ ਲਾਕਡਾਊਨ ਚਲੋ ਜੀ, ਉਹ ਕਿੱਥੇ ਲੋੜ ਹੈ, ਕਿੱਥੇ ਨਹੀਂ ਹੈ, ਕੀ ਹੈ, ਕੋਈ ਸਿਸਟਮ ਨਹੀਂ। ਹੁਣ ਆਪਣੇ ਬੁਢਲਾਡੇ ਹੈ, ਬੁਢਲਾਡੇ ਵੈਕਸੀਨੇਸ਼ਨ ਮੁੱਕਿਆ ਪਿਆ, ਕਰੋਨਾ ਫਤਿਹ ਕਿੱਟ ਮੁੱਕੀ ਪਈ ਹੈ। ਜਿਹੜੀਆਂ ਸਰਕਾਰ ਨੂੰ ਚੀਜ਼ਾਂ ਦੇਣੀਆਂ ਉਹ ਨਹੀਂ ਰਹੀਆਂ, ਤੇ ਮੈਨੂੰ ਲੱਗਦਾ ਲਾਕਡਾਊਨ ਕਰੀ ਜਾਂਦੇ ਨੇ। ਵੀ ਇਹਦਾ ਰੂਪ ਸੁਧਾਰਨਾ ਚਾਹੀਦਾ। ਇਸ ਦੇ ਉੱਤੇ ਜ਼ਮੀਨੀ ਪੱਧਰ ਦੀ ਰਾਏ ਲੈ ਕੇ ਫਿਰ ਐਡਾ ਸਖਤ ਕਦਮ ਚੁੱਕਣੇ ਚਾਹੀਦੇ ਜੀ। ਤਾਂ ਆਪਾਂ ਗੱਲ ਕਰ ਰਹੇ ਸੀ ਕਿ ਸਰਕਾਰ ਜਿਹੜੀ ਆ ਉਹ ਦੁਚਿੱਤੀ 'ਚ ਹੈ। ਸਰਕਾਰ ਕਈ ਵਾਰੀ ਸੁਬਾਹ ਫੈਸਲਾ ਕੁਛ ਹੋਰ ਕਰਦੀ ਹੈ, ਦੁਪਹਿਰੇ ਕੁਛ ਹੋਰ ਹੋ ਜਾਂਦਾ ਹੈ, ਅਤੇ ਸ਼ਾਮ ਨੂੰ ਕੁਝ ਹੋਰ ਹੋ ਜਾਂਦਾ ਹੈ। ਅਤੇ ਅਰੋੜਾ ਸਾਹਿਬ, ਤੁਸੀਂ ਹਾਲਾਂਕਿ ਪਹਿਲਾਂ ਸਰਕਾਰ ਦਾ ਸਮਰਥਨ ਦੇ ਵਿੱਚ ਤੁਸੀਂ ਕਿਹਾ ਕਿ ਸਰਕਾਰ ਦੀਆਂ ਮਜਬੂਰੀਆਂ ਨੇ, ਸਰਕਾਰ ਇਹ ਕਰਦੀ ਹੈ ਜਾਂ ਉਹ ਕਰਦੀ ਹੈ, ਚਲੋ ਠੀਕ ਹੈ। ਲੇਕਿਨ ਇੱਥੇ ਕਿਉਂਕਿ ਸਰਕਾਰ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਪੂਰੀ ਸਟੇਟ ਨੂੰ ਚਲਾਉਣਾ ਹੈ, ਪੂਰੇ ਸਟੇਟ ਦੇ ਲੋਕਾਂ ਨੂੰ ਦੇਖਣਾ ਹੈ, ਹੈਲਥ ਸਿਸਟਮ ਨੂੰ ਦੇਖਣਾ, ਸਭ ਕੁਝ ਦੇਖਣਾ ਹੈ। ਤਾਂ ਇੱਥੇ ਸਰਕਾਰ ਦੇ ਕੋਲ ਜਿਹੜੇ ਪਲੈਨਿੰਗ ਬਣਾਉਣ ਵਾਲੇ ਹਾਲਾਂਕਿ ਬਹੁਤ ਉੱਚੇ ਬਹੁਤ ਐਜੂਕੇਟਡ ਬੰਦੇ ਬੈਠੇ ਹੁੰਦੇ ਨੇ, ਤਾਂ ਉਹ ਗੱਲਾਂ ਦੇ ਹਰ ਇੱਕ ਪੱਖ ਨੂੰ ਕਿਉਂ ਨਹੀਂ ਵਿਚਾਰਦੇ ਅਰੋੜਾ ਸਾਹਿਬ? ਕਮਲ ਜੀ, ਇਹ ਗੱਲ ਹੈ ਕਿ ਜਿੱਦਾਂ ਸਿੰਗਲਾ ਜੀ ਨੇ ਕਿਹਾ ਕਿ ਆਪਾਂ ਮੋਟਰਸਾਈਕਲ ਔਰ ਕਾਰ ਦੀ ਜੋ ਗਵਰਨਮੈਂਟ ਨੇ ਪਾਲਿਸੀ ਦਿੱਤੀ ਆ, ਆਪਾਂ ਉਹਦੇ ਬਾਰੇ ਸੋਚ ਰਹੇ ਸੀਗੇ, ਰਾਈਟ। ਤਾਂ ਹੁਣ ਦੇਖੋ, ਇੱਕ ਪਾਸੇ ਡਿਸਟੈਂਸ ਬੇਸਿਕ ਜੋ ਇੰਸਟਰਕਸ਼ਨਸ ਹੈਗੀਆਂ ਕਿ 2 ਗਜ ਦੀ ਦੂਰੀ ਬਣਾ ਕੇ ਰੱਖੋ ਜੀ, ਮਾਸਕ ਪਾਉਣ ਤੋਂ ਬਾਅਦ ਵੀ 2 ਗਜ ਦੀ ਦੂਰੀ ਬਣਾ ਕੇ ਰੱਖੋ। ਜੇ ਮੋਟਰਸਾਈਕਲ ਦੇ ਉੱਤੇ ਆਪਾਂ 2 ਬੰਦੇ ਬੈਠੇ ਹੈਗੇ ਆ, ਬੇਸ਼ੱਕ ਆਪਣੇ ਮਾਸਕ ਵੀ ਪਾਇਆ ਹੋਇਆ, ਪਹਿਲੀ ਗੱਲ ਤਾਂ ਆਪਾਂ ਮਾਸਕ ਪਾਉਣ ਦੇ ਵਿੱਚ ਆਪਾਂ ਕਿੰਨੇ ਕੁ ਡਿਸਪਲਿਨਡ ਹੈਗੇ ਆ ਜਾਂ ਕਿੰਨੇ ਕੁ ਅਲਰਟ ਹੈਗੇ ਆ। ਕਿੰਨੇ ਲੋਕ ਹਨ ਜਿਹੜੇ 3 ਲੇਅਰ ਮਾਸਕ ਯੂਜ਼ ਕਰ ਰਹੇ ਹੈਗੇ ਆ। ਤੁਸੀਂ ਮਾਰਕੀਟ ਦੇ ਵਿੱਚ ਇਸ ਵੇਲੇ ਦੇਖ ਲਓ, ਅੱਧੇ ਲੋਕ ਹਨ ਕਿ ਨੱਕ ਦੇ ਉੱਤੇ ਮਾਸਕ ਨਹੀਂ ਹੁੰਦਾ, ਮੂੰਹ ਤੋਂ ਸ਼ੁਰੂ ਕੀਤਾ ਹੁੰਦਾ ਹੈ। ਮੈਨੂੰ ਇੱਕ ਸੱਜਣ ਮਿਲੇ, ਬੜੀ ਮੈਨੂੰ ਹੈਰਾਨੀ ਹੋਈ, ਖੜੇ ਆਏ ਮੇਰੇ ਕੋਲ, ਜਦੋਂ ਬੈਠਣ ਲੱਗੇ ਪਹਿਲਾਂ ਤਾਂ ਕੁਰਸੀ ਅੱਗੇ ਖਿੱਚ ਲਈ, ਫਿਰ ਮਾਸਕ ਥੱਲੇ ਲਾ ਕੇ ਠੋਡੀ ਤੇ ਕਰ ਲਿਆ। ਮੈਂ ਕਿਹਾ ਸੱਜਣਾ, ਆ ਕੀ ਕਰੀ ਜਾਂਦਾ ਹੈਗਾ? ਇਹ ਤੇ ਸਾਰਾ ਹੀ ਸਿਸਟਮ ਗਿਆ, ਤੇਰੇ ਠੋਡੀ ਦੇ ਵਿੱਚੋਂ ਐਰੋਸੋਲ ਥੋੜਾ ਆਣੇ ਹੈਗੇ ਆ ਬਾਹਰ। ਪਹਿਲਾਂ ਆਪਾਂ ਮਾਸਕ ਪਾਈਏ, ਕਿ ਮੋਟਰਸਾਈਕਲ ਦੇ ਉੱਤੇ ਆਪਾਂ ਬਿਲਕੁਲ ਨਾਲ ਜੁੜ ਕੇ 2 ਬੰਦੇ ਬੈਠੇ ਹੈਗੇ ਆ। ਸਰ ਗੱਲ ਲੋਕਾਂ ਦੀ ਜਾਂ ਮਾਸਕ ਦੀ ਨਹੀਂ ਹੈ। ਮੇਰਾ ਸਵਾਲ ਹੈ, ਸਰਕਾਰ ਜਿਹੜੇ ਸਮੇਂ ਤੇ ਮਿੰਟ ਬਾਅਦ ਫੈਸਲੇ ਬਦਲ ਰਹੀ ਹੈ, ਲੋਕਾਂ ਨੂੰ ਕਨਫਿਊਜ਼ ਕਰ ਰਹੀ ਹੈ, ਉਹ ਖੁਦ ਹੀ 1 ਮਿੰਟ ਦੇ ਵਿੱਚ ਚੰਗੀ ਤਰੀਕੇ ਨਾਲ ਫੈਸਲਾ ਨਹੀਂ ਲੈ ਪਾ ਰਹੀ। ਕਮਲ ਜੀ, ਫੈਸਲਾ ਕਿਵੇਂ ਲੈ ਪਾਏਗੀ? ਕੀ ਆਪਾਂ ਡਿਸਪਲਿਨਡ ਹੈਗੇ ਆ? ਜੇ ਆਪਾਂ ਦੁਕਾਨ ਦੀ ਗੱਲ ਕਰਦੇ ਹੈਗੇ ਆ, ਸਰ ਸਰਕਾਰ ਡਿਸਪਲਿਨਡ ਹੈਗੀ ਹੈ? 1 ਮਿੰਟ ਯਾਰ, ਮੈਨੂੰ ਬੋਲਣ ਦਿਓ। ਕੀ ਸਰਕਾਰ ਡਿਸਪਲਿਨਡ ਹੈਗੀ ਹੈ? ਤੁਸੀਂ ਕਮਲ ਜੀ, ਮੈਨੂੰ ਬੋਲਣ ਦਿਓ। ਸਰਕਾਰ ਨੇ ਇਸ ਵੇਲੇ, ਆਪਾਂ ਇੱਕ ਘਰ ਨੂੰ ਡਿਸਪਲਿਨ ਕਰਦੇ ਆ, ਸਰਕਾਰ ਇਸ ਵੇਲੇ ਪੂਰੀ ਸਟੇਟ ਨੂੰ ਡਿਸਪਲਿਨ ਕਰ ਰਹੀ ਹੈਗੀ ਆ। ਆਪਾਂ ਜੇ ਘਰ ਦੀ ਗੱਲ ਕਰਦੇ ਆ, ਜੇ ਆਪਣੇ ਘਰ ਦੇ ਵਿੱਚ ਖਜ਼ਾਨਾ ਹੈ ਨਹੀਂ, ਐਕਸਾਈਜ਼, ਤੁਸੀਂ ਆਪ ਇਹ ਗੱਲ ਕਹਿ ਰਹੇ ਹੈਗੇ ਹੋ ਕਿ ਐਕਸਾਈਜ਼ ਤੋਂ ਸਰਕਾਰ ਦੇ ਖਜ਼ਾਨੇ ਦਾ ਵੱਡਾ ਹਿੱਸਾ ਜਾਂਦਾ ਹੈਗਾ। ਫਤਿਹ ਮਿਸ਼ਨ ਕਿਟਸ ਜਿਹੜੀਆਂ ਹੈਗੀਆਂ 2500 3000 ਦੀ ਕਿੱਟ ਪੈਂਦੀ ਹੈਗੀ ਆ, ਜਿਸ ਚ ਸਟੀਮ ਇਨਹੇਲਰ ਵੀ ਹੈਗਾ, ਆਕਸੀਮੀਟਰ ਵੀ ਹੈਗਾ, ਜਿਹੜਾ ਬਾਜ਼ਾਰ ਚ ਇਸ ਵੇਲੇ 2500 ਦਾ 2000 ਦਾ ਮਿਲ ਰਿਹਾ ਹੈਗਾ। ਤਾਂ ਉਹ ਤਾਂ ਸਰਕਾਰ ਆਪਾਂ ਨੂੰ ਦੇਈ ਜਾਵੇ ਫ੍ਰੀ ਸਾਰਿਆਂ ਨੂੰ, ਵੈਕਸੀਨੇਸ਼ਨ ਆਪਾਂ ਸਾਰਿਆਂ ਨੂੰ ਫ੍ਰੀ ਹੋਵੇ। ਸਰਕਾਰ ਸਹੂਲਤਾਂ ਤਾਂ ਸਾਰੀਆਂ ਦੇਵੇ, ਲੇਕਿਨ ਜੋ ਸਰਕਾਰ ਦੇ ਖਜ਼ਾਨੇ ਦੇ ਰਸਤੇ ਹੈਗੇ ਆ ਉਹ ਬੰਦ ਹੋਣ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਿੱਥੇ ਬੰਦ ਨੇ? ਦੱਸੋ ਸਰਕਾਰ ਦੇ ਰਸਤੇ ਕਿੱਥੇ ਬੰਦ ਨੇ? ਸਰਕਾਰ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਸਾਡੇ ਤੋਂ ਹਰੇਕ ਚੀਜ਼ ਦਾ ਟੈਕਸ ਲੈਂਦੀ ਹੈਗੀ, ਉਹ ਟੈਕਸ ਕਿੱਥੇ ਜਾਂਦਾ? ਕਮਲ ਜੀ, ਜੇ ਫਿਰ ਉਹ ਟੈਕਸ ਜਾਂਦਾ ਹੈਗਾ ਤਾਂ ਸਰਕਾਰ ਦਾ ਜੇ ਛੋਟਾ ਦੁਕਾਨਦਾਰ ਵੀ ਬਣਦਾ, ਉਹ ਵੀ ਤਾਂ ਟੈਕਸ, ਜੇ ਤਾਂ ਦੇਖੋ ਦੁਕਾਨਦਾਰ ਚੋਰੀ ਨਹੀਂ ਕਰ ਰਿਹਾ ਹੈਗਾ, ਟੈਕਸ ਪੇ ਹੋ ਕੇ ਆ ਰਿਹਾ ਹੈਗਾ, GST,
ਤਾਂ ਫਿਰ ਉਹ ਵੀ ਤਾਂ ਸਰਕਾਰ ਕੋਲ ਜਾ ਰਿਹਾ, ਸਰਕਾਰ ਆਪਦਾ ਨੁਕਸਾਨ ਉੱਥੇ ਵੀ ਕਰ ਰਹੀ ਹੈ। ਸਰਕਾਰ ਸਰ ਦੇ ਕੀ ਰਹੀ ਹੈ? ਆਕਸੀਜਨ ਸਰਕਾਰ ਨਹੀਂ ਦੇ ਰਹੀ ਲੋਕਾਂ ਨੂੰ, ਵੈਂਟੀਲੇਟਰ ਸਰਕਾਰ ਨਹੀਂ ਦੇ ਰਹੀ, ਸਿਹਤ ਸਹੂਲਤ ਹੈ ਨਹੀਂ। ਤੁਸੀਂ ਆਪਣੇ ਬੁਢਲਾਡੇ ਚਲਾ ਲਓ, ਬੁਢਲਾਡੇ ਹਸਪੀਟਲ ਦੇ ਵਿੱਚ ਅਗਰ ਕੋਈ ਕਰੋਨਾ ਮਰੀਜ਼ ਆ ਜਾਂਦਾ ਉਹਨਾਂ ਕੋਲ ਕੀ ਹੈ? ਕੁਛ ਨਹੀਂ ਹੈ। ਮਾਨਸਾ ਰੈਫਰ ਕਰਦੇ ਨੇ, ਮਾਨਸਾ ਕਿੰਨੇ ਵੈਂਟੀਲੇਟਰ ਨੇ ਦੱਸੋ ਤੁਸੀਂ? ਕੁਛ ਵੀ ਤਾਂ ਨਹੀਂ ਦੇ ਰਹੀ ਸਰਕਾਰ। ਇੰਨਾ ਟੈਕਸ ਲੈਣ ਤੇ ਬਾਅਦ ਵੀ ਕੁਛ ਨਹੀਂ ਦੇ ਰਹੀ ਸਰਕਾਰ। ਤੁਸੀਂ ਕਮਾਲ ਕਰ ਰਹੇ ਹੋ ਕਮਲ ਜੀ। ਜੋ ਆਕਸੀਜਨ ਦੀ ਪ੍ਰੋਬਲਮ ਹੈ ਉਹ ਪਹਿਲਾਂ ਵੀ ਆਪਣੀ ਡਿਸਕਸ਼ਨ ਹੋਈ ਹੈ ਕਿ ਪ੍ਰੋਬਲਮ ਆਕਸੀਜਨ ਦੀ ਨਹੀਂ ਸਰ, ਉਹ ਆਪਣੀ ਪ੍ਰੋਬਲਮ ਹੈ ਕਿ ਲੋਕਾਂ ਦੀ ਪ੍ਰੋਬਲਮ ਹੈ? ਵਿਵਸਥਾ ਕਿਹਨੇ ਸਰ? ਜੇ ਵਿਵਸਥਾ ਕਰਨੀ ਵੀ ਹੈ ਦੀ ਪ੍ਰੋਬਲਮ ਆ ਰਹੀ ਹੈ ਸਰ, ਵਿਵਸਥਾ ਕਰਨੀ ਉਹ ਕਿਹਨੇ ਕਰਨੀ? ਲੋਕਾਂ ਨੇ ਕਰਨੀ ਹੈ, ਸਰਕਾਰ ਨੇ ਕਰਨੀ ਹੈ, ਪ੍ਰਸ਼ਾਸਨ ਨੇ ਕਰਨੀ ਹੈ। ਉਹੀ ਆਪਾਂ ਉਹਨਾਂ ਦੇ ਖਿਲਾਫ ਹੀ ਤਾਂ ਗੱਲ ਕਰ ਰਹੇ ਹਾਂ। ਇਹ ਗੱਲ ਕਮਲ ਜੀ ਆਪਾਂ ਪਹਿਲਾਂ ਵੀ ਕੀਤੀ ਹੈਗੀ ਆ ਕਿ ਸਰਕਾਰ ਨੇ ਟਾਈਮਲੀ ਪਲਾਨ ਨਾ ਹੋਣ ਕਰਕੇ ਸੈਂਟਰਲ ਗਵਰਨਮੈਂਟ ਦਾ ਇਹ ਪ੍ਰੋਬਲਮ ਆਈ। ਇਹ ਗੱਲ ਆਪਾਂ ਪਰਸੋਂ ਵੀ ਡਿਸਕਸ ਕਰ ਚੁੱਕੇ ਹੈਗੇ ਸਰ। ਉਹੀ ਮੈਂ ਅੱਜ ਗੱਲ ਕਰ ਰਿਹਾ ਕਿ ਫਿਰ ਆਪਾਂ ਸਰਕਾਰ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਹੈਗਾ ਕਿ ਜੇ ਚਲੋ ਤੁਸੀਂ ਠੇਕਿਆਂ ਦੀ ਗੱਲ ਕਰ ਰਹੇ ਹੋ ਕਿ ਠੇਕੇ ਕਿਉਂ ਖੋਲਤੇ, ਇਟ ਇਜ਼ ਨਾਟ ਦਾ ਐਸੈਂਸ਼ੀਅਲ ਕਮੋਡਿਟੀ। ਐਗਰੀ, ਐਸੈਂਸ਼ੀਅਲ ਨਹੀਂ ਹੈ, ਠੀਕ ਹੈ, ਲੇਕਿਨ ਕੀ ਠੇਕੇ ਦੇ ਵਿੱਚ ਮੇਲਾ ਲੱਗਿਆ ਹੁੰਦਾ? ਜਿਹੜੀ ਇੱਕ ਦੂਜਾ ਦੁਕਾਨਦਾਰ ਹੈਗਾ ਐਸੈਂਸ਼ੀਅਲ ਕਮੋਡਿਟੀ ਦੁਕਾਨਦਾਰ ਹੈਗੀ, ਉੱਥੇ ਵੀ ਉਨੀ ਗਾਹਕ ਆ ਜਿੰਨੇ ਠੇਕੇ ਅੱਗੇ ਹੋਣਗੇ। ਤੁਸੀਂ ਇਸ ਗੱਲ ਤੇ ਜ਼ੋਰ ਦਿਓ ਕਿ ਇੱਕ ਰਾਉਂਡਸ ਬਣਾਏ ਜਾਣ ਖੜੇ ਹੋਣ ਵਾਸਤੇ 3-3 ਦਾ ਫੁੱਟ ਰੱਖ ਕੇ, ਹਰੇਕ ਦੁਕਾਨਦਾਰ ਵਾਸਤੇ ਕੰਪਲਸਰੀ ਹੋਵੇ ਕਿ ਦੁਕਾਨ ਦੇ ਅੱਗੇ ਕਿਊ ਬਣਾ ਕੇ ਉਹਦੇ ਤੋਂ ਰਾਉਂਡਸ ਬਣਾ ਦੇ ਜਿਹਦੇ ਵਿੱਚ 4-4 ਫੁੱਟ ਦਾ ਗੈਪ ਹੋਵੇ। ਤੁਸੀਂ ਹੁਣ ਲਾਈਨ ਤੇ ਆਏ ਹੋ, ਮੇਰੇ ਕਹਿਣ ਦਾ ਮਤਲਬ ਇਹੀ ਸੀ ਵੀ ਸਰਕਾਰ ਦੀ ਪਲੈਨਿੰਗ ਪ੍ਰੋਪਰ ਨਹੀਂ ਹੈ। ਲਾਈਨ ਦੀ ਗੱਲ ਨਹੀਂ ਹੈ ਕਮਲ ਜੀ, ਤੁਸੀਂ ਮੈਨੂੰ ਲਾਈਨ ਤੇ ਨਹੀਂ ਲਿਆ ਰਹੇ। ਮੈਂ ਸੱਚੀ ਗੱਲ ਕਹਿ ਰਿਹਾ ਹੈਗਾ, ਪ੍ਰੈਸ ਹੋ ਕੇ ਨਹੀਂ ਕਹਿੰਦਾ ਸਰ। ਮੈਂ ਨਹੀਂ ਕਹਿ ਰਿਹਾ ਗੱਲ ਤਾਂ ਮੈਂ ਸਰਕਾਰ ਬਾਰੇ ਸਰ, ਤੁਸੀਂ ਤੁਹਾਡੀਆਂ ਗੱਲਾਂ ਸਰਕਾਰ ਦੇ ਪੱਖ 'ਚ ਜਾ ਰਹੀਆਂ ਸੀਗੀਆਂ, ਤੁਹਾਡੀਆਂ ਗੱਲਾਂ ਥੋੜੀਆਂ ਸਰਕਾਰ ਦੇ ਪੱਖ 'ਚ ਜਾ ਰਹੀਆਂ ਸੀ। ਮੈਨੂੰ ਇਹ ਲੱਗਿਆ ਕਿਉਂਕਿ ਇਸ ਵਕਤ ਸਰ ਆਪਾਂ ਟੈਕਸ ਦੇ ਰਹੇ ਹਾਂ, ਆਪਾਂ ਟੈਕਸ ਪੇਅਰ ਹਾਂ, ਆਪਾਂ ਟੈਕਸ ਦੇ ਰਹੇ ਹਾਂ, ਆਪਣਾ ਫਰਜ਼ ਬਣਦਾ ਟੈਕਸ ਦੇ ਏਵਨ 'ਚ ਆਪਾਂ ਅਸੀਂ ਸਰਕਾਰ ਤੋਂ ਸਹੂਲਤਾਂ ਦੀ ਮੰਗ ਕਰੀਏ। ਸਰਕਾਰ ਸਹੂਲਤਾਂ ਦੇਣ ਦੇ ਵਿੱਚ ਬਿਲਕੁਲ ਨਾਕਾਮ ਹੈ। ਇਸ ਵਕਤ ਮੱਧ ਵਰਗੀ ਜਿਹੜਾ ਲੋਕ ਨੇ ਬਿਲਕੁਲ ਦੱਬੇ ਜਾ ਰਹੇ ਨੇ, ਕੁਚਲੇ ਜਾ ਰਹੇ ਨੇ ਸਰਕਾਰ ਦੇ ਇਹਨਾਂ ਫੈਸਲਿਆਂ ਦੇ ਖਿਲਾਫ। ਲੋਕਾਂ 'ਚ ਇੰਨਾ ਆਕਰੋਸ਼ ਹੈ, ਤੁਸੀਂ ਥੋੜਾ ਬਾਹਰ ਨਿਕਲ ਕੇ ਦੇਖੋ ਕਿ ਦੁਕਾਨਦਾਰ ਕਿਸ ਤਰ੍ਹਾਂ ਮਰ ਰਹੇ ਨੇ। ਜੋ ਮੱਧ ਵਰਗੀ ਦੁਕਾਨਦਾਰ ਨੇ ਕਿਸ ਤਰ੍ਹਾਂ ਉਹਨਾਂ ਦੀ ਹਾਲਤ ਹੈ। ਉਹਨਾਂ ਨੇ ਕਿਰਾਏ ਦੇਣੇ ਨੇ, ਮੁਲਾਜ਼ਮਾਂ ਦੀ ਤਨਖਾਹਾਂ ਦੇਣੀਆਂ ਨੇ, ਕਿਸ਼ਤਾਂ ਭਰਨੀਆਂ ਨੇ ਉਹਨਾਂ ਦੀ ਕੀ ਹਾਲਤ ਹੈ ਤੁਸੀਂ ਉਹ ਦੇਖੋ। ਕਰੋਨਾ ਨਾਲੋਂ ਵੀ ਜ਼ਿਆਦਾ ਖਤਰਨਾਕ ਉਹ ਹਾਲਤ ਹੈ ਇਸ ਵਕਤ ਉਹਨਾਂ ਦੀ। ਮੈਂ ਨਹੀਂ ਕਹਿੰਦਾ ਕਿ ਸਰਕਾਰ ਲਾਕਡਾਊਨ ਨਾ ਕਰੇ, ਅਸੀਂ ਨਹੀਂ ਕਹਿੰਦੇ ਕਿ ਸਰਕਾਰ ਲਾਕਡਾਊਨ ਨਾ ਕਰੇ, ਬਿਲਕੁਲ ਕਰੇ, ਲੇਕਿਨ ਸਰਕਾਰ ਦੀ ਪਲੈਨਿੰਗ ਇਸ ਵਕਤ ਬਿਲਕੁਲ ਪੰਜਾਬ ਸਰਕਾਰ ਦੀ ਫੇਲਿਅਰ ਨਜ਼ਰ ਆ ਰਹੀ ਹੈ, ਜੋ ਮੇਰਾ ਕਹਿਣਾ ਹੈ ਜੀ। ਸੁਭਾਸ਼ ਸਿੰਗਲਾ ਜੀ। ਕਮਲ ਜੀ, ਸਰਕਾਰ ਲਾਕਡਾਊਨ ਕਰੇ ਵੀ ਨਾ ਔਰ ਸਰਕਾਰ ਦੁਕਾਨਾਂ ਵੀ ਖੁਲਵਾ ਕੇ ਰੱਖੇ, ਕੀ ਤੁਸੀਂ ਕਹਿਣਾ ਕੀ ਚਾਹੁੰਦੇ ਹੈਗੇ ਦੋਹੇ ਗੱਲਾਂ ਚੁੱਪ ਕਰਕੇ? ਸਰ ਪਲੈਨਿੰਗ ਇੱਕੋ ਹੀ ਸਾਂਝ ਤੁਸੀਂ ਦੋ ਗੱਲਾਂ ਕਹਿ ਰਹੇ ਹੈਗੇ ਹੋ। ਸਰ ਮੈਂ ਤੁਹਾਨੂੰ ਹੁਣ ਦੱਸਦਾ ਮੈਂ ਕੀ ਕਹਿਣਾ ਚਾਹੁੰਦਾ। ਮੈਂ ਜੋ ਕਹਿਣਾ ਚਾਹੁੰਦਾ ਕੱਲਾ ਲਾਕਡਾਊਨ ਕਿਉਂ ਕਰਵਾ ਰਹੀ ਹੈ? ਸਰ ਕਿਉਂ ਨਹੀਂ ਕਰ ਰਹੇ ਹੈਗੇ? ਸਰ ਜਦੋਂ ਸੈਂਟਰ ਗਵਰਨਮੈਂਟ ਨੇ ਲਾਕਡਾਊਨ ਲਾਇਆ ਸੀਗਾ, ਸੈਂਟਰ ਗਵਰਨਮੈਂਟ ਤਾਂ ਜਦੋਂ ਲਾਕਡਾਊਨ ਖੋਲਿਆ, ਤੁਹਾਡੇ ਯਾਦ ਹੈ ਕਿਸ ਤਰੀਕੇ ਨਾਲ ਖੋਲਿਆ ਸੀਗਾ? ਤਾਂ ਹਰ ਦੁਕਾਨਦਾਰ ਨੂੰ ਹਫ਼ਤੇ ਵਿੱਚ 2 ਜਾਂ 3 ਦਿਨ ਪ੍ਰੋਵਾਈਡ ਕੀਤੇ ਗਏ ਸੀਗੇ ਕਿ ਤੁਸੀਂ ਇੰਨੇ ਘੰਟੇ 3-3 ਦਿਨ ਦੁਕਾਨ ਖੋਲਣੀ ਹੈ। ਉਹਨਾਂ ਨੂੰ ਸਟੈਪ ਬਾਈ ਸਟੈਪ ਦਿੱਤਾ ਗਿਆ ਸੀਗਾ। ਇੱਥੇ ਤੁਸੀਂ ਇੱਕ ਵਰਗ ਨੂੰ ਕਹਿ ਰਹੇ ਹੋ ਦੁਕਾਨਾਂ ਖੋਲੋ, ਇੱਕ ਵਰਗ ਨੂੰ ਕਹਿ ਰਹੇ ਬਿਲਕੁਲ ਬੰਦ ਰੱਖੋ। ਬਿਲਕੁਲ ਹੀ ਪਲੈਨਿੰਗ ਨਹੀਂ ਹੈ, ਬਿਲਕੁਲ ਵੀ ਪਲੈਨਿੰਗ ਫੇਲ ਹੈ ਇਹਨਾਂ ਦੀ। ਤੇ ਇਹਦਾ ਕੀ ਮਤਲਬ ਹੋਇਆ? ਇੱਕ ਦੁਕਾਨਦਾਰ ਸਰਕਾਰੀ ਮੁਲਾਜ਼ਮਾਂ ਨੂੰ ਜਾਂ ਸਰਕਾਰੀ ਪਲੈਨਰਾਂ ਨੂੰ ਇੱਕ ਲੱਗ ਰਿਹਾ ਕਿ ਇਹ ਦੁਕਾਨਾਂ ਤਾਂ ਜ਼ਰੂਰੀ ਨੇ, ਉਹਨਾਂ ਲਈ ਜ਼ਰੂਰੀ ਨੇ, ਲੋਕਾਂ ਲਈ ਜ਼ਰੂਰੀ ਨੇ, ਜਿਸ ਦੀ ਪੂਰੇ ਪਰਿਵਾਰ ਦੀ ਰੋਜ਼ੀ ਰੋਟੀ ਉਸ ਦੁਕਾਨ ਤੇ ਚੱਲ ਰਹੀ ਹੈ, ਉਹ ਸਰਕਾਰ ਨੂੰ ਨਹੀਂ ਲੱਗ ਰਿਹਾ ਕਿ ਉਹਨਾਂ ਲਈ ਜ਼ਰੂਰੀ ਹੈ। ਤੁਸੀਂ ਉਹ 10 ਦਿਨ ਲਈ 15 ਦਿਨ ਲਈ ਫਰਮਾਨ ਜਾਰੀ ਕਰਤਾ ਕਿ ਦੁਕਾਨਾਂ ਬੰਦ ਰੱਖੋ ਤੁਸੀਂ। ਅੱਛਾ, ਫਿਰ ਜ਼ਰੂਰੀ ਗੈਰ ਜ਼ਰੂਰੀ ਦੀ ਗੱਲ ਤੁਸੀਂ ਕੀ ਪੈਮਾਨਾ ਕੀ ਹੈ ਤੁਹਾਡਾ? ਤੁਹਾਡੇ ਲਈ ਠੇਕੇ ਜ਼ਰੂਰੀ ਨੇ? ਠੇਕੇ ਤੁਹਾਡੇ ਲਈ ਸਿਰਫ ਰੈਵਨਿਊ ਕਰਕੇ ਜ਼ਰੂਰੀ ਨੇ ਜਾਂ ਸਿਰਫ ਇਹ ਹੈ ਵੀ ਲੋਕ ਆਪਣੀ ਟੈਨਸ਼ਨ ਦੂਰ ਕਰ ਲੈਣਗੇ ਪੈਗ ਲਾ ਕੇ? ਦੋ ਗੱਲਾਂ ਨੇ। ਫਿਰ ਦੂਸਰੀ ਗੱਲ ਕਿ ਅਗਰ ਫਰਜ਼ ਕਰੋ ਕੱਪੜੇ ਜ਼ਰੂਰੀ ਨਹੀਂ ਤੁਹਾਡੇ ਲਈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਬਿਨਾਂ ਕੱਪੜਿਆਂ ਤੋਂ ਰਹਿ ਹੀ ਨਹੀਂ ਸਕਦੇ, ਦੱਸੋ ਉਹ ਜ਼ਰੂਰੀ ਨਹੀਂ ਲੋਕਾਂ ਲਈ? ਉਹਨਾਂ ਲਈ ਘੱਟੋ ਘੱਟ ਆਪਾਂ ਨੂੰ ਕੁਝ ਦਿਨ ਤਾਂ ਰਾਖਵੇਂ ਕਰਨੇ ਚਾਹੀਦੇ ਨੇ। ਸਰਕਾਰ ਦੀਆਂ ਪਲੈਨਿੰਗਾਂ ਕਿੱਥੇ ਨੇ? ਪਲੈਨਿੰਗਾਂ ਬਿਲਕੁਲ ਫੇਲਿਅਰ ਨੇ। ਦੋਸਤੋ ਜਿੰਨੇ ਵੀ ਸਾਡੇ ਇਸ ਵਕਤ ਲਾਈਵ ਜੁੜ ਰਹੇ ਨੇ, ਤੁਸੀਂ ਰਾਏ ਦੇ ਸਕਦੇ ਹੋ। ਫੋਨ ਲਾਈਨ ਤੁਹਾਡੇ ਅਸੀਂ ਸਕਰੀਨ ਤੇ ਮੈਂਸ਼ਨ ਕੀਤਾ ਹੈ, 790-24-162 ਨੰਬਰ ਹੈ। ਤੁਸੀਂ ਆਪਣੀ ਕੋਈ ਵੀ ਰਾਏ ਦੇਣੀ ਹੋਵੇ, ਬੇਬਾਕ ਰਾਏ ਹੋਵੇ, ਤੁਹਾਡੇ ਮਨ 'ਚ ਕੋਈ ਵੀ ਗੁਬਾਰ ਹੋਵੇ, ਕੱਢ ਸਕਦੇ ਹੋ ਜੀ। ਸੁਭਾਸ਼ ਸਿੰਗਲਾ ਜੀ ਕੁਝ ਕਹਿਣਾ ਚਾਹਦੇ ਹੋ? ਹੁਣ ਬੋਲਣ ਦਾ ਮੌਕਾ ਦਿਓਗੇ? ਤੁਸੀਂ ਆਪ ਦਾ ਗੁਬਾਰ ਕੱਢਿਆ, ਲੇਕਿਨ ਤੁਸੀਂ ਇੱਕ ਮੌਕਾ ਦਿਓਗੇ? ਮੈਂ ਤੁਹਾਨੂੰ ਕਿਤੇ ਹੀ ਨਹੀਂ ਕਿਹਾ ਕਿ ਹਾਂ ਦੁਕਾਨਾਂ ਜਿਹੜੀਆਂ ਹੈਗੀਆਂ ਬੰਦ ਰੱਖਣੀਆਂ ਚਾਹੀਦੀਆਂ ਜਾਂ ਅੱਧੀਆਂ ਬੰਦ ਰੱਖਣੀਆਂ ਚਾਹੀਦੀਆਂ। ਸਰ ਤੁਸੀਂ ਸਰਕਾਰ ਦਾ ਪੱਖ ਲੈ ਰਹੇ ਸੀ। ਮੈਂ ਬਿਲਕੁਲ ਜਿਹੜੀ ਗੱਲ ਮੈਂ ਕਹਿ ਰਿਹਾ ਹੈਗਾ ਉਹ ਮੈਨੂੰ ਬੋਲਣ ਦਿਓ। ਜਾਂ ਤਾਂ ਤੁਸੀਂ ਲਾਈਨ ਤੇ ਨਾ ਲਿਆ ਕਰੋ, ਜੇ ਲਾਈਨ ਤੇ ਲੈਣੇ ਹੋ ਬੋਲਣ ਦਾ ਮੌਕਾ ਜ਼ਰੂਰ ਦਿਆ ਕਰੋ। ਸਰ ਕਿੰਨਾ ਦੇ ਰਿਹਾ ਕਰੋ? ਸਰ ਮੈਂ ਤੁਹਾਡੇ ਜਵਾਬ ਤੇ ਹੀ ਸਵਾਲ ਕਰ ਰਿਹਾ ਸੀਗਾ। ਤੁਸੀਂ ਗੱਲ ਨੂੰ ਕਲੀਅਰ ਹੀ ਨਹੀਂ ਕਰਨ ਦੇ ਰਹੇ ਹੈਗੇ। ਚਲੋ ਹੁਣ ਤੁਸੀਂ ਜੋ ਬੋਲਣਾ, ਤੁਸੀਂ ਗੱਲ ਨੂੰ ਮੇਰੇ ਮੂੰਹ ਦੇ ਵਿੱਚ ਆਪਦੇ ਸ਼ਬਦ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਨਹੀਂ ਸਰ, ਮੇਰੇ ਸ਼ਬਦ ਮੈਂ ਇਹ ਗੱਲ ਸਰ ਮੇਰੇ ਸ਼ਬਦ ਮੇਰੇ ਮੂੰਹ 'ਚ ਨੇ, ਤੁਹਾਡੇ ਸ਼ਬਦ। ਜੀ
ਇੱਕ ਮਿੰਟ ਮੈਨੂੰ ਬੋਲਣ ਦਿਓ। ਜੇ ਮੈਂ ਇਹ ਗੱਲ ਅੱਜ ਤੋਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਕਿ ਜਿਹੜਾ ਇੱਕ ਸਟਰੀਟ ਕਾਰਨਰ ਦੁਕਾਨਦਾਰ ਹੈਗਾ ਉਹ ਪਿਸ ਰਿਹਾ ਇਸ ਵੇਲੇ, ਜਿਹੜਾ ਇੱਕ ਬੰਦਾ ਗਰੀਬ ਦੁਕਾਨਦਾਰ ਹੈਗਾ ਉਹ ਪਿਸ ਰਿਹਾ ਹੈਗਾ। ਮੈਂ ਇਹ ਗੱਲ ਨਹੀਂ ਕਹਿੰਦਾ ਕਿ ਉਹਨਾਂ ਦੀ ਦੁਕਾਨਾਂ ਬੰਦ ਕਰੋ, ਮੈਂ ਕਹਿੰਦਾ ਸਿਰਫ ਉਹਨੂੰ ਡਿਸਪਲਿਨਡ ਕਰ ਦਿਓ। ਡਿਸਪਲਿਨ ਇੰਨਾ ਕਰ ਦਿਓ ਜਿੱਦਾਂ ਸੁਭਾਸ਼ ਜੀ ਨੇ ਕਿਹਾ, ਬਿਲਕੁਲ ਸਹੀ ਗੱਲ ਕਹੀ ਹੈ ਕਿ ਇੱਕ ਦੁਕਾਨ ਦੇ ਵਿੱਚ 4 ਤੋਂ ਵੱਧ ਕਸਟਮਰ ਨਾ ਹੋਣ, ਜਾਂ ਜੇ ਦੁਕਾਨ ਦੇ ਬਾਹਰ ਵੀ ਖੜਦੇ ਆ ਤਾਂ ਰਾਉਂਡ ਜ਼ੋਨ ਕਿ ਹਾਂ ਇੰਨੇ ਬੰਦੇ ਡਿਸਪਲਿਨ ਨਾਲ ਗੈਪ ਬਣਾ ਕੇ ਖੜੇ ਹੋਣਗੇ। ਮੈਂ ਇਹ ਇਕਨੋਮੀ ਸਭ ਤੋਂ ਜ਼ਰੂਰੀ ਹੈ, ਸਟੇਟ ਦੀ ਇਕਨੋਮੀ ਆਂਦੀ ਹੈਗੀ ਆ, ਉਹਦੇ ਨਾਲ ਇੰਡੀਵਿਜੂਅਲ ਦੀ ਇਕਨੋਮੀ ਉਹ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਆ। ਲੇਕਿਨ ਤੁਸੀਂ ਇਹ ਉੱਚਾ ਬੋਲ ਕੇ ਜੇ ਆਪਦੀ ਗੱਲ ਨੂੰ ਉੱਤੇ ਰੱਖਣਾ ਚਾਹੁੰਦੇ ਹੋ, ਸਰਕਾਰ ਕਰ ਕਿਹਦੇ ਵਾਸਤੇ ਕਰ ਰਹੀ ਹੈ? ਸਰਕਾਰ ਤੁਹਾਡੇ ਵਾਸਤੇ ਕਰ ਰਹੀ ਹੈ। ਬੁਲਾਡੇ ਤੁਸੀਂ ਕੀ ਸਮਝਦੇ ਹੋ ਕਿੰਨੀਆਂ ਡੈਥ ਹੋ ਰਹੀਆਂ ਹੈਗੀਆਂ ਐਵਰੇਜ ਦੇ ਵਿੱਚ ਹਰ ਰੋਜ਼? ਮੁਹਾਲੀ ਦੇ ਵਿੱਚ ਇਸ ਵੇਲੇ ਪਰਸੋਂ ਦਾ ਆંકੜਾ ਸੀ ਕਿ 1000 ਬੰਦਾ ਇਨਫੈਕਟਡ ਆ ਗਿਆ ਹੈਗਾ, ਤਾਂ ਕੀ ਸਰਕਾਰ ਚੁੱਪ ਕਰਕੇ ਤਮਾਸ਼ਾ ਦੇਖਦੀ ਰਹੇ? ਜਿਸ ਦਾ ਮਰ ਜਾਂਦਾ ਹੈਗਾ ਉਹਨੂੰ ਪੁੱਛ ਕੇ ਦੇਖੋ ਕਿ ਹਾਂ ਡਿਸਪਲਿਨ ਕੀ ਹੁੰਦਾ। ਡਿਸਪਲਿਨ ਸੀ ਆਪ ਕਿਉਂ ਨਹੀਂ ਮੇਨਟੇਨ ਕਰਦੇ? ਤੁਸੀਂ ਬਾਜ਼ਾਰ ਚ ਨਿਕਲ ਜਾਓ, ਇਸ ਵੇਲੇ ਵੀ ਤੁਹਾਨੂੰ ਬਿਨਾਂ ਮਾਸਕ ਦੇ ਮੈਂ ਬੰਦੇ ਦਿਖਾਣਾ ਹੈਗਾ। ਕਿਉਂ ਲੋਕ ਸਮਾਜ ਦੇ ਨਾਲ ਖੇਡ ਰਹੇ ਹੈਗੇ ਆ? ਉਹ ਕੈਰੀਅਰਸ ਵੀ ਹੋ ਸਕਦੇ ਹੈਗੇ ਆ ਕੋਵਿਡ ਦੇ। ਇੱਕ ਬੰਦਾ ਜਿਹਦਾ ਕੋਈ ਕਸੂਰ ਨਹੀਂ ਉਹ ਕੋਲ ਦੀ ਜਾਂਦਾ ਬੇਸ਼ੱਕ ਇਨਫੈਕਟ ਹੋ ਜੇ। ਕਿੰਨੀ ਪੁਲਿਸ ਆਏਗੀ? ਪੁਲਿਸ ਦੀ ਕਿੰਨੀ ਨਫਰੀ ਹੈ ਤੁਹਾਡੇ ਬੁਲਾਡੇ ਥਾਣੇ ਦੇ ਵਿੱਚ? ਕਿੰਨੀ ਕੁ ਪੁਲਿਸ ਆਏਗੀ ਤੁਹਾਨੂੰ ਘਰ ਘਰ ਨਿੱਕੇ ਇੱਕ ਬੰਦੇ ਨੂੰ ਕੰਟਰੋਲ ਕਰੇਗੀ ਆ ਕੇ? ਇਹ ਸਾਨੂੰ ਆਪ ਨੂੰ ਜਾਗਰੂਕਤਾ ਚਾਹੀਦੀ ਹੈ ਕਿ ਅਸੀਂ ਆਪ ਡਿਸਪਲਿਨ ਬਣਾ ਕੇ ਚੱਲੀਏ। ਕਿਉਂ ਸਰਕਾਰ ਅਸੀਂ ਕੋਈ ਗਧੇ ਹੈਗੇ ਵੀ ਡੰਡੇ ਨਾਲ ਸਾਡੇ ਉੱਤੇ ਚਲਾਉਣਗੇ? ਸਰ ਹੁਣ ਤੁਹਾਡੀ ਗੱਲ ਦਾ ਮੈਂ ਜਵਾਬ ਦਿਆਂ। ਤੁਸੀਂ ਕਿਹਾ ਕਿ ਰੈਵਨਿਊ ਦੀ ਗੱਲ ਕੀਤੀ ਕਿ ਸਰਕਾਰ ਨੂੰ ਰੈਵਨਿਊ ਹੋਏਗਾ ਤਾਂ ਹੀ ਸਹੂਲਤਾਂ। ਕੀ ਇਹ ਦੱਸੋ, ਸਰਕਾਰ ਦੇ ਰੈਵਨਿਊ ਦੀ ਚਿੰਤਾ ਸਰਕਾਰ ਨੂੰ ਹੈਗੀ ਹੈ, ਠੀਕ ਹੈ, ਤੇ ਲੋਕਾਂ ਦੀ ਰੈਵਨਿਊ ਦੀ ਚਿੰਤਾ ਉਹ ਕੌਣ ਕਰੇਗਾ? ਉਹ ਕੌਣ ਕਰੇਗਾ? ਲੋਕਾਂ ਦੇ ਰੈਵਨਿਊ ਦੀ ਚਿੰਤਾ ਕੌਣ ਕਰੇਗਾ ਸਰ? ਆਪਣਾ ਕਮਲ ਜੀ, ਇਟ ਵਾਸ ਨਾਟ ਦਾ ਕੰਟਰੋਵਰਸ਼ੀਅਲ ਪੁਆਇੰਟ। ਕੰਟਰੋਵਰਸੀ ਇਸ ਗੱਲ ਤੇ ਤਾਂ ਹੈ ਹੀ ਨਹੀਂ ਵੀ ਲੋਕਾਂ ਨੂੰ ਦੁਕਾਨਾਂ ਇਹ ਕਹਿ ਦੇਣ ਵੀ 3 ਘੰਟੇ ਖੁੱਲਦੀਆਂ ਹੈਗੀਆਂ, ਇਹ ਕਹਿ ਦੇਣ ਵੀ ਇੱਕ ਵਾਰੀ ਚ ਇਦੋਂ ਜ਼ਿਆਦਾ ਕਸਟਮਰ ਨਹੀਂ ਆਣੇ ਚਾਹੀਦੇ ਹੈਗੇ, ਜਾਂ ਇਹ ਕਹਿ ਦੇਣ ਕਿ ਜਿੱਥੇ ਡਿਸਟੈਂਸ ਵਾਇਲੇਟ ਹੁੰਦਾ ਹੈਗਾ ਉਹਨੂੰ ਸਟ੍ਰਿਕਟਲੀ ਹੈਂਡਲ ਕਰੋ। ਸਰ ਇਹੀ ਤਾਂ ਕਹਿ ਨਹੀਂ ਰਹੇ, ਇਹੀ ਤਾਂ ਪਲੈਨਿੰਗ ਦੀ ਘਾਟ ਹੈ। ਹੋਰ ਗੱਲ ਕੀ ਕਰ ਰਹੇ ਆਪਾਂ? ਕਮਲ ਜੀ ਮੈਂ ਵੀ ਤਾਂ ਇਹੀ ਗੱਲ ਕਹਿ ਰਿਹਾ ਹੈਗਾ, ਮੈਂ ਇਹੀ ਗੱਲ ਕਹਿਣਾ ਹੈਗਾ ਕਿ ਤੁਸੀਂ ਗੱਲ ਪਹਿਲਾਂ ਸੋਚ ਲਈ। ਮੈਂ ਕਹਿੰਦੀ ਉਹਨੂੰ ਕਹਿ ਰਹੇ ਹੋ ਸਾਹਮਣੇ ਵਾਲੀ ਮੇਰੀ ਗੱਲ ਤਾਂ ਸੁਣੋ। ਮੈਂ ਤਾਂ ਕਿਤੇ ਗੱਲ ਕਹੀ ਨਹੀਂ ਕਿ ਹਰੇਕ ਦੁਕਾਨ ਬੰਦ ਹੋਣੀ ਚਾਹੀਦੀ ਆ। ਮੈਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦਾ ਜਿਹੜਾ ਹੈਗਾ ਮੈਂ ਉਸ ਚੱਲ ਰਿਹਾ ਹੈਗਾ, ਫੇਵਰ 'ਚ ਜਾ ਰਿਹਾ ਹੈਗਾ ਵੀ ਆਮ ਜਿਹੜਾ ਛੋਟਾ ਦੁਕਾਨਦਾਰ ਉਹਨੂੰ ਪ੍ਰੋਟੈਕਟ ਕਰੋ। ਜਿਸ ਦਿਨ ਤੁਸੀਂ ਕਹਿ ਰਹੇ ਸੀ ਕਿ ਹਾਂ ਛੋਟੇ ਦੁਕਾਨਦਾਰ ਨੂੰ ਮਜ਼ਦੂਰ ਨੂੰ ਫਿਰ ਵੀ ਮਿਲ ਜਾਏਗਾ, ਤੁਹਾਡਾ ਜਿੱਥੇ ਇਹ ਸੀ ਕਿ ਛੋਟੇ ਮਜ਼ਦੂਰ ਨੂੰ ਮਿਲ ਜਾਏਗਾ ਵੀ ਚੱਲ ਰਿਹਾ ਜੋ ਵਿਚਲਾ ਦਰਜਾ ਹੈਗਾ ਉਹ ਨੁਕਸਾਨ ਚਾਹੁੰਦਾ ਹੈਗਾ। ਮੈਂ ਵੀ ਇਹੀ ਗੱਲ ਕਹਿਣਾ ਹੈਗਾ, ਵਿਚਲਾ ਕੀ ਹਰੇਕ ਦਰਜਾ ਨੁਕਸਾਨ ਚਾਹੁੰਦਾ ਹੈਗਾ। ਕੁੱਲ ਮਿਲਾ ਕੇ ਮਜ਼ਦੂਰੀ ਨਹੀਂ ਮਿਲਦੀ ਗਏ ਨੂੰ ਉਹ ਵੀ ਨੁਕਸਾਨ ਚਾਹੁੰਦਾ ਹੈ, ਇੱਕ ਛੋਟਾ ਦੁਕਾਨਦਾਰ ਹੈਗਾ ਉਹ ਵੀ ਨੁਕਸਾਨ 'ਚ ਹੈਗਾ। ਵੱਡੇ ਦੁਕਾਨਦਾਰ ਦੀ ਜੇ ਗੱਲ ਕਰਦੇ ਆ, ਜੇ ਇੱਕ ਛੋਟੇ ਦੁਕਾਨਦਾਰ ਦਾ ਖਰਚਾ 1000 ਰੁਪਏ ਦਾ ਰੋਜ਼ ਦਾ ਤਾਂ ਮਾਲ ਵਾਲੇ ਦਾ 20000 ਰੁਪਏ ਰੋਜ਼ ਦਾ ਖਰਚਾ ਹੈ। ਨੁਕਸਾਨ ਤਾਂ ਹਰੇਕ ਨੂੰ ਹੋ ਰਿਹਾ। ਲੇਕਿਨ ਸਵਾਲ ਹੈ ਕਿ ਉਹਨੂੰ ਸਿਸਟਮ ਜਿਹੜਾ ਹੈ, ਟੋਟਲ ਲਾਕਡਾਊਨ ਦਾ ਸਿਸਟਮ ਜਿਹੜਾ ਹੈ ਗਲਤ ਹੋ ਸਕਦਾ ਹੈਗਾ। ਉਹਦੀਆਂ ਦੂਜੀਆਂ ਆਪਸ਼ਨਸ ਅਡਾਪਟ ਕੀਤੀਆਂ ਜਾਣ ਜਿਸ ਨਾਲ ਕਿ ਇਕਨੋਮੀ ਜਿਹੜੀ ਹੈਗੀ ਆ ਉਹ ਵੀ ਬਣੀ ਰਹੇ, ਐਜ਼ ਵੈਲ ਐਜ਼ ਜੋ ਹੈ ਡਿਸਪਲਿਨ ਹੋ ਕੇ ਡਿਸਟੈਂਸ ਔਰ ਇਹਦੇ ਕੰਟਰੋਲ ਵੀ ਹੋ ਜੇ। ਜੀ ਤਾਂ ਸੁਭਾਸ਼ ਸਿੰਗਲਾ ਜੀ, ਇਹ ਗੱਲ ਮੈਂ ਕਹਿ ਰਿਹਾ ਹੈਗਾ। ਸੁਭਾਸ਼ ਸਿੰਗਲਾ ਜੀ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ? ਕਮਲ ਜੀ ਇਸ਼ੂ ਨੇ ਦੋ। ਇੱਕ ਇਸ਼ੂ ਤੇ ਇਹ ਹੈ ਜਿਹੜਾ ਤੁਸੀਂ ਡਿਸਕਸ ਕਰ ਰਹੇ ਹੋ ਕਿ ਕੀ ਸਰਕਾਰ ਦੀਆਂ ਪਾਲਿਸੀਜ਼ ਵਧੀਆ ਨੇ ਜਾਂ ਘਟੀਆ ਨੇ ਜਾਂ ਮਿਸਮੈਨੇਜ ਹੋ ਰਹੀਆਂ ਨੇ। ਮੈਂ ਕਹਿੰਦਾ ਇਹ ਸਾਰੀ ਇਸ ਆਪਦਾ ਨੂੰ ਦੋ ਹਿੱਸਿਆਂ ਦੇ ਵਿੱਚ ਅਗਰ ਵੰਡਿਆ ਜਾਵੇ, ਇੱਕ ਤੇ ਇਹ ਹੈ ਕਿ ਜੋ ਫੈਲ ਚੁੱਕੀ ਬਿਮਾਰੀ ਉਹਦੀ ਕੰਟਰੋਲ ਕਿਵੇਂ ਹੋਵੇ ਤਾਂ ਕਿ ਇਹ ਅੱਗੇ ਹੋਰ ਨਾ ਫੈਲੇ। ਸੈਕੰਡ ਇਹ ਹੈ ਕਿ ਕਈ ਪਾਬੰਦੀਆਂ ਜਿਹੜੀਆਂ ਸਰਕਾਰ ਲਾ ਰਹੀ ਹੈ ਉਹ ਜਾਇਜ਼ ਨੇ ਜਾਂ ਨਜਾਇਜ਼ ਨੇ, ਜਾਂ ਇਹਨਾਂ ਦੇ ਫੈਸਲੇ ਕਿਸ ਤਰ੍ਹਾਂ ਦੇ ਨੇ। ਜਿੱਥੋਂ ਤੱਕ ਸਵਾਲ ਹੈ ਇਹਨੂੰ ਫੈਲੀ ਹੋਈ ਬਿਮਾਰੀ ਦਾ ਕੰਟਰੋਲ, ਉਹਦੀ ਮੈਂ ਨਹੀਂ ਸਮਝਦਾ ਵੀ ਪੰਜਾਬ ਦੇ ਵਿੱਚ ਕੋਈ ਟੈਸਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਅਸੀਂ ਇੱਥੇ ਜ਼ੀਰਕਪੁਰ ਦੇ ਵਿੱਚ ਦੇਖਦੇ ਹਾਂ, ਚੰਡੀਗੜ੍ਹ, ਇੱਥੇ ਜਿੰਨੀ ਟੈਸਟਿੰਗ ਹੋ ਰਹੀ ਹੈ ਆਪਣੇ ਬੁਢਲਾਡੇ ਦੇ ਏਰੀਏ ਦੇ ਵਿੱਚ ਉਨੀ ਟੈਸਟਿੰਗ ਨਹੀਂ ਹੋ ਰਹੀ। ਜੋ ਪਬਲਿਕ ਦੇ ਨੁਮਾਇੰਦੇ ਨੇ, ਜੋ ਰਿਪਰੈਜ਼ੈਂਟੇਟਿਵਸ ਨੇ ਪੋਲੀਟੀਕਲ ਪਾਰਟੀਆਂ ਦੇ, ਉਹਨਾਂ ਦੀ ਡਿਊਟੀ ਲੱਗੇ, NGOs ਦੀ ਡਿਊਟੀ ਲੱਗੇ, ਐਸੋਸੀਏਸ਼ਨ ਵਪਾਰਕ ਅਦਾਰੇ ਨੇ ਉਹਨਾਂ ਦੀ ਡਿਊਟੀ ਲੱਗੇ ਕਿ ਇਸ ਤਰ੍ਹਾਂ ਪਹਿਲਾਂ ਤਾਂ ਟੈਸਟਿੰਗ ਹੋਵੇ, ਫਿਰ ਉਹਨਾਂ ਦੀ ਵੈਕਸੀਨੇਸ਼ਨ ਹੋਵੇ ਪ੍ਰੋਪਰ। ਸਰਕਾਰ ਪਹਿਲਾਂ ਤਾਂ ਇਸ ਗੱਲ ਵੱਲ ਧਿਆਨ ਦੇਵੇ ਕਿ ਇਹਨੂੰ ਪ੍ਰੋਪਰਲੀ ਕਿਵੇਂ ਹਾਈਲਾਈਟ ਕੀਤਾ ਜਾਵੇ, ਲੋਕਾਂ ਤੱਕ ਪਹੁੰਚੇ ਗੱਲ ਕਿ ਅਸੀਂ ਟੈਸਟਿੰਗ ਇੰਨੀ ਕਰ ਰਹੇ ਹਾਂ। ਇੱਕ ਸ਼ਹਿਰ ਦੇ ਵਿੱਚ ਇੱਕ ਏਰੀਏ ਨੂੰ, ਇੱਕ ਵਾਰਡ ਨੂੰ ਉਹਦੇ ਛੋਟੇ ਛੋਟੇ ਜ਼ੋਨ ਬਣਾਏ ਜਾਣ, ਉਹਦੇ ਵਿੱਚ ਟੈਸਟਿੰਗ ਹੋਵੇ। ਪਹਿਲਾਂ ਤਾਂ ਟੈਸਟਿੰਗ ਹੋਣ ਤੋਂ ਬਾਅਦ ਜਿਹੜੇ ਪੋਜ਼ਿਟਿਵ ਆ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਹੋਵੇ, ਉਹਨਾਂ ਨੂੰ ਕੀ ਮੁਹੱਈਆ ਕਰਵਾਉਣਾ ਸਰਕਾਰ ਨੇ। ਔਰ ਤੀਸਰੀ ਉਸ ਤੋਂ ਬਾਅਦ ਗੱਲ ਹੁੰਦੀ ਹੈ ਇਹਦੇ ਫੈਲਣ ਦਾ। ਜਿਹੜਾ ਫੈਲਣ ਦਾ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਦੁਕਾਨਦਾਰਾਂ ਦੇ ਉੱਤੇ, ਮੈਂ ਪਹਿਲਾਂ ਵੀ ਇਹੀ ਬੇਨਤੀ ਕੀਤੀ ਸੀ
ਉਹਨੂੰ ਪਾਬੰਦੀਆਂ ਨੂੰ ਲਗਾਉਣਾ ਵੀ ਅਗਰ ਹੈਗਾ, ਉਹਦੇ ਕੁਝ ਤਰੀਕੇ ਨੇ। ਦੁਕਾਨਾਂ ਨੂੰ ਬੰਦ ਕਰਵਾ ਕੇ ਕੋਈ ਤਰੀਕਾ ਨਹੀਂ ਹੁੰਦਾ। ਇੱਕ ਇਕਨੋਮੀ ਨੂੰ ਆਪਣੀ ਨੂੰ ਸੈੱਟ ਰੱਖਣ ਵਾਸਤੇ, ਦੂਸਰੇ ਦੀ ਇੰਡੀਵਿਜੂਅਲ ਇਕਨੋਮੀ ਆਪਾਂ ਖਤਮ ਕਰ ਰਹੇ ਹਾਂ, ਸਰਕਾਰ ਦੀ ਇਕਨੋਮੀ ਨੂੰ ਆਪਾਂ ਸੈੱਟ ਰੱਖ ਰਹੇ ਹਾਂ ਠੇਕੇ ਖੋਲ ਕੇ। ਇਹ ਕੋਈ ਵਧੀਆ ਪਾਲਿਸੀ ਨਹੀਂ ਹੈਗੀ। ਇਹਨੂੰ ਲਾਗੂ ਕਰਨ ਵਾਸਤੇ, ਜਿਸ ਤਰ੍ਹਾਂ ਅਰੋੜਾ ਜੀ ਨੇ ਵੀ ਕਿਹਾ, ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ, ਦੁਕਾਨਾਂ ਦੇ ਉੱਤੇ ਗਿਣਤੀ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ, ਫਾਲਤੂ ਘੁੰਮਦੇ ਫਿਰਦੇ ਲੋਕਾਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ, ਔਰ ਦੁਕਾਨਾਂ ਔਡ ਈਵਨ ਲੈਵਲ ਤੇ ਖੁੱਲ੍ਹ ਸਕਦੀਆਂ ਨੇ। ਜਿੱਥੋਂ ਤੱਕ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੇ, ਜ਼ਰੂਰੀ ਵਸਤਾਂ ਅੱਜ ਇੱਕ ਪੇਟ ਪਾਲਣ ਵਾਸਤੇ ਜੇ ਸਾਨੂੰ ਰੋਟੀ ਦੀ ਜ਼ਰੂਰਤ ਹੈ ਤਾਂ ਮੈਨੂੰ ਇੱਕ ਦੱਸੋ, ਮੈਨੂੰ ਰੋਟੀ ਤੋਂ ਪਹਿਲਾਂ ਮੇਰੇ ਘਰੇ ਇੱਕ ਪਾਈਪ ਲੀਕ ਕਰ ਗਈ, ਮੇਰੇ ਘਰ ਦੇ ਵਿੱਚ ਟੈਂਕੀ ਦੇ ਵਿੱਚੋਂ ਸਾਰਾ ਪਾਣੀ ਘਰ ਦੇ ਵਿੱਚ ਭਰ ਰਿਹਾ ਹੈ, ਉਸ ਟਾਈਮ ਤੇ ਮੈਨੂੰ ਰੋਟੀ ਦੀ ਜ਼ਰੂਰਤ ਹੈ ਕਿ ਘਰ ਦੇ ਵਿੱਚੋਂ ਪਾਣੀ ਨੂੰ ਪਲੱਗ ਕਰਨਾ ਪਹਿਲਾਂ ਜ਼ਰੂਰਤ ਹੈ। ਪਲੰਬਰ ਮੈਨੂੰ ਮਿਲ ਨਹੀਂ ਰਿਹਾ, ਸੈਨੇਟਰੀ ਦੀਆਂ ਦੁਕਾਨਾਂ ਬੰਦ ਕਰਤੀਆਂ ਸਰਕਾਰ ਨੇ, ਦੱਸੋ ਮੈਂ ਕੀ ਕਰੂੰਗਾ? ਮੇਰੇ ਘਰ ਦੇ ਵਿੱਚ ਸਾਰੇ 'ਚ ਪਾਣੀ ਭਰ ਗਿਆ, ਮੇਰੇ ਘਰ ਦੇ ਵਿੱਚ ਕਰੰਟ ਆ ਗਿਆ, ਸਰਕਾਰ ਨੇ ਬਿਜਲੀ ਦੀਆਂ ਦੁਕਾਨਾਂ ਬੰਦ ਕਰਤੀਆਂ, ਇਲੈਕਟ੍ਰੀਸ਼ੀਅਨ ਮੈਨੂੰ ਮਿਲ ਨਹੀਂ ਰਿਹਾ। ਹੁਣ ਦੱਸੋ ਵੀ ਮੇਰੇ ਵਾਸਤੇ ਜ਼ਰੂਰੀ ਵਸਤ ਪਹਿਲਾਂ ਰੋਟੀ ਖਾਣੀ ਬਣੀ ਕਿ ਪਹਿਲਾਂ ਬਿਜਲੀ ਦਾ ਕਰੰਟ ਬੰਦ ਕਰਵਾਉਣਾ ਘਰੇ ਬਣਿਆ, ਜਿਹਦੇ ਨਾਲ ਮੇਰੇ ਬੱਚਿਆਂ ਨੂੰ ਸਾਰਿਆਂ ਨੂੰ ਖਤਰਾ ਹੋ ਗਿਆ। ਦੁਕਾਨ ਕਿਸੇ ਚੀਜ਼ ਦੀ ਜ਼ਰੂਰਤ ਹੈ, ਜੋ ਦੁਕਾਨਾਂ ਨੇ ਹਰ ਚੀਜ਼ ਜ਼ਰੂਰਤ ਹੋਈਆਂ ਨੇ, ਕੋਈ ਗੈਰ ਜ਼ਰੂਰੀ ਦੁਕਾਨਾਂ ਨਹੀਂ। ਲਗਜ਼ਰੀ ਦੀਆਂ ਦੁਕਾਨਾਂ ਦਾ ਸਿਰਫ ਉਹ ਹੁੰਦੀਆਂ, ਜੇ ਆਪਾਂ ਕਹੀਏ ਜਿਸ ਤਰ੍ਹਾਂ ਸ਼ਰਾਬ ਦੇ ਠੇਕੇ ਖੋਲ੍ਹੇ ਨੇ, ਇਹ ਕਹਿ ਸਕਦੇ ਹਾਂ। ਕੋਈ ਮੋਬਾਈਲ ਦੀਆਂ ਦੁਕਾਨਾਂ ਨੇ, ਮੋਬਾਈਲ ਦਾ ਰੀਚਾਰਜਿੰਗ ਖੁੱਲ੍ਹਾ ਹੋਵੇ, ਨਵੇਂ ਮੋਬਾਈਲ ਦੀ ਸੇਲ ਦੀਆਂ ਦੁਕਾਨਾਂ ਨੇ, ਕੋਈ ਟੈਲੀਵਿਜ਼ਨ ਨੇ, ਇਲੈਕਟ੍ਰੋਨਿਕਸ ਦਾ ਸਮਾਨ ਹੈ। ਕੁਝ ਦੁਕਾਨਾਂ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਜਿਨ੍ਹਾਂ ਦੇ ਉੱਤੇ ਕੁਝ ਸਰਕਾਰ ਘੱਟ ਟਾਈਮ ਦੇਵੇ, ਉਹਨਾਂ ਨੂੰ ਵੀਕਲੀ 2 ਦਿਨ ਦੇ ਦੇ ਵੀ ਤੁਸੀਂ 2 ਦਿਨ ਖੋਲੋਗੇ, ਪਰ ਉਹਨਾਂ ਨੂੰ ਵੀ ਤਾਂ ਮਿਲਣਾ ਚਾਹੀਦਾ, ਉਹਨਾਂ ਨੇ ਆਪਣੇ ਬੱਚੇ ਤਾਂ ਪਾਲਣੇ ਨੇ। ਕੁਝ ਦੁਕਾਨਾਂ ਸਰਕਾਰ ਕਹਿੰਦੀ ਹੈ ਸਿਰਫ ਰਾਸ਼ਨ ਤੇ ਮੈਡੀਕਲ ਨੂੰ ਪ੍ਰਾਇੋਰਟੀ ਦੇ ਉੱਤੇ ਰੱਖਿਆ ਜਾਂਦਾ ਹੈ। ਰਾਸ਼ਨ ਤੇ ਮੈਡੀਕਲ ਤੋਂ ਬਿਨਾਂ ਕੀ ਦੂਜੀਆਂ ਦੁਕਾਨਾਂ ਜ਼ਰੂਰੀ ਨਹੀਂ ਹੈਗੀਆਂ? ਮੈਨੂੰ ਇੱਕ ਦੱਸੇ, ਕੋਈ ਅੱਜ ਕਿਸੇ ਆਫੀਸਰ ਦੇ, ਕਿਸੇ ਲੀਡਰ ਦੇ, ਕਿਸੇ ਮੰਤਰੀ ਦੇ ਘਰੇ ਅੱਜ ਬਿਜਲੀ ਦਾ ਕਨੈਕਸ਼ਨ, ਲਾਈਟ ਉਹਦੀ ਫੇਲ ਹੋ ਜੇ ਘਰ ਦੇ ਅੰਦਰ, ਹੁਣ ਦੱਸੋ ਉਹਨੂੰ ਰੋਟੀ ਪਹਿਲਾਂ ਚੰਗੀ ਲੱਗੂਗੀ ਕਿ ਘਰ ਦੇ ਵਿੱਚ ਪਹਿਲਾਂ ਲਾਈਟ ਨੂੰ ਚਾਲੂ ਕਰਾਉਣਾ ਜ਼ਰੂਰੀ ਲੱਗੇਗਾ? ਇਲੈਕਟ੍ਰੀਸ਼ੀਅਨ ਨਹੀਂ ਮਿਲੇਗਾ, ਇਲੈਕਟ੍ਰੀਕਲ ਦਾ ਸਮਾਨ ਨਹੀਂ ਮਿਲੇਗਾ, ਸਰਕਾਰ ਨੇ ਤਾਂ ਪਾਬੰਦੀ ਲਗਾਤੀ। ਮੰਤਰੀ ਦੇ ਘਰੇ ਤਾਂ, ਐਮਐਲਏ ਦੇ ਘਰੇ ਤਾਂ ਚਲਾ ਜਾਊਗਾ, ਅਫਸਰ ਦੇ ਘਰੇ, ਆਈਐਸ ਅਫਸਰ ਦੇ ਘਰੇ ਤਾਂ ਬੁਲਾ ਲੈਣਗੇ ਉਹ। ਦੱਸੋ ਤੁਸੀਂ ਮੈਂ ਕਿੱਥੋਂ ਬੁਲਾਵਾਂਗੇ ਜੀ? ਸਰਕਾਰ ਨੇ ਇਹ ਚੀਜ਼ ਉਹ ਕੀਤੇ ਨੇ। ਮੈਂ ਤੁਹਾਨੂੰ ਜੋ ਸੁਝਾਅ ਦਿੱਤਾ ਹੈ, ਇਹ ਸਰਕਾਰ ਇਹਨੂੰ ਲਾਗੂ ਕਰਕੇ ਵੇਖੇ ਵੀ ਸਰਕਾਰ ਬੇਮਤਲਬ ਦੇ ਜਿੰਨੇ ਲੋਕ ਤੁਰੇ ਫਿਰਦੇ ਨੇ ਇਹਨਾਂ ਤੇ ਸਖਤੀ ਨਾਲ ਲਾਗੂ ਹੋਵੇ। ਦੁਕਾਨਾਂ ਦੇ ਉੱਤੇ ਕਸਟਮਰ ਦੀ ਗਿਣਤੀ ਦੀ ਪਾਬੰਦੀ ਹੋਵੇ ਵੀ ਤੁਹਾਡੀ ਦੁਕਾਨ ਦੇ ਉੱਤੇ 5 ਤੋਂ ਵੱਧ ਕਸਟਮਰ ਐਟ ਏ ਟਾਈਮ ਨਹੀਂ ਹੋਣੇ ਚਾਹੀਦੇ। ਅਗਰ ਵੱਧ ਹੁੰਦੇ ਨੇ, ਦੁਕਾਨਦਾਰ ਦਾ ਮੋਟਾ ਚਲਾਨ ਕੱਟੋ, ਉਹਨਾਂ 5 ਬੰਦਿਆਂ ਦਾ ਕੱਟੋ, ਤਾਂ ਕਿ 5 ਬੰਦੇ ਵੀ ਇੰਨੇ ਵਿਜੀਲੈਂਟ ਰਹਿਣ, 6ਵੇਂ ਨੂੰ ਦੁਕਾਨ 'ਚ ਨਾ ਵੜਨ ਦੇਣ, ਔਰ ਜੋ ਬਾਹਰ ਖੜੇ ਨੇ ਰਾਉਂਡ ਸਰਕਲ ਲਗਾ ਕੇ ਵੇਟਿੰਗ ਦੇ ਵਿੱਚ ਖੜਨ। ਠੇਕੇ ਦੇ ਬਾਹਰ ਕਰਵਾ ਕੇ ਦੇਖੋ, ਨੂੰ ਪਤਾ ਲੱਗ ਜੂਗਾ ਨਹੀਂ ਸੇਲ ਕਿੰਨੀ ਰਹਿ ਗਈ ਜੀ। ਠੇਕੇ ਦੇ ਬਾਹਰ ਅਰੋੜਾ ਜੀ ਨੇ ਤਾਂ ਕਿਹਾ ਨਾ, ਠੇਕਿਆਂ ਦੇ ਕਿਹੜੀ ਭੀੜ ਹੁੰਦੀ ਹੈ। ਅਰੋੜਾ ਜੀ, ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜੂਗਾ, ਤੁਸੀਂ ਮਤਲਬ ਤੁਸੀਂ ਬਿਲੀਵ ਨਹੀਂ ਕਰਨਾ ਵੀ ਇਹ ਠੇਕੇ ਦੀ ਹੈ ਕਿ ਕਿਸੇ ਮੇਲੇ ਦੀ ਹੈ। 200 ਬੰਦਾ, 300 ਬੰਦਾ, ਸਾਡੇ ਇੱਥੇ ਪੜੋਸ ਦੇ ਵਿੱਚ 2 ਠੇਕੇ ਨੇ, 300 ਬੰਦਾ ਤਾਂ 200 ਬੰਦਾ ਸ਼ਰਾਬ ਖਰੀਦ ਰਿਹਾ, ਜਿਸ ਤਰ੍ਹਾਂ ਭੰਡਾਰੇ ਦੇ ਵਿੱਚ ਕੋਈ ਲੰਗਰ ਵਟ ਰਿਹਾ ਹੋਵੇ, ਔਰ 200-300 ਬੰਦਾ ਸੜਕ ਤੇ ਬੈਠਾ ਉੱਥੇ ਪੀ ਰਿਹਾ ਦਾਰੂ। ਉਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਜੀ, ਉਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ। ਤੁਹਾਡੇ ਮੇਰੇ ਵਰਗੇ ਤੇ ਸੜਕ ਤੇ ਜਾਂਦੇ ਤੇ ਪਾਬੰਦੀ ਹੈ, ਤੁਹਾਡੀਆਂ ਦੁਕਾਨਾਂ ਖੋਲ੍ਹਣ ਤੇ ਪਾਬੰਦੀ ਹੈ, ਸਾਡੀਆਂ ਦੁਕਾਨਾਂ ਖੋਲ੍ਹਣ ਤੇ ਪਾਬੰਦੀ। ਸਰਕਾਰ ਦੀ ਪਾਲਿਸੀ ਕੋਈ ਵਧੀਆ ਨਹੀਂ ਹੈਗੀ। ਮੈਂ ਪਹਿਲਾਂ ਵੀ ਜੋ ਗੱਲ ਕਹੀ ਸੀ ਉਹਨੂੰ ਦੁਬਾਰਾ ਰਿਪੀਟ ਕਰਦਾ ਕਿ ਆਈਏਐਸ ਅਫਸਰ ਸਰਕਾਰ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੇ ਫੈਸਲੇ ਲੈ ਲੈਂਦੇ ਨੇ। ਉਹ ਡਾਇਰੈਕਟ ਦੇਖਦੇ ਨੇ, ਡਾਇਰੈਕਟ ਉਹ ਕਹਿੰਦੇ ਨੇ ਰੱਬ ਨੇੜੇ ਕਿ ਕਿਸਨੂੰ ਨੇੜੇ। ਇਹਨਾਂ ਨੇ ਕਿਸਨੂੰ ਦੇਖਿਆ ਵੀ ਸ਼ਰਾਬ ਦਾ ਹੈਗਾ ਕਿਸਨੂੰ, ਡਾਇਰੈਕਟ ਸਾਨੂੰ ਲਾਸ ਹੋ ਰਿਹਾ। ਰੱਬ ਨੂੰ ਨਹੀਂ ਦੇਖਿਆ ਵੀ ਰੱਬ ਨੇੜੇ ਹੈ। ਲੋਕਾਂ ਦੀ ਇਕਨੋਮੀ ਅਗਰ ਲੋਕ ਫੇਲ ਹੋ ਗਏ, ਇੰਡੀਵਿਜੂਅਲ ਇਕਨੋਮੀ ਅਗਰ ਮੇਰੀ ਫੇਲ ਹੋ ਗਈ, ਮੈਂ ਸਰਕਾਰ ਵਾਸਤੇ ਕਿੱਥੋਂ ਸਰਕਾਰ ਨੂੰ ਕੀ ਪੇ ਕਰਾਂਗਾ? ਪਹਿਲਾਂ ਮੈਨੂੰ ਆਪਣੇ ਬੱਚੇ ਪਿਆਰੇ ਨੇ ਕਿ ਮੈਨੂੰ ਸਰਕਾਰ ਨੂੰ ਟੈਕਸ ਦੇਣਾ ਪਿਆਰਾ ਹੈ। ਮੈਨੂੰ ਟੈਕਸ ਚੋਰੀ ਸਰਕਾਰ ਸਿਖਾਊਗੀ। ਜਦੋਂ ਮੇਰੀਆਂ ਦੁਕਾਨਾਂ ਖੁੱਲਣਗੀਆਂ, ਮੈਂ ਨਹੀਂ ਮਤਲਬ ਕਿ ਸਰਕਾਰ ਨੂੰ ਟੈਕਸ ਭਰਨ ਨੂੰ ਤਿਆਰ ਹੋਵਾਂਗਾ ਜਲਦੀ। ਨੈਚੁਰਲੀ ਮੇਰੀ ਸੋਚ ਇਹ ਹੋਏਗੀ, ਮੇਰਾ ਜਿੰਨਾ ਲਾਸ ਹੋਇਆ, ਮੇਰੇ ਮੁਲਾਜ਼ਮ ਮੈਥੋਂ ਸੈਲਰੀਆਂ ਮੰਗ ਰਹੇ ਨੇ, ਮੇਰਾ ਦੁਕਾਨਦਾਰ ਮੈਥੋਂ ਕਿਰਾਇਆ ਮੰਗ ਰਿਹਾ, ਬੈਂਕ ਮੈਥੋਂ ਕਿਸ਼ਤ ਮੰਗ ਰਿਹਾ। ਮੈਨੂੰ ਇੱਕ ਦੱਸੋ, ਸਰਕਾਰ ਨੇ ਕੋਈ ਰਿਟਰਨ ਭਰਨੀ ਹੈ, ਕੋਈ ਟੈਕਸ ਭਰਨਾ ਹੈ, ਉਹਦੀ ਡੇਟ ਐਕਸਟੈਂਡ ਕੀਤੀ ਹੈ? ਕਦੇ ਵੀ ਤੁਸੀਂ ਨੋਟ ਕਰਿਓ, ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਦੇਖੋ, ਸਰਕਾਰ ਡੇਟ ਐਕਸਟੈਂਡ ਕਰਦੀ ਹੈ। ਕੋਈ ਛੋਟ ਦਿੱਤੀ ਉਹਦੇ ਵਿੱਚ? ਕੋਈ ਛੋਟ ਨਹੀਂ ਮਿਲਦੀ ਵੀ ਤੁਸੀਂ ਆ 2 ਮਹੀਨਿਆਂ ਦਾ ਕੋਈ ਟੈਕਸ ਨਹੀਂ ਭਰਨਾ। ਜਿਹੜੀ ਸੇਲ ਹੋਈ ਹੈ ਤੁਹਾਨੂੰ ਇਹ ਟੈਕਸ ਫ੍ਰੀ ਸੇਲ ਹੈ। ਕੋਈ ਸਰਕਾਰ ਨੇ ਕਿਹਾ ਵੀ 2 ਮਹੀਨਿਆਂ ਦਾ ਜਿਹੜੇ ਸਰਕਾਰੀ ਪ੍ਰਾਪਰਟੀਆਂ ਜਿਹੜੀਆਂ ਕਿਰਾਏ ਤੇ ਨੇ, ਵੀ ਸਰਕਾਰ ਨੇ ਕਿਹਾ ਹੋਵੇ ਤੁਹਾਨੂੰ ਇਹਦਾ ਰੈਂਟ ਮਾਫ ਹੈ 2 ਮਹੀਨਿਆਂ ਦਾ, 3 ਮਹੀਨਿਆਂ ਦਾ ਜਿਹੜਾ ਅਸੀਂ ਲੋਕਡਾਊਨ ਲਗਾਇਆ। ਸਰਕਾਰ ਆਪਦਾ ਹਰ ਚੀਜ਼ ਮੰਗ ਰਹੀ ਹੈ। ਸਿਰਫ ਕੀ ਕਰਦੀ ਹੈ? ਅੱਖਾਂ ਪੂੰਝਣ ਵਾਸਤੇ ਛੋਟੇ ਦੁਕਾਨਦਾਰ ਦੀਆਂ ਤੁਹਾਡੀ 10 ਦਿਨ ਵਾਸਤੇ ਇਹ ਰਿਟਰਨ ਲੇਟ ਕਰਤੀ, ਤੁਹਾਡਾ 10 ਦਿਨ ਵਾਸਤੇ ਕਿਸ਼ਤ ਲੇਟ ਕਰਤੀ। ਇਹਦੇ ਨਾਲ ਕੀ ਫਰਕ ਪਿਆ? ਪੈਸਾ ਤਾਂ ਸਾਨੂੰ ਪੇ ਕਰਨਾ ਪਿਆ ਹੀ ਪਿਆ ਨਾ। ਸਰਕਾਰ ਨੇ ਜੋ, ਮੈਂ ਫੇਰ ਰਿਪੀਟ ਕਰੂੰਗਾ ਇਹ ਗੱਲ, ਬਾਰ-ਬਾਰ ਰਿਪੀਟ ਕਰੂੰਗੀ ਕਿ ਸਰਕਾਰ ਦੀਆਂ ਪਾਲਿਸੀਆਂ ਬੇਸ਼ੱਕ ਹਾਲਾਤ ਨੂੰ ਵੇਖ ਕੇ ਚੇਂਜ ਕਰਨੀਆਂ ਪੈਂਦੀਆਂ ਨੇ, ਉਹ ਕਰਨੀਆਂ ਪੈਣਗੀਆਂ ਵੀ। ਉਹ ਕੋਈ ਗਲਤ ਨਹੀਂ ਅਗਰ ਚੇਂਜ ਕਰਦੇ ਨੇ, ਪ੍ਰੋਪਰਲੀ ਕਨਵੇ ਹੋਣ ਔਰ ਪਾਲਿਸੀਜ਼ ਉਹ ਹੋਣ ਜਿਹੜੀਆਂ ਆਮ ਛੋਟਾ ਬੰਦਾ, ਛੋਟਾ ਦੁਕਾਨਦਾਰ, ਛੋਟਾ ਕੋਈ ਸ਼ਹਿਰ ਦਾ ਛੋਟਾ ਵਸਨੀਕ
ਜੋ ਮੀਡੀਓਕਰਸ ਨੇ ਜਾਂ ਲੋਅਰ ਕੈਟਾਗਰੀ ਦੇ ਵਿੱਚ ਬੈਠੇ ਲੋਕ ਨੇ ਉਹ ਨਾ ਮਰਨ। ਵੱਡੇ ਨੂੰ ਕੋਈ ਫਰਕ ਨਹੀਂ ਪੈਂਦਾ, ਵੱਡਾ ਕਿਸੇ ਤੋਂ ਵੱਡੇ ਨੂੰ ਤਾਂ ਸਰਕਾਰ ਨੇ ਦੇ ਦੇਣੇ, ਸਰਕਾਰ ਦੇ ਗਲ 'ਚ ਅੰਗੂਠਾ ਦੇ ਕੇ ਉਹ ਤਾਂ ਆਪਣੇ ਮਾਫ ਕਰਵਾ ਲੈਣੇ ਉਹਨਾਂ ਨੇ ਵਿਆਜ। ਔਰ ਜਿਹੜੇ ਛੋਟੇ ਨੇ, ਛੋਟੇ ਨੂੰ ਸਰਕਾਰ ਦੇਈ ਜਾਂਦੀ ਹੈ, NGOs ਦੇਈ ਜਾਂਦੀਆਂ ਜੀ। ਲੇਬਰ ਕਲਾਸਾਂ ਨੂੰ ਤੁਸੀਂ ਦੇਖਿਆ ਹੋਊਗਾ 6-6 ਮਹੀਨਿਆਂ ਦੇ ਰਾਸ਼ਨ ਪਿੱਛੇ NGOs ਨੇ ਇਹਨਾਂ ਦੇ ਘਰਾਂ 'ਚ ਭਰਤੇ, ਸਰਕਾਰ ਨੇ ਭਰਤੇ। ਔਰ ਜਿਹੜਾ ਮੀਡੀਓਕਰ ਬੈਠਾ ਹੈ, ਇਹ ਛੋਟਾ ਦੁਕਾਨਦਾਰ ਜਿਹੜਾ ਆਪਣੀਆਂ ਮੰਡੀਆਂ ਦੇ ਵਿੱਚ ਹੈ, ਇਹ ਮੀਡੀਅਮ ਕੈਟਾਗਰੀ ਦੇ ਨੇ। ਅਸੀਂ ਲੋਕ ਉਹਨਾਂ ਚਾਹੁੰਦੇ ਹਾਂ ਮੀਡੀਅਮ ਕੈਟਾਗਰੀ ਦੇ ਵਿੱਚ। ਸਾਨੇ ਨਾ ਸਾਨੂੰ ਸਰਕਾਰ ਦਿੰਦੀ ਹੈ, ਨਾ ਅਸੀਂ ਲੋਕਾਂ ਵੱਲ ਹੱਥ ਛੱਡ ਸਕਦੇ ਹਾਂ। ਦੱਸੋ ਅਸੀਂ ਜਾਵਾਂਗੇ ਕਿੱਥੇ? ਜੀ ਬਿਲਕੁਲ ਬਿਲਕੁਲ। ਸਾਡੇ ਬੱਚੇ ਮਰਨਗੇ, ਸਰਕਾਰ ਨੂੰ ਬਦਦੁਆ ਵੀ ਦੇਣਗੇ, ਉਹ ਅਫਸਰਾਂ ਨੂੰ ਵੀ ਦੇਣਗੇ ਬਦਦੁਆ, ਜਿਨ੍ਹਾਂ ਨੇ ਬੈਠ ਕੇ ਪਾਲਿਸੀਆਂ ਬਣਾਈਆਂ। ਜੀ ਸਿੰਗਲਾ ਜੀ, ਜੀ ਸਿੰਗਲਾ ਜੀ, ਜੀ ਚੇਂਜ ਕਰੇ, ਚੇਂਜ ਆਪਦੀਆਂ ਪਾਲਿਸੀਜ਼ ਨੂੰ ਕਰਦੀ ਹੈ, ਨੋ ਡਾਊਟ ਕਰਨੀਆਂ ਪੈਂਦੀਆਂ ਨੇ, ਇਹ ਕਰਨਾ ਪੈਂਦਾ। ਸਾਨੂੰ ਵੀ ਘਰ ਦੇ ਵਿੱਚ ਇੱਕ ਵਾਰੀ ਚੇਂਜ ਕਰਨੀ ਪੈਂਦੀ ਹੈ। ਇੱਕ ਸਬਜ਼ੀ ਬਣਾਈ ਹੈ, ਸਾਡਾ ਇੱਕ ਬੱਚਾ ਨਹੀਂ ਖਾਂਦਾ, ਅਸੀਂ ਉਹਨੂੰ ਚੇਂਜ ਕਰਕੇ ਨਾਲ ਦੀਆਂ ਚੇਂਜ ਕਰਦੇ ਹਾਂ। 4-5 ਮੈਂਬਰਾਂ ਦੀ ਫੈਮਿਲੀ ਦੇ ਵਿੱਚ ਵੀ ਸਾਨੂੰ ਚੇਂਜ ਕਰਨਾ ਪੈਂਦਾ। ਅਸੀਂ ਉਹਨੂੰ ਕਹਿੰਦੇ ਬੱਚਾ ਕੋਈ ਗੱਲ ਨਹੀਂ, ਤੈਨੂੰ ਅਸੀਂ ਚਟਨੀ ਕੁੱਟ ਕੇ ਦਿੰਦੇ ਹਾਂ, ਤੈਨੂੰ ਮਲਾਈ ਨਾਲ ਖਾ ਲੈ, ਮੱਖਣ ਨਾਲ ਖਾ ਲੈ, ਉਹ ਪਰੌਂਠਾ ਬਣਾ ਦਿੰਦੇ, ਉਹਦੇ ਕਰਦੇ ਵੀ ਨਹੀਂ ਸਬਜ਼ੀ ਖਾਂਦਾ ਜੀ। ਪਰ ਅਸੀਂ ਆਲਟਰਨੇਟਿਵ ਤਾਂ ਕੱਢਦੇ ਹਾਂ। ਸਿੰਗਲਾ ਜੀ, ਜੀ ਸਿੰਗਲਾ ਜੀ, ਮੈਂ ਤੁਹਾਨੂੰ ਇੱਕ ਮਿੰਟ ਲਈ ਤੁਹਾਨੂੰ ਰੋਕਣਾ ਚਾਹੂੰਗਾ। ਤਾਂ ਦੋਸਤੋ, ਮੇਰੇ ਨਾਲ ਸੁਭਾਸ਼ ਸਿੰਗਲਾ ਜੀ, ਬੁਢਲਾਡਾ ਨਗਰ ਕੌਂਸਲ ਦੇ ਸਾਬਕਾ ਪ੍ਰੈਜ਼ੀਡੈਂਟ, ਔਰ ਐਡਵੋਕੇਟ PK ਅਰੋੜਾ ਜੀ ਔਰ ਵਿਸ਼ਾਲ ਅਸ਼ੀਸ਼ ਜੁੜੇ ਨੇ। ਆਪਾਂ ਇਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ। ਤਾਂ ਸਾਡੇ ਨਾਲ ਸੁਭਾਸ਼ ਸਿੰਗਲਾ ਜੀ ਫਿਰ ਜੁੜ ਚੁੱਕੇ ਨੇ। ਸੁਭਾਸ਼ ਜੀ, ਤੁਸੀਂ ਗੱਲ ਕਰ ਰਹੇ ਸੀਗੇ, ਉਸ ਗੱਲ ਨੂੰ ਆਪਾਂ ਅੱਗੇ ਵਧਾਉਂਦੇ ਹਾਂਗੇ ਕਿ ਸਰਕਾਰ ਦੀਆਂ ਜਿਹੜੀਆਂ ਪਲੈਨਿੰਗਾਂ ਨੇ ਉਹ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ। ਤਾਂ ਹੋਰ ਕੀ ਕਹਿਣਾ ਚਾਹੋਗੇ ਉਸ ਵਿਸ਼ੇ 'ਤੇ? ਸਰ, ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਸਰਕਾਰ ਨੂੰ ਹਰੇਕ ਬੰਦੇ ਦਾ ਇੰਟਰਸਟ ਵੇਖ ਕੇ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ। ਔਰ ਉਹ ਪਾਲਿਸੀਜ਼ ਹੋਣ ਜੋ ਵਾਈਬਲ ਹੋਣ, ਇੰਪਲੀਮੈਂਟ ਹੋਣ ਦੇ ਕਾਬਲ ਹੋਣ। ਉਹ ਚੀਜ਼ਾਂ ਨਾ ਹੋਣ ਕਿ ਇੱਕ ਨੂੰ ਬਚਾਈਏ ਤੇ ਦੂਸਰੇ ਨੂੰ ਮਾਰੀਏ ਜੀ। ਸਰਕਾਰ ਆਪਣਾ ਰੈਵਨਿਊ ਨਾ ਵੇਖੇ, ਇੰਡੀਵਿਜੂਅਲ ਰੈਵਨਿਊ ਵੀ ਵੇਖੇ। ਲੋਕਾਂ, ਛੋਟੇ ਦੁਕਾਨਦਾਰਾਂ ਬਾਰੇ ਵੀ ਸੋਚੇ, ਛੋਟੇ ਦੁਕਾਨਦਾਰ ਵਾਸਤੇ ਵੀ ਵੇਖੇ। ਜੋ ਛੋਟੇ ਲੋਕ ਸ਼ਹਿਰਾਂ ਦੇ ਵਿੱਚ, ਮੰਡੀਆਂ ਦੇ ਵਿੱਚ, ਪਿੰਡਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਬਾਰੇ ਵੀ ਸੋਚ ਕੇ ਚੱਲੇ ਕਿ ਇਹਨਾਂ ਦਾ ਕੀ ਹੋਏਗਾ। ਉਹਨਾਂ ਦੇ ਬੱਚਿਆਂ ਬਾਰੇ ਵੀ ਦੇਖੇ। ਬਿਮਾਰੀ ਨੂੰ ਫੈਲਣ ਤੋਂ ਵੀ ਰੋਕਣਾ ਜਿੱਥੇ ਸਰਕਾਰ ਦਾ ਟਾਰਗੇਟ, ਉਹਦੇ ਨਾਲ ਲੋਕਾਂ ਨੂੰ ਵੀ ਮੈਂ ਨਾਲ ਇਹ ਅਪੀਲ ਕਰੂੰਗਾ ਕਿ ਲੋਕਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ। ਇਹਨੂੰ ਇੰਨਾ ਲਾਈਟਲੀ ਨਾ ਲਓ, ਬਿਮਾਰੀ ਬਹੁਤ ਭਿਆਨਕ ਹੈ। ਲੋਕ ਅਗਰ ਸਹਿਯੋਗ ਨਹੀਂ ਕਰਨਗੇ, ਇਕੱਲੀ ਸਰਕਾਰ ਵੀ ਕੀ ਕਰੂਗੀ? ਸਰਕਾਰ ਨੇ ਜੋ ਆਪਣੇ ਵੱਲੋਂ ਕਰਨਾ ਹੈ, ਸਰਕਾਰ ਬੈਸਟ ਚੀਜ਼ਾਂ ਪ੍ਰੋਵਾਈਡ ਕਰਵਾ ਰਹੀ ਹੈ, ਮੈਡੀਸਨ ਪ੍ਰੋਵਾਈਡ ਕਰਾ ਰਹੀ ਹੈ, ਵੈਕਸੀਨੇਸ਼ਨ ਕਰਵਾ ਰਹੀ ਹੈ, ਡਾਕਟਰ, ਹਸਪੀਟਲ, ਜੋ ਚੀਜ਼ਾਂ ਸਰਕਾਰ ਦੇ ਵਸ 'ਚ ਨੇ ਕਰਵਾ ਰਹੀ ਹੈ। ਕਈ ਚੀਜ਼ਾਂ ਤੇ ਸਰਕਾਰ ਠੀਕ ਹੈ, ਨਹੀਂ ਮਿਸ ਪਲਾਨ ਹੋ ਜਾਂਦੀਆਂ, ਪਰੰਤੂ ਪਲੈਨਿੰਗ ਤੇ ਲੱਗੀ ਹੋਈ ਹੈ ਸਰਕਾਰ ਜੀ। ਮੈਂ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਨੂੰ ਜੋ ਪਾਲਿਸੀਜ਼ ਬਣਾਉਣੀ ਹੈ, ਸਰਕਾਰ ਸੋਚ ਸਮਝ ਕੇ ਬਣਾਵੇ, ਏਦਾਂ ਨਾ ਕਰੇ। ਉਹਨੂੰ ਪਹਿਲਾਂ ਹੀ ਸੋਚੇ ਕੀ ਕਰਨਾ ਕੀ ਨਹੀਂ ਕਰਨਾ, ਤਾਂ ਕਿ ਲੋਕ ਪਿਸਣ ਨਾ, ਲੋਕ ਕੋਆਪਰੇਟ ਕਰਨ, ਖੁਸ਼ ਹੋ ਕੇ ਕੋਆਪਰੇਟ ਕਰਨ ਜੀ। ਜੀ ਜੀ ਜੀ। ਇੱਕ ਕਾਨੂੰਨ ਹੁੰਦਾ ਲੋਕਾਂ ਦੇ ਉੱਤੇ ਥੋਪਿਆ ਜਾਂਦਾ, ਇੱਕ ਕਾਨੂੰਨ ਹੁੰਦਾ ਲੋਕਾਂ ਨੂੰ ਮਤਲਬ ਕਿ ਐਗਰੀ ਕਰਕੇ ਨਾਲ ਚਲਾਇਆ ਜਾਂਦਾ ਹੈ। ਅਗਰ ਅਸੀਂ ਇਸ ਤਰ੍ਹਾਂ ਦਾ ਰੱਖਾਂਗੇ ਕਿ ਦੁਕਾਨਾਂ ਆਲਟਰਨੇਟਿਵ ਡੇਜ਼ ਦੇ ਵਿੱਚ ਖੁੱਲ੍ਹਣ, ਕੋਈ ਔਡ ਈਵਨ ਲੈਵਲ ਤੇ ਖੁੱਲ੍ਹਣ, ਦੁਕਾਨਾਂ ਦੀ ਟਾਈਮਿੰਗਸ ਘਟਾ ਦਿਓ, ਦੁਕਾਨਾਂ ਦੇ ਉੱਤੇ ਗੈਦਰਿੰਗ ਘਟਾ ਦਿਓ, ਕੁਛ ਇਸ ਤਰ੍ਹਾਂ ਦੇ ਹੱਲ ਸਰਕਾਰ ਨੂੰ ਸੋਚਣੇ ਚਾਹੀਦੇ ਨੇ, ਨਾ ਕਿ ਬਿਲਕੁਲ ਹੀ ਬੰਦ ਕਰ ਦਿਓ। ਬੰਦ ਕਰਕੇ ਦੇ ਵਿੱਚ ਲੋਕ ਖਾਣਗੇ ਕਿੱਥੋਂ? ਫਿਰ ਅਖੀਰ ਦੇ ਵਿੱਚੋਂ ਜਿਸ ਤਰ੍ਹਾਂ ਰਿਸ਼ੀ ਜੀ ਨੇ ਕਿਹਾ ਹੈਗਾ ਕਿ ਲੋਕਾਂ ਦੇ ਵਿੱਚ ਬਗਾਵਤ ਪੈਦਾ ਹੁੰਦੀ ਹੈ। ਕੱਲ੍ਹ ਇੱਥੇ ਬਰਨਾਲੇ ਦੇ ਵਿੱਚ ਹੋਈ, ਜ਼ੀਰਕਪੁਰ ਦੇ ਵਿੱਚ ਹੋਈ, ਵੱਡੇ ਮਾਲ ਜਾ ਕੇ ਲੋਕਾਂ ਨੇ ਇੱਥੇ ਘੇਰ ਲਏ। ਮਾਲ ਸਾਰੇ ਖੁੱਲ੍ਹੇ ਪਏ ਨੇ, ਮਾਲ ਨੂੰ ਇਜਾਜ਼ਤ ਹੈ, ਜਿਹਦੇ ਵਿੱਚ ਕੱਪੜਾ ਵੀ ਵਿਕ ਰਿਹਾ, ਜੁੱਤੇ ਵੀ ਵਿਕ ਰਿਹਾ, ਇਲੈਕਟ੍ਰੋਨਿਕਸ ਵੀ ਵਿਕ ਰਹੀ ਹੈ, ਘੜੀਆਂ ਵੀ ਵਿਕ ਰਹੀਆਂ, ਭਾਂਡੇ ਵੀ ਵਿਕ ਰਹੇ ਨੇ, ਉਹਦੇ ਵਿੱਚ ਗਰੋਸਰੀ ਵਿਕ ਰਹੀ ਹੈ, ਸਾਰਾ ਕੁਝ ਵਿਕ ਰਿਹਾ। ਔਰ ਛੋਟੇ ਦੁਕਾਨਦਾਰ ਮਾਰਤੇ, ਉੱਥੇ ਬੰਦ ਕਰਤੇ, ਲੋਕਾਂ ਨੇ ਜਾ ਕੇ ਬੰਦ ਕਰਵਾਏ ਉਹ ਜੀ। ਇਹ ਨਾ ਸਰਕਾਰ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾ ਕਰੇ ਨਾ ਜਿਹਦੇ ਵਿੱਚ ਲੋਕਾਂ ਨੂੰ ਇਹ ਰਿਜ਼ੈਂਟਮੈਂਟ ਹੋਵੇ, ਲੋਕਾਂ ਨੂੰ ਰਾਦਰ ਇਸ ਤਰ੍ਹਾਂ ਦਾ ਹੋਵੇ, ਲੋਕਾਂ ਨੂੰ ਕੋਆਪਰੇਸ਼ਨ ਲੱਗੇ ਕਿ ਸਰਕਾਰ ਸਾਡੇ ਵਾਸਤੇ ਕਰ ਰਹੀ ਹੈ। ਸਰਕਾਰ ਠੀਕ ਹੈ, ਲੋਕਾਂ ਵਾਸਤੇ ਰਹੀ ਹੈ, ਪਰ ਕੁਝ ਮਿਸਪਲਾਨ ਹੋ ਜਾਂਦਾ, ਕੁਝ ਅਫਸਰਾਂ ਦੇ ਫੈਸਲੇ ਗਲਤ ਹੋਣ, ਉਹਨੂੰ ਅਮੈਂਡ ਕਰ ਲਓ ਜੀ। ਤਾਂ PK ਅਰੋੜਾ ਸਾਹਿਬ, ਮੈਂ ਜਾਣਨਾ ਚਾਹੂੰਗਾ ਔਰ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਵੀ ਚਾਹੂੰਗਾ ਕਿ ਜਿਸ ਤਰ੍ਹਾਂ ਸਰਕਾਰ ਨੇ ਫੈਸਲੇ ਕੀਤੇ ਨੇ ਕਿ ਫਲਾਂ ਦੁਕਾਨਾਂ ਖੁੱਲ੍ਹਣਗੀਆਂ, ਫਲਾਂ ਨਹੀਂ ਖੁੱਲ੍ਹਣਗੀਆਂ, ਤਾਂ ਮੈਂ ਅੱਜ ਹੀ ਜੋ ਹੈ ਮਾਰਕੀਟ ਦਾ ਦੌਰਾ ਕੀਤਾ, ਔਰ ਅੱਜ ਵੀ, ਔਰ ਜੋ ਪਹਿਲਾ ਦਿਨ ਜਿਹੜਾ ਸੀਗਾ ਲੋਕਡਾਊਨ ਦਾ ਸਰਕਾਰ ਨੇ ਜਿਸ ਦਿਨ ਇਹ ਲਾਇਆ, ਜਿਸ ਨੂੰ ਕਿ ਅਕਸਰ ਮੀਡੀਆ ਨੇ ਵੀ ਹੋਰ ਲੋਕਾਂ ਨੇ ਵੀ ਲੰਗੜਾ ਲਾਕਡਾਊਨ ਕਿਹਾ, ਤਾਂ ਉਸ ਦਿਨ ਵੀ ਇੰਨੀ ਜ਼ਿਆਦਾ ਮਾਰਕੀਟ ਦੇ ਵਿੱਚ ਭੀੜ ਸੀ ਕਿ ਰੂਟੀਨ ਨਾਲੋਂ ਵੀ ਜ਼ਿਆਦਾ ਸੀ। ਅਤੇ ਅੱਜ ਵੀ ਮੈਂ ਮਾਰਕੀਟ ਦਾ ਖੁਦ ਵੀ ਦੌਰਾ ਕੀਤਾ, ਮਾਰਕੀਟ ਦੇ ਵਿੱਚ ਤਕਰੀਬਨ ਓਨੀ ਹੀ ਭੀੜ ਹੈ ਜਿੰਨੀ ਕਿ ਰੂਟੀਨ ਦੇ ਵਿੱਚ ਹੁੰਦੀ ਹੈ। ਤਾਂ ਉਹ ਦੁਕਾਨਾਂ ਬੰਦ ਕਰਨ ਨਾਲ ਜਿਹੜੀਆਂ ਸਰਕਾਰ ਗੈਰ ਜ਼ਰੂਰੀ ਕਹਿ ਰਹੀ ਹੈ, ਬਾਜ਼ਾਰ ਦੀ ਭੀੜ 'ਤੇ ਕੋਈ ਬਹੁਤਾ ਅਸਰ ਨਹੀਂ ਪੈ ਰਿਹਾ। ਕੀ ਕਹਿਣਾ ਚਾਹੋਗੇ ਐਡਵੋਕੇਟ PK ਅਰੋੜਾ ਜੀ? ਦੇਖੋ, ਮੈਂ ਫਿਰ ਕਮਲ ਜੀ ਉਹੀ ਗੱਲ ਕਹਾਂਗਾ ਕਿ ਜਿੱਥੇ ਆਪਾਂ ਸਰਕਾਰਾਂ ਤੋਂ ਉਮੀਦਾਂ ਕਰਦੇ ਹਾਂ, ਆਪਣੀ ਉਮੀਦ ਬਿਲਕੁਲ ਸਹੀ ਹੈ। ਸਰਕਾਰ ਦੀ ਜ਼ਿੰਮੇਵਾਰੀ ਬਹੁਤ ਬੜੀ ਹੁੰਦੀ ਹੈ ਜੀ। ਜਿੱਥੇ ਕਿਤੇ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜੇ
ਆਪਾਂ ਨੂੰ 1 ਸਾਲ ਮਿਲਿਆ ਔਰ ਆਪਾਂ ਆਕਸੀਜਨ ਗੈਸ ਦੀ ਲੌਜਿਸਟਿਕ ਦੇ ਉੱਤੇ ਜ਼ੋਰ ਨਹੀਂ ਦਿੱਤਾ, ਸਰਕਾਰ ਉਹਦੇ ਵਾਸਤੇ ਜ਼ਿੰਮੇਵਾਰ ਹੈ। ਉੱਥੇ ਮੈਂ ਇਹ ਗੱਲ ਵੀ ਕਹਿਣਾ ਹੈ ਕਿ ਜਿੰਨੀ ਸਰਕਾਰ ਜ਼ਿੰਮੇਵਾਰ ਹੈ ਕਮਲ ਜੀ, ਆਪਾਂ ਵੀ ਜ਼ਿੰਮੇਵਾਰ ਹਾਂ, ਆਪਣੀਆਂ ਵੀ ਜ਼ਿੰਮੇਵਾਰੀਆਂ ਹਨ। ਜੇ ਲਾਕਡਾਊਨ ਲੱਗਦਾ ਹੈ, ਲਾਕਡਾਊਨ ਲਗਾਉਣ ਦੇ ਵਿੱਚ ਸਰਕਾਰ ਨੂੰ ਵੀ ਕੋਈ ਬੈਨੀਫਿਟ ਨਹੀਂ ਹੈ ਜੀ, ਸਰਕਾਰ ਨੂੰ ਵੀ ਰੈਵਨਿਊ ਦਾ ਲਾਸ ਹੋਏਗਾ, ਸਰਕਾਰ ਨੂੰ ਵੀ ਪਤਾ ਹੈ ਕਿ ਆਰਥਿਕਤਾ ਹਿਲ ਰਹੀ ਹੈ। ਮੈਂ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੀ ਬੜੀ ਪੁਰਾਣੀ ਜਿਹੜੀ ਪਹਿਲੀ ਸਟੇਟਮੈਂਟ ਆਈ ਸੀ, ਉਹਨਾਂ ਨੇ ਇਹ ਗੱਲ ਕਹੀ ਸੀ, ਸਿੰਗਲਾ ਜੀ ਸ਼ਾਇਦ ਤੁਹਾਡੇ ਯਾਦ ਹੋਵੇ, ਕਿ ਜੋ ਲਾਕਡਾਊਨ ਹੈ ਇਹ ਅਰਥ ਵਿਵਸਥਾ ਨੂੰ 6 ਮਹੀਨੇ ਪਿੱਛੇ ਲੈ ਜਾਂਦਾ ਹੈਗਾ, ਤਾਂ ਲਾਕਡਾਊਨ ਨਹੀਂ ਲਗਾਇਆ ਜਾਏਗਾ। ਲੇਕਿਨ ਜੇ ਉਦੋਂ ਬਾਅਦ ਹਾਲਾਤ ਏਦਾਂ ਬਦਲੇ ਕਿ ਇਨਫੈਕਸ਼ਨ ਇੰਨੀ ਜ਼ਿਆਦਾ ਵਧਣੀ ਸ਼ੁਰੂ ਹੋ ਗਈ, ਕੇਸਿਸ ਇੰਨੇ ਜ਼ਿਆਦਾ ਪੋਜ਼ਿਟਿਵ ਆਉਣੇ ਸ਼ੁਰੂ ਹੋ ਗਏ, ਤਾਂ ਫਿਰ ਉੱਥੇ ਸਰਕਾਰ ਕੀ ਕਰੇਗੀ? ਔਰ ਹੁਣ ਉਹੀ ਗੱਲ ਹੈ ਕਿ ਸਰਕਾਰ ਇੱਕ ਘਰ ਦੇ ਅੱਗੇ ਇੱਕ ਬੰਦੇ ਨਾਲ ਤਾਂ ਪੁਲਿਸ ਦਾ ਬੰਦਾ ਨਹੀਂ ਖੜਾ ਕਰ ਸਕਦੀ ਹੈਗੀ। ਤਾਂ ਉੱਥੇ ਆਪਾਂ ਨੇ ਜੇ ਇਨਫੈਕਸ਼ਨ ਘਟਾਣੀ ਹੈ, ਆਪਾਂ ਜਿਸ ਘਰ ਦਾ ਬਾਪ ਚਲਾ ਗਿਆ, ਜਿਸ ਘਰ ਦਾ ਭਰਾ ਚਲਾ ਗਿਆ, ਜਿਸ ਘਰ ਦੀ ਮਾਂ ਚਲੀ ਗਈ, ਉਹਨਾਂ ਨੂੰ ਕਦੇ ਵਾਪਸ ਨਹੀਂ ਆਏਗਾ। ਉਸਨੂੰ ਪੁੱਛ ਕੇ ਦੇਖੋ ਦੁਕਾਨਾਂ ਖੁੱਲੀਆਂ ਜਾਂ ਬੰਦ ਦੇ ਵਿੱਚ ਕੀ ਫਰਕ ਹੈਗਾ, ਠੀਕ ਹੈ ਨਾ। ਲੇਕਿਨ ਜੇ ਇੱਕ ਬੰਦਾ ਕੋਈ ਇਨਡਿਸਿਪਲਿਨ ਕ੍ਰੀਏਟ ਕਰਕੇ ਇੱਕ ਇਨੋਸੈਂਟ ਬੰਦੇ ਨੂੰ ਇਨਫੈਕਸ਼ਨ ਦੇ ਕੇ ਜਾ ਰਿਹਾ ਹੈ, ਤਾਂ ਉਹਨੂੰ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਉਹਨੂੰ ਰੋਕੀਏ, ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਮਾਸਕ ਪਾਈਏ। ਹੁਣ ਇਸ ਵੇਲੇ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਆ ਰਹੀ ਹੈਗੀ ਆ ਕਿ ਲੋਕਾਂ ਨੂੰ ਜੇ ਇਨਫੈਕਸ਼ਨ ਹੋ ਵੀ ਜਾਂਦੀ ਹੈ ਜਾਂ ਘਰ ਬੈਠਦੇ ਹੈਗੇ ਆ, ਫਸਟ ਡੇ ਦੇ ਉੱਤੇ ਜਾ ਕੇ ਟੈਸਟ ਨਹੀਂ ਕਰਵਾ ਰਹੇ ਹੈਗੇ ਜੀ, ਔਰ ਜਦੋਂ ਤੱਕ ਟੈਸਟ ਕਰਵਾਉਣ ਦੀ ਉਹਦਾ ਰਿਪੋਰਟ ਆਉਣ ਦਾ ਵਕਤ ਹੁੰਦਾ, ਉਦੋਂ ਤੱਕ ਕੇਸ ਵਿਗੜ ਗਿਆ ਹੁੰਦਾ। ਦੈਟ ਇਜ਼ ਦਾ ਰੀਜ਼ਨ ਕਿ ਹਸਪੀਟਲਸ ਦੇ ਵਿੱਚ ਕੇਸਿਸ ਬਹੁਤ ਜ਼ਿਆਦਾ ਜਾ ਰਹੇ ਹੈਗੇ ਆ। ਔਰ ਜਦੋਂ ਤੱਕ ਹਸਪੀਟਲ ਦੇ ਵਿੱਚ ਜਾਂਦੇ ਆ, ਹਸਪੀਟਲ ਪਹਿਲਾਂ ਕਹਿੰਦਾ ਜੀ ਇਹਨਾਂ ਦਾ ਟੈਸਟ ਕਰਾਓ ਜੀ ਕਰੋਨਾ ਦਾ, ਪਹਿਲਾਂ ਦੂਜੇ ਦਿਨ ਉਹਦੀ ਰਿਪੋਰਟ ਆਣੀ ਆ, ਤਾਂ ਉੱਥੋਂ ਤੱਕ ਉਹਦਾ ਇਲਾਜ ਲਟਕ ਜਾਂਦਾ ਹੈਗਾ, ਫਿਰ ਪ੍ਰੋਬਲਮ ਆ ਗਈ। ਤਾਂ ਇਹ ਚੀਜ਼ਾਂ ਮੈਂ ਕਹਿਣਾ ਹੈਗਾ ਕਿ ਆਪਾਂ ਨੂੰ ਸਰਕਾਰ ਨੂੰ ਆਪਣੇ ਆਪ ਨੂੰ ਸਹੀ ਕਰਨਾ ਚਾਹੀਦਾ ਹੈ। ਉੱਥੇ ਉਹਨੂੰ ਆਮ ਲੋਕਾਂ ਦੇ ਹਿੱਤਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਜਦੋਂ ਉਹ ਪਾਲਿਸੀਆਂ ਦਿੰਦੇ ਹੈਗੇ ਆ। ਏਸੀ ਆਫਿਸ ਦੇ ਵਿੱਚ ਬੈਠ ਕੇ ਮੈਂ ਬਿਲਕੁਲ ਐਗਰੀ ਕਰਦਾ ਕਿ ਇੱਕ ਏਸੀ ਆਫਿਸ ਦੇ ਵਿੱਚ ਬੈਠ ਕੇ ਇੱਕ ਖੁਰਦਰੇ ਹੱਥਾਂ ਵਾਲੇ ਮਜ਼ਦੂਰ ਦੀਆਂ ਜੋ ਮਜਬੂਰੀਆਂ ਹਨ ਉਹਨੂੰ ਸਮਝਣਾ ਬਹੁਤ ਔਖਾ ਹੈ। ਉੱਥੇ ਜੋ ਬੰਦਾ ਉੱਥੇ ਨਹੀਂ ਵਿਚਰ ਰਿਹਾ ਹੈਗਾ, ਉਹਦੀਆਂ ਮਜਬੂਰੀਆਂ ਨਹੀਂ ਸਮਝ ਪਾਏਗਾ। ਜਿਹਨੇ ਉਹਦੇ ਨਾਲ ਬੈਠ ਕੇ ਚਾਹ ਦਾ ਇੱਕ ਗਲਾਸ ਸਾਂਝਾ ਨਹੀਂ ਕੀਤਾ, ਉਹਦੀਆਂ ਗੱਲਾਂ ਨੂੰ ਨਹੀਂ ਸਮਝ ਪਾਏਗਾ। ਲੇਕਿਨ ਉਹਦੇ ਨਾਲ ਇਹ ਵੀ ਹੈ ਕਿ ਜੋ ਆਪਣੀਆਂ ਜ਼ਿੰਮੇਵਾਰੀਆਂ ਹਨ, ਮੈਂ ਦੇਖੋ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਇਸ ਵੇਲੇ ਐਮਸੀਜ਼ ਦੇ ਉੱਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਆ ਜਾਂਦੀ ਹੈ। ਪ੍ਰੈਜ਼ੀਡੈਂਟ ਨੂੰ ਨਗਰ ਕੌਂਸਲ ਨੂੰ ਅਸੀਂ ਨਗਰ ਪਿਤਾ ਕਹਿੰਦੇ ਹੈਗੇ ਆ, ਤਾਂ ਜਿੱਥੇ ਉਹਨਾਂ ਲੋਕਾਂ ਨੂੰ ਐਜੂਕੇਟ ਕਰਨਾ ਹੈਗਾ, ਜਿੱਥੇ ਉਹਨਾਂ ਲੋਕਾਂ ਨੂੰ, ਮੈਂ ਸਲਮ ਏਰੀਆਜ਼ ਦੀ ਗੱਲ ਕਰਦਾ ਹੈਗਾ ਕਮਲ ਜੀ ਇਸ ਵੇਲੇ, ਕਿ ਜਿੱਥੇ ਲੋਕ ਲੇਬਰ ਕਲਾਸ ਰਹਿੰਦੀ ਆ, ਹੋਰ ਆ, ਜਿੱਥੇ ਐਮਸੀਜ਼ ਨੇ ਹੋਰ ਖਰਚਾ ਕਰਦੇ ਆ, ਸੋਚ ਲੈਣ ਯਾਰ 100 ਫਲੈਕਸੀਜ਼ ਹੋਰ ਬਣਵਾਤੀਆਂ, ਕਿ ਉਹਨਾਂ ਲੋਕਾਂ ਕੋਲੇ ਸੈਨੀਟਾਈਜ਼ਰ ਹਨ, ਜਾਂ ਜੇ ਸਰਕਾਰ ਵੱਲੋਂ ਕੁਝ ਆਉਂਦਾ ਹੈ ਜੋ ਮੁਹੱਈਆ ਹੁੰਦਾ ਕਿ ਉਹਨਾਂ ਲੋਕਾਂ ਤੱਕ ਪਹੁੰਚ ਰਿਹਾ ਹੈ, ਕਿ ਉਹਨਾਂ ਲੋਕਾਂ ਨੂੰ ਕਿੱਦਾਂ ਉਹਨਾਂ ਨੇ ਆਪਣੀ ਸਫਾਈ ਰੱਖਣੀ ਹੈ, ਕਿੱਦਾਂ ਖਿਆਲ ਕਰਨਾ ਹੈ, ਕਿੱਦਾਂ ਡਿਸਟੈਂਸ ਰੱਖਣਾ ਹੈ, ਕਿ ਉਹਨਾਂ ਲੋਕਾਂ ਨੂੰ ਐਜੂਕੇਟ ਕੀਤਾ ਜਾ ਰਿਹਾ ਹੈਗਾ। ਜੇ ਆਪਣੇ 30 ਐਮਐਲਏ ਦੇ ਕੰਟੈਸਟੈਂਟਸ ਨੂੰ 50 ਸਨ, 50 ਦੇ 50 ਇਸ ਵੇਲੇ ਉਹਨਾਂ ਨੂੰ ਉੱਤਰ ਜਾਣਾ ਚਾਹੀਦਾ ਨੀਚੇ, ਕਿ ਆਪਦੀਆਂ ਵਾਰਡ ਨੂੰ ਇੱਕ ਬੰਦੇ ਨੂੰ ਜਾ ਕੇ ਟ੍ਰੇਨਡ ਕਰਨ। ਜੇ ਕਿਸੇ ਕੋਲੇ ਕੋਈ ਸੈਨੀਟਾਈਜ਼ਰ ਨਹੀਂ ਹੈਗੇ, ਉਹਨਾਂ ਨੂੰ ਮੁਹੱਈਆ ਕਰਵਾਉਣ। ਜੇ ਸਰਕਾਰ ਤੋਂ ਜੋ ਆਉਂਦਾ ਉਹ ਦੇਣ। ਤਾਂ ਸਿੰਗਲਾ ਜੀ ਮੈਨੂੰ ਗੱਲ ਹੋ ਰਹੀ ਸੀ, ਸਿੰਗਲਾ ਜੀ ਨੇ ਦੱਸ ਰਹੇ ਸੀ ਕਿ ਸਾਡੇ 31 ਜੋ ਮੈਂਬਰ ਕੰਟੈਸਟੈਂਟ ਸੀਗੇ, ਸਾਡੇ ਕੰਟੈਸਟੈਂਟ ਸੀਗੇ, ਉਹ ਸਾਰੇ ਇਸ ਵੇਲੇ ਆਪਦੇ ਵਾਰਡ ਦੇ ਵਿੱਚ ਟੀਕਾਕਰਨ ਕਰਵਾਉਣਾ ਹੈਗਾ, ਵੈਕਸੀਨੇਸ਼ਨ ਲਵਾਉਣੀ ਹੈਗੀ ਹੈ, ਟੈਸਟਾਂ ਦਾ ਹੈ, ਦੇ ਆਰ ਡੂਇੰਗ ਆਲ। ਤਾਂ ਮੈਂ ਸੋਚਦਾ ਇਸ ਵੇਲੇ ਐਮਸੀਜ਼ ਦੀ ਵੀ ਡਿਊਟੀ ਆ, ਐਨਜੀਓਜ਼ ਦੀ ਡਿਊਟੀ ਆ, ਔਰ ਸਾਡੀ ਸੈਲਫ ਡਿਸਿਪਲਿਨ ਸਾਨੂੰ ਆਪਦੇ ਆਪ ਤੇ ਪਹਿਲਾਂ ਇੰਪੋਜ਼ ਕਰਨਾ ਪਏਗਾ ਜੀ। ਤਾਂ ਵਿਸ਼ਾਲ ਰਿਸ਼ੀ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਵਿਸ਼ਾਲ ਜੀ, ਇਸ ਵਿਸ਼ੇ ਤੇ ਮੈਂ ਤੁਹਾਡੇ ਵਿਚਾਰ ਲੈਣਾ ਚਾਹੂੰਗਾ ਕਿ ਜੋ ਐਮਸੀਜ਼ ਦੀ ਡਿਊਟੀ ਬਣਦੀ ਹੈਗੀ ਹੈ ਇਸ ਵਿਸ਼ੇ ਨੂੰ ਲੈ ਕੇ, ਉਸ ਸੰਬੰਧ 'ਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਐਮਸੀਜ਼ ਜਾਂ ਸਾਡੇ ਚੁਣੀ ਹੋਈ ਨਗਰ ਕੌਂਸਲ ਹੈ, ਉਹ ਕਿੰਨਾ ਕੁ ਰੋਲ ਪਲੇ ਕਰ ਰਹੀ ਹੈ ਔਰ ਕਿੰਨਾ ਕੁ ਉਹਨੂੰ ਕਰਨਾ ਚਾਹੀਦਾ ਇਸ ਕਰੋਨਾ ਦੇ ਵਿਸ਼ੇ ਨੂੰ ਲੈ ਕੇ, ਲੋਕਾਂ ਦੀ ਅਵੇਅਰਨੈਸ ਦੀ ਅਗਰ ਆਪਾਂ ਗੱਲ ਕਰ ਲਈਏ? ਕਮਲ ਜੀ, ਹੁਣ ਨਾ ਮੈਂ WhatsApp ਤੇ ਤੁਹਾਡੇ ਕੋਲ ਵੀ ਮੈਸੇਜ ਆਇਆ ਹੋਣਾ ਵੀ ਕਿਹੜਾ ਐਮਸੀ ਪਿਛਲੇ ਸਾਲ ਤਾਂ ਇਹਨਾਂ ਦਿਨਾਂ 'ਚ ਸੈਨੀਟਾਈਜ਼ ਕਰਦੇ ਫਿਰਦੇ ਸੀ, ਹੁਣ ਕੋਈ ਬੋਲਦਾ ਵੀ ਨਹੀਂ ਹੈਗਾ, ਕਿਉਂਕਿ ਉਹ ਇਲੈਕਸ਼ਨ ਦੇ ਦੌਰਾਨ ਤਾਂ ਨੇੜੇ ਤਾਂ ਕਰ ਦਿੰਦੇ ਨੇ ਸਭ ਕੁਝ ਜੀ। ਦੂਸਰੀ ਗੱਲ, ਉਹ ਐਮਸੀ ਕੋਈ ਜੇਕਰ ਪਿੱਛੇ ਸਰਕਾਰ ਉਹਨਾਂ ਨੂੰ ਕੁਝ ਦੇਊਗੀ, ਉਹ ਤਾਂ ਹੀ ਗਾਹਾਂ ਡਿਸਟ੍ਰੀਬਿਊਟ ਕਰਨਗੇ ਨਾ। ਜੇਕਰ ਮੰਨ ਲਓ ਐਮਸੀਆਂ ਕੋਲੇ ਕੋਈ ਚੀਜ਼ ਤਾਂ ਵੰਡਣ ਨੂੰ ਹੈ ਨਹੀਂ, ਉਹ ਕਿਵੇਂ ਵੰਡਣ? ਆਪਣੇ ਏਰੀਏ ਦੇ ਵਿੱਚ ਤੁਸੀਂ ਆਪ ਦੇਖ ਲਓ ਵੀ ਐਮਸੀ ਤਾਂ ਫਿਰਦੇ ਨੇ, ਪਰੰਤੂ ਉਹਨਾਂ ਕੋਲੇ ਕੋਈ ਸਮਾਨ ਤਾਂ ਇਹੋ ਜਿਹਾ ਸਰਕਾਰ ਨੇ ਦਿੱਤਾ ਨਹੀਂ, ਕੋਈ ਜ਼ਿੰਮੇਵਾਰੀ ਦਿੱਤੀ ਨਹੀਂ ਵੀ ਭਾਈ ਤੁਸੀਂ ਆਹ ਸਾਡੇ ਤੋਂ ਸਮਾਨ ਲੈ ਲਓ ਤੇ ਵੋਟਰ ਸੂਚੀਆਂ ਦੇ ਰਾਹੀਂ ਇਹਨਾਂ ਨੂੰ ਤੁਸੀਂ ਡਿਸਟ੍ਰੀਬਿਊਟ ਕਰ ਦਿਓ। ਸਰਕਾਰ ਨੇ ਤਾਂ, ਵਿਸ਼ਾਲ ਜੀ ਤੁਸੀਂ ਹੁਣੀ ਦੱਸਿਆ ਕਿ ਜਦੋਂ ਵੋਟਾਂ ਪਈਆਂ ਨਹੀਂ ਸੀ ਪਿਛਲੇ ਸਾਲ, ਤਾਂ ਇਹ ਵੀ ਉਦੋਂ ਸਭ ਕੁਝ ਕਰਦੇ ਫਿਰਦੇ ਸੀਗੇ, ਲੇਕਿਨ ਸਰਕਾਰ ਨੇ ਤਾਂ ਉਦੋਂ ਵੀ ਕੁਝ ਨਹੀਂ ਦਿੱਤਾ ਸੀਗਾ, ਉਦੋਂ ਇਹ ਕਰਦੇ ਫਿਰਦੇ ਸੀਗੇ। ਹੁਣ ਮੈਨੂੰ ਲੱਗਦਾ ਇਹਨਾਂ ਦੇ ਆਪਦੇ ਨਿੱਜੀ ਫੰਡ ਖਤਮ ਹੋ ਗਏ, ਮੈਨੂੰ ਲੱਗਦਾ ਵੋਟਾਂ 'ਚ ਖਤਮ ਹੋ ਗਏ ਸ਼ਾਇਦ ਉਹ। ਹਾਂ, ਉਦੋਂ
ਉਹ ਫੰਡ ਜਿਹੜੇ ਵੋਟਾਂ ਦੇ ਖਤਮ ਹੋ ਚੁੱਕੇ ਨੇ, ਪਟਾਕੇ ਜਿਹੜੇ ਨੇ ਕਹਿੰਦੇ ਆ ਵੀ ਉਹ ਖਤਮ ਹੋ ਚੁੱਕੇ ਨੇ, ਦੀਵਾਲੀ ਜਾ ਚੁੱਕੀ ਹੈ, ਤੇ ਹੁਣ ਇਹਨਾਂ ਨੂੰ ਸ਼ਾਇਦ ਉਸ ਤਰ੍ਹਾਂ ਦੀ ਲੋੜ ਨਹੀਂ ਹੈ। ਹਾਂਜੀ ਹਾਂਜੀ ਜੀ। ਤੇ ਹੋਰ ਤੁਹਾਨੂੰ ਕੀ ਲੱਗਦਾ ਕਿ ਜੋ ਸਰਕਾਰ ਇਸ ਵਕਤ ਉਪਰਾਲੇ ਕਰ ਰਹੀ ਹੈ, ਜਿਸ ਤਰ੍ਹਾਂ ਕਿ ਮੈਂ ਹੁਣੀ ਕਿਹਾ ਕਿ ਮਾਰਕੀਟ ਦਾ ਤੁਸੀਂ ਵੀ ਦੌਰਾ ਕੀਤਾ ਹੋਣਾ, ਕਿ ਜਿਸ ਤਰ੍ਹਾਂ ਦੀ ਭੀੜ ਆਮ ਰੂਟੀਨ 'ਚ ਹੁੰਦੀ ਹੈ, ਘੱਟ ਦੁਕਾਨਾਂ ਖੋਲ੍ਹ ਕੇ ਵੀ ਉਸ ਤਰ੍ਹਾਂ ਦੀ ਹੀ ਬਾਜ਼ਾਰ 'ਚ ਨਜ਼ਰ ਆ ਰਹੀ ਹੈ, ਤਾਂ ਕੋਈ ਫਰਕ ਨਹੀਂ ਪੈ ਰਿਹਾ? ਔਰ ਕੇਸਾਂ ਦੇ ਵਿੱਚ ਜੀ ਕੋਈ ਫਰਕ ਨਹੀਂ ਪੈ ਰਿਹਾ। ਮੈਨੂੰ ਤਾਂ ਕਮਲ ਜੀ ਇਹ ਲੱਗ ਰਿਹਾ ਹੈ ਵੀ ਸਰਕਾਰ ਨੂੰ ਥੱਲੜੇ ਪੱਧਰ ਤੇ ਵੱਡੇ ਪੱਧਰ ਤੇ ਰਹਿ ਲੈ ਕੇ ਇਸ ਸਾਰੇ ਸਿਸਟਮ ਨੂੰ ਹੱਲ ਕਰਨਾ ਚਾਹੀਦਾ। ਸਾਰੀ ਉਮਰ ਹੋ ਗਈ ਲੋਕਾਂ ਨੂੰ ਟੈਕਸ ਦਿੰਦੇ, ਸਾਰੀ ਉਮਰ ਹੋ ਗਈ, ਇੰਨਾ ਟੈਕਸ ਦਿੰਦੀ ਹੈ ਸਰਕਾਰ ਵੀ ਜੇਕਰ ਮੰਨ ਲਓ ਅੱਜ ਆਪਣੇ ਦੇਸ਼ ਨੂੰ 65-70 ਸਾਲ ਹੋ ਗਏ ਆਜ਼ਾਦ ਹੋਏ ਨੂੰ, ਜੇ ਇੰਨੇ 2 ਸਾਲ ਕੋਈ ਇਹਨਾਂ ਨੂੰ ਮੰਨ ਲਓ ਆਪਾਂ ਨੂੰ ਆਪਣੀ ਮਦਦ ਕਰਨੀ ਪੈ ਗਈ ਤਾਂ ਗੱਲ ਕਿੱਡੀ ਕੁ ਹੈ। ਇਹ ਕਹਿਣਾ ਵੀ ਅਸੀਂ MLA ਦੀਆਂ ਤਨਖਾਹਾਂ ਬੰਦ ਕਰਤੀਆਂ, ਅਸੀਂ MLA ਦੀਆਂ ਪੈਨਸ਼ਨਾਂ ਬੰਦ ਕਰਤੀਆਂ, MP ਦੀਆਂ ਪੈਨਸ਼ਨਾਂ ਬੰਦ ਕਰਤੀਆਂ, ਆਹ ਸਾਰੇ ਸਰਕਾਰੀ ਭੱਤੇ ਅਸੀਂ ਬੰਦ ਕਰਤੇ, ਤੇ ਅਸੀਂ ਹੁਣ ਅੱਜ ਜਿਵੇਂ ਵੋਟਾਂ ਵੇਲੇ ਵੋਟਰ ਸੂਚੀ ਦੇ ਇਕੱਲੇ ਬੰਦੇ ਨੂੰ ਅਸੀਂ ਵੋਟ ਪਵਾਉਣ ਦੀ ਮਿਹਨਤ ਕਰਦੇ ਹਾਂ, ਉਵੇਂ ਹੀ ਅਸੀਂ ਇਕੱਲੇ ਬੰਦੇ ਕੋਲੇ ਅਸੀਂ ਸਰਕਾਰੀ ਸਹਾਇਤਾ ਪਹੁੰਚਾਵਾਂਗੇ ਵੀ ਲੈ ਭਾਈ ਤੂੰ ਆਹ, ਜਿਵੇਂ ਹੁਣ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਨੇ ਕਰਿਆ, ਉਹਨਾਂ ਨੇ 2 ਮਹੀਨਿਆਂ ਦਾ ਰਾਸ਼ਨ ਦਿੱਤਾ ਹੈ, 5000 ਰੁਪਇਆ ਦਿੱਤਾ ਆਟੋ ਰਿਕਸ਼ੇ ਵਾਲੇ ਨੂੰ, ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਬੈਠੋ ਘਰੇ ਵੀ 2 ਮਹੀਨੇ ਤੁਸੀਂ ਇਹਨੂੰ ਵੇਟ ਕਰੋ। ਮੈਨੂੰ ਲੱਗਦਾ ਜਿਹੜਾ ਗਰੀਬ ਆਦਮੀ ਹੈ ਜਿਹਦੇ ਘਰੇ 5000 ਰੁਪਇਆ ਪਹੁੰਚ ਗਿਆ, 2 ਮਹੀਨਿਆਂ ਦਾ ਰਾਸ਼ਨ ਪਹੁੰਚ ਗਿਆ, ਮੈਨੂੰ ਲੱਗਦਾ ਉਹ ਬੰਦਾ ਕੋਸ਼ਿਸ਼ ਕਰੂਗਾ ਵੀ ਉਹ ਆਰਾਮ ਨਾਲ ਘਰੇ ਬੈਠੇ। ਪਰੰਤੂ ਪੰਜਾਬ ਸਰਕਾਰ ਤਾਂ ਆਪਣੇ ਕੋਲੇ ਕੋਈ ਵੀ ਚੀਜ਼ ਮੁਹੱਈਆ ਕਰਾਉਣ ਨੂੰ ਤਿਆਰ ਨਹੀਂ ਹੈ। ਇਹ ਮੈਨੂੰ ਲੱਗਦਾ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ, ਤੇ ਇਹਨਾਂ ਨੂੰ 2022 ਦੇ ਵਿੱਚ ਇਸ ਗੱਲ ਦੇ ਉੱਤੇ ਜਵਾਬ ਦੇਣਾ ਪੈ ਸਕਦਾ ਜੀ। ਤਾਂ ਸਾਡੇ ਕੁਝ ਦੋਸਤ ਸਾਡੀ ਫੇਸਬੁੱਕ 'ਤੇ ਵੀ ਕਮੈਂਟ ਕਰ ਰਹੇ ਨੇ। ਸੰਦੀਪ ਰਾਣਾ ਜੀ ਦਾ ਕਮੈਂਟ ਆਇਆ ਕਿ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਸਹੀ ਹੱਲ ਲੱਭੇ ਤਾਂ ਜੋ ਕਿਸੇ ਨੂੰ ਇਸ ਸਮੇਂ ਦੌਰਾਨ ਪਰੇਸ਼ਾਨੀ ਨਾ ਆਵੇ। ਇਹ ਕਹਿੰਦੇ ਨੇ ਕਿ ਮੈਂ PK ਅਰੋੜਾ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ, ਉਹਨਾਂ ਦੇ ਵਿਚਾਰ ਬਹੁਤ ਵਧੀਆ ਹਨ। ਅਤੇ ਰਵੀ ਕਿਸ਼ਨ ਜੀ ਦਾ ਜੈਨ ਜੀ ਦਾ ਕਮੈਂਟ ਆਇਆ, ਧੰਨਵਾਦ ਦਾ। ਲਓ ਜੀ, ਧੰਨਵਾਦ ਲਈ ਕਿਹੜੀ ਗੱਲ ਹੈ, ਤੁਸੀਂ ਸਾਡੇ ਨਾਲ ਜੁੜਦੇ ਹੋ, ਆਪਣੀ ਰਾਏ ਦਿੰਦੇ ਹੋ, ਧੰਨਵਾਦ ਤੁਹਾਡਾ ਵੀ। ਬੱਬੂ ਸਿੰਘ ਜੀ ਔਰ ਗੁਰਪ੍ਰੀਤ ਸਿੰਘ ਨੇ ਸਾਡੇ ਪਹਿਲਾਂ ਹੀ ਕਮੈਂਟ ਕਰ ਚੁੱਕੇ ਨੇ, ਅਸੀਂ ਇਹਨਾਂ ਦਾ ਵੀ ਪਹਿਲਾਂ ਰਿਪਲਾਈ ਕਰ ਚੁੱਕੇ ਹਾਂ। ਜਿਹੜੇ ਵੀ ਦੋਸਤ ਆਪਣਾ ਕੋਈ ਵਿਚਾਰ ਦੇਣਾ ਚਾਹੁੰਦੇ ਨੇ ਕਮੈਂਟ ਵੀ ਕਰ ਸਕਦੇ ਨੇ, ਕਾਲ ਵੀ ਕਰ ਸਕਦੇ ਨੇ, ਨੰਬਰ ਵੀ ਦਿੱਤਾ ਹੋਇਆ। ਅਤੇ ਅਗਲੇ ਹੋਰ ਕੁਝ ਅਸੀਂ 10-15 ਮਿੰਟ ਤੁਹਾਡੇ ਨਾਲ ਲਾਈਵ ਰਹਾਂਗੇ। ਤਾਂ ਸੁਭਾਸ਼ ਸਿੰਗਲਾ ਜੀ ਜਿਹੜੇ ਕਿ ਬੁਢਲਾਡਾ ਸ਼ਹਿਰ ਦੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਰਹੇ ਨੇ, ਤਾਂ ਸਿੰਗਲਾ ਜੀ ਤੁਸੀਂ ਨਗਰ ਕੌਂਸਲ ਜਿਹੀ ਵੱਡੀ ਸੰਸਥਾ ਦੇ ਪ੍ਰਧਾਨ ਰਹੇ ਹੋ, ਜਿਵੇਂ ਕਿ ਹੁਣ PK ਅਰੋੜਾ ਜੀ ਨੇ ਵੀ ਕਿਹਾ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਇੱਕ ਤਰ੍ਹਾਂ ਦਾ ਇਹ ਕਹਿ ਲਈਏ ਕਿ ਸ਼ਹਿਰ ਦਾ ਪਿਤਾ ਹੁੰਦਾ, ਤਾਂ ਉਹਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਵਕਤ ਪ੍ਰਧਾਨ ਜਿਹੜਾ ਵੀ ਹੈ ਇਸ ਵਕਤ, ਕਿ ਉਹਨੂੰ ਕੀ ਕੁਛ ਇਸ ਮਾਮਲੇ 'ਤੇ ਕਰਨਾ ਚਾਹੀਦਾ ਹੈ? ਸੁਭਾਸ਼ ਸਿੰਗਲਾ ਜੀ। ਦੇਖੋ, ਜਿਸ ਤਰ੍ਹਾਂ ਕਮਲ ਜੀ ਰਿਸ਼ੀ ਜੀ ਨੇ ਕਿਹਾ ਨਾ, ਸਰਕਾਰ MCs ਨੂੰ ਜਾਂ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਨੇ ਉਹਨਾਂ ਨੂੰ ਕੀ ਦਿੰਦੀ ਹੈ ਜੀ। ਦੇਖੋ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਕੁਝ ਅਗਰ ਇਨਫਰਾਸਟ੍ਰਕਚਰ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਜਾਊਗਾ, ਜੋ ਨੁਮਾਇੰਦਾ ਹੈ ਸਮਾਜ ਦੇ ਵਿੱਚ ਬੈਠਾ ਸਾਡਾ ਚੁਣਿਆ ਹੋਇਆ ਹੈ, ਚਾਹੇ ਉਹ ਡਿਫੀਟਡ ਹੋਵੇ ਜੀ, ਉਹ ਤਦੇ ਲੋਕਾਂ ਨੂੰ ਕੁਝ ਪ੍ਰੋਵਾਈਡ ਕਰਾ ਸਕਦਾ ਅਗਰ ਸਰਕਾਰ ਕੁਝ ਉਹਨੂੰ ਦੇਵੇਗੀ। ਸਾਡੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਸੁਣਾਉਣਾ। ਇੱਥੇ ਜ਼ੀਰਕਪੁਰ ਦੇ ਵਿੱਚ 31 ਵਾਰਡ ਨੇ, ਸਰਕਾਰ ਦੇ ਪੱਖ ਦੇ ਜਿੰਨੇ MC ਜਿੱਤੇ ਨੇ 23 MC ਜਿੱਤੇ ਨੇ ਕਾਂਗਰਸ ਦੇ, 8 MC ਇੱਥੇ ਆਪੋਜੀਸ਼ਨ ਦੇ ਨੇ ਜੀ। ਕਾਂਗਰਸ ਦੇ ਸਰਕਾਰ ਨੇ 31 ਦੇ 31 ਆਪਣੇ ਕੈਂਡੀਡੇਟਸ ਨੂੰ, ਚਾਹੇ ਉਹ ਜਿੱਤਿਆ ਚਾਹੇ ਹਾਰਿਆ, ਉਹਨਾਂ ਨੂੰ ਉਹ ਸਾਰਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਵਾ ਰਹੇ ਨੇ। ਇਹ ਜਿਹੜੇ ਲੋਕਲ MCs ਤੋਂ ਉੱਪਰ ਲੀਡਰ ਹੁੰਦੇ ਨੇ, ਮਿਊਨਿਸਪੈਲਿਟੀ ਦੇ ਪ੍ਰੈਜ਼ੀਡੈਂਟ ਤੋਂ ਉੱਪਰ ਲੀਡਰ ਨੇ, ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ, ਚਾਹੇ ਉਹ ਵੈਕਸੀਨੇਸ਼ਨ ਹੈ, ਚਾਹੇ ਉਹ ਫਤਿਹ ਕਿੱਟਾਂ ਨੇ, ਤੇ ਚਾਹੇ ਉਹ ਇਹਨਾਂ ਦੀ ਟੈਸਟਿੰਗ ਦੀ ਹੈ, ਚਾਹੇ ਕਿਸੇ ਚੀਜ਼ ਦਾ ਹੋਰ ਹੈ, ਉਹ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਜ਼ੀਰਕਪੁਰ ਸ਼ਹਿਰ ਦੇ ਵਿੱਚ ਡੇਲੀ ਵਿਦਆਊਟ ਫੇਲ ਮੇਰਾ ਖਿਆਲ ਹੈ ਘੱਟ ਤੋਂ ਘੱਟ 10 ਕੈਂਪ ਵੈਕਸੀਨੇਸ਼ਨ ਦੇ ਲੱਗਦੇ ਨੇ ਔਰ 10 ਕੈਂਪ ਟੈਸਟਿੰਗ ਦੇ ਲੱਗਦੇ ਨੇ। 31 ਦੇ 31 ਬੰਦੇ ਸਵੇਰ ਤੋਂ ਸ਼ਾਮ ਤੱਕ ਕੋਈ ਕੰਮ ਨਹੀਂ ਕਰਦੇ। ਇਲੈਕਸ਼ਨ ਲੰਘ ਚੁੱਕੀ ਹੈ, ਪਰੰਤੂ ਇਹ ਬੰਦੇ ਇਸ ਕੰਮ ਤੇ ਲੱਗੇ ਹੋਏ ਨੇ, ਆਪਣੀ ਡਿਊਟੀ ਨਿਭਾ ਰਹੇ ਨੇ, ਕਿਉਂਕਿ ਇੱਥੇ ਜੋ ਡਿਊਟੀ ਨਿਭਾਉਣ ਵਾਲੇ ਅੱਗੇ ਇਹਨਾਂ ਦੇ ਅੱਗੇ ਨੇ ਸਾਡੇ ਦੀਪਿੰਦਰ ਸਿੰਘ ਢਿੱਲੋਂ ਨੇ, ਇੱਥੇ ਡਿਫੀਟਡ ਕਾਂਗਰਸ ਦੇ ਜਿਹੜੇ ਇੱਕ MLA ਕਹਿ ਲਈਏ, ਉਹਨਾਂ ਨੇ ਇਹ ਡਿਊਟੀ ਸਾਂਭੀ ਹੋਈ ਹੈ। ਉਹਨਾਂ ਦੇ ਬੇਟੇ ਇੱਥੇ ਮਿਊਨਿਸਪੈਲਿਟੀ ਦੇ ਪ੍ਰੈਜ਼ੀਡੈਂਟ ਨੇ ਜ਼ੀਰਕਪੁਰ ਦੇ, ਉਹਨਾਂ ਨੇ ਡਿਊਟੀ ਸਾਂਭੀ ਹੋਈ ਹੈ। ਸਮਾਨ ਉਹ ਪ੍ਰੋਵਾਈਡ ਕਰਵਾਉਂਦੇ ਨੇ ਸਰਕਾਰ ਵੱਲੋਂ। MCs ਹਾਰੇ ਹੋਏ ਨੇ ਚਾਹੇ ਜਿੱਤੇ ਹੋਏ ਨੇ, ਉਹ ਸਾਰੇ ਲੱਗੇ ਹੋਏ ਨੇ। ਮੈਂ ਇਹ ਕਹਿਣਾ ਚਾਹਾਂਗਾ, ਸਾਡੇ MLA ਦੇ ਕਿੰਨੇ ਇੱਥੋਂ ਕੈਂਡੀਡੇਟ ਹੁੰਦੇ ਨੇ, MP ਦੇ ਕਿੰਨੇ ਕੈਂਡੀਡੇਟ ਹੁੰਦੇ ਨੇ, MC ਦੇ ਕਿੰਨੇ ਕੈਂਡੀਡੇਟ ਹੁੰਦੇ ਨੇ, ਜਿੱਤੇ ਹੋਏ ਕਿੰਨੇ ਨੇ, ਹਾਰੇ ਹੋਏ ਕਿੰਨੇ ਨੇ,
ਅਗਰ ਸਾਰੇ ਆਪਣੀ ਡਿਊਟੀ ਲੈ ਲੈਣ ਕਿ ਅਸੀਂ ਇੱਕ ਬੰਦੇ ਦੀ ਟੈਸਟਿੰਗ ਕਰਵਾਉਣੀ ਹੈ, ਜਿਹੜੇ ਬੰਦਿਆਂ ਦੀ ਵੈਕਸੀਨੇਸ਼ਨ, ਜਿਹੜੇ ਬੰਦੇ 18 ਸਾਲ ਤੋਂ ਉੱਪਰ ਨੇ ਉਹਨਾਂ ਦੀ ਵੈਕਸੀਨੇਸ਼ਨ ਕਰਵਾਉਣੀ ਹੈ, ਕਮੀ ਨੂੰ ਉਹ ਆਪਣੇ ਪ੍ਰੈਜ਼ੀਡੈਂਟ ਨੂੰ ਦੱਸਣ, ਕਾਉਂਸਲਰ ਪ੍ਰੈਜ਼ੀਡੈਂਟ ਡੀਸੀ ਸਾਹਿਬ ਨੂੰ ਦੱਸੇ, ਡੀਸੀ ਸਾਹਿਬ ਸਰਕਾਰ ਤੱਕ ਪਹੁੰਚਾਉਣ ਵੀ ਸਾਡੀ ਰਿਕੁਆਇਰਮੈਂਟ ਇਹ ਹੈ। ਇਹਦੇ ਵਿਚਾਲੇ ਮੀਡੀਆ ਰਹਿ ਗਿਆ, ਜਿਹੜਾ ਜਿਸ ਤਰ੍ਹਾਂ ਮੀਡੀਆ ਆ ਗਿਆ ਤੁਹਾਡਾ ਜਾਂ ਜਿਹੜੇ ਲੀਡਰ ਰਹਿ ਗਏ ਰੂਲਿੰਗ ਪਾਰਟੀ ਦੇ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਸਰਕਾਰ ਤੱਕ ਪਹੁੰਚਾਉਣ ਕਿ ਸਾਨੂੰ ਇਸ ਇਨਫਰਾਸਟ੍ਰਕਚਰ ਦੀ ਇਸ ਸ਼ਹਿਰ ਦੇ ਵਿੱਚ ਇੰਨੀ ਜ਼ਰੂਰਤ ਹੈ। ਜੇ ਸਰਕਾਰ ਦੀਆਂ ਪਾਬੰਦੀਆਂ ਤੋਂ ਪਹਿਲਾਂ ਤਾਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਸਰਕਾਰ ਇਹਨਾਂ ਚੀਜ਼ਾਂ ਵੱਲ ਤਾਂ ਧਿਆਨ ਨਹੀਂ ਦੇ ਰਹੀ ਕਿ ਟੈਸਟਿੰਗ ਕਿੰਨੀ ਕੁ ਹੋ ਰਹੀ ਹੈ, ਕੋਈ ਜ਼ਰੂਰਤ ਨਹੀਂ ਹੈ, ਤੇ ਵੈਕਸੀਨੇਸ਼ਨ ਕਿੰਨੀ ਹੋ ਰਹੀ ਹੈ, ਕੋਈ ਜ਼ਰੂਰਤ ਨਹੀਂ ਹੈ। ਮੇਰੀ ਅਕਸਰ ਗੱਲ ਹੁੰਦੀ ਹੈ ਬੁਢਲਾਡਾ ਜਾਂ ਬੁਢਲਾਡੇ ਦੇ ਏਰੀਏ ਦੇ ਲੋਕਾਂ ਨਾਲ, ਲੋਕ ਇਸ ਗੱਲ ਬਾਰੇ ਕੋਈ ਸੀਰੀਅਸ ਨਹੀਂ, ਇੰਜੈਕਸ਼ਨ ਲਗਾਉਣ ਬਾਰੇ ਕੋਈ ਸੀਰੀਅਸ ਨਹੀਂ ਹੈਗੇ, ਟੈਸਟਿੰਗ ਬਾਰੇ ਕੋਈ ਸੀਰੀਅਸ ਨਹੀਂ ਹੈਗੇ। ਜਿਹਨੂੰ ਪੁੱਛਦੇ ਆ, ਜਿਹਨੂੰ ਕਿਸੇ ਨੂੰ ਹੋ ਗਿਆ ਸਪੋਜ਼ ਕਰੋਨਾ, ਉਹ ਇੰਨਾ ਚੋਰੀਆਂ ਰੱਖਦਾ, ਇੰਨਾ ਛੁਪਾ ਕੇ ਰੱਖਦਾ। ਇਹ ਕੋਈ ਛੁਪਾਉਣ ਵਾਲੀ ਚੀਜ਼ ਨਹੀਂ ਹੈ, ਇਹ ਬਿਮਾਰੀ ਹੈ, ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਚੀਜ਼ ਨੂੰ ਸਰਕਾਰ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ, ਲੋਕਾਂ ਨੂੰ ਵੀ ਬਿਲਕੁਲ ਪੂਰਾ ਐਨ ਤਨੋਂ ਮਨੋਂ ਧਨੋਂ। ਇਹ ਸਾਰੇ ਜਿੰਨੇ ਨੁਮਾਇੰਦੇ ਨੇ, ਚਾਹੇ ਉਹ ਹਾਰਿਆ ਹੋਇਆ ਵੀ ਇੱਕ ਸਾਡਾ ਨੁਮਾਇੰਦਾ, ਵੋਟਾਂ ਲੋਕਾਂ ਦੀਆਂ ਉਹਨੇ ਵੀ ਲੈਤੀਆਂ ਨੇ, 100 200 300 500 ਵੋਟ ਉਹਨੂੰ ਵੀ ਪਈ ਹੋਣੀ ਹੈ, ਹੋ ਸਕਦਾ 20 50 100 ਵੋਟ ਤੇ ਹਾਰ ਗਿਆ ਹੋਵੇ, ਪਰੰਤੂ ਲੋਕਾਂ ਦਾ, ਕੁਝ ਲੋਕਾਂ ਦਾ ਨੁਮਾਇੰਦਾ ਤਾਂ ਸ਼ਹਿਰ ਦਾ ਹੈਗਾ, ਉਹ ਆਪਣਾ ਉਹਨਾਂ ਵੋਟਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝ ਲੇ, ਜਿਹੜੇ ਪਰਿਵਾਰ ਉਹਦੇ ਨਾਲ ਜੁੜੇ ਹੋਏ ਸੀ, ਉਹਨਾਂ ਲੋਕਾਂ ਦੀ ਉਹ ਟੈਸਟਿੰਗ ਕਰਵਾਵੇ, ਉਹਨਾਂ ਲੋਕਾਂ ਦੀ ਵੈਕਸੀਨੇਸ਼ਨ ਕਰਵਾਵੇ। ਅਗਰ ਨਹੀਂ ਕੋਈ ਆਫੀਸਰ ਹੈਲਥ ਡਿਪਾਰਟਮੈਂਟ ਦੇ ਨੇ ਜਾਂ ਕੋਈ ਜਿਹੜੇ ਬੰਦੇ ਜ਼ਿੰਮੇਵਾਰ ਨੇ ਨਹੀਂ ਕੋਆਪਰੇਟ ਕਰਦੇ, ਸਰਕਾਰ ਨੂੰ ਉਹਨਾਂ ਦੇ ਨੋਟਿਸ ਦੇ ਵਿੱਚ ਲਿਆਂਦਾ ਜਾਵੇ, ਡੀਸੀ ਸਾਹਿਬ ਦੇ, ਐਸਡੀਐਮ ਸਾਹਿਬ ਦੇ ਉੱਪਰ ਸਰਕਾਰ ਦੇ ਨੋਟਿਸ 'ਚ ਲਿਆਉਣ ਕਿ ਸਾਨੂੰ ਇਹ ਕੋਆਪਰੇਟ ਨਹੀਂ ਕਰ ਰਹੇ ਟੈਸਟਿੰਗ ਦੇ ਵਿੱਚ। ਜੇ ਕੋਈ ਉਹਨਾਂ ਨੂੰ ਕਮੀ ਹੋਊਗੀ, ਉਹ ਆਪਣੇ ਡਿਪਾਰਟਮੈਂਟ ਨੂੰ ਆਪਣੇ ਆਪ ਦੱਸਣਗੇ ਕਿ ਸਾਨੂੰ ਟੈਸਟਿੰਗ ਦੀਆਂ ਕਿੱਟਾਂ ਦੀ ਜ਼ਰੂਰਤ ਹੈ, ਸਾਨੂੰ ਵੈਕਸੀਨੇਸ਼ਨ ਦੀ ਜ਼ਰੂਰਤ ਹੈ। ਸਰਕਾਰ ਨੂੰ ਮੇਰੀ ਬਾਰ-ਬਾਰ ਨਿਵੇਦਨ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਸਰਕਾਰ ਟੈਸਟਿੰਗ ਵੱਲ, ਵੈਕਸੀਨੇਸ਼ਨ ਵੱਲ ਜ਼ਿਆਦਾ ਧਿਆਨ ਦੇਵੇ ਪਾਬੰਦੀਆਂ ਦੀ ਬਜਾਏ। ਪਾਬੰਦੀਆਂ ਤਾਂ ਸਾਨੂੰ ਸਿਰਫ ਇਹ ਹੈ ਵੀ ਹੋਰ ਨਾ ਫੈਲਣ, ਪਰੰਤੂ ਜਿਨ੍ਹਾਂ ਨੂੰ ਹੋ ਚੁੱਕਿਆ ਜਾਂ ਜਿਹੜੇ ਬੰਦੇ ਸਾਇਲੈਂਟ ਬੈਠੇ ਨੇ, ਸਾਇਲੈਂਟ ਕੈਰੀਅਰਸ ਬਹੁਤ ਨੇ ਮੰਡੀਆਂ ਦੇ ਵਿੱਚ, ਖਾਸ ਤੌਰ ਤੇ ਪਤਾ ਨਹੀਂ, ਮੈਂ ਨਹੀਂ ਜਾਣਦਾ, ਮੈਂ 50 ਸਾਲ ਲਾ ਕੇ ਗਿਆ, ਸਾਨੂੰ ਤਾਂ ਇੱਥੋਂ ਦੀ, ਅਸੀਂ ਜੰਪਾਲ ਇੱਥੋਂ ਦੇ, ਸਾਨੂੰ ਤਾਂ ਅੱਜ ਵੀ ਇਸ ਮਿੱਟੀ 'ਚ ਖੁਸ਼ਬੂ ਆਉਂਦੀ ਹੈ, ਸਾਡੇ ਸ਼ਹਿਰ ਦੀ ਮਿੱਟੀ ਹੈ। ਕਿ ਅਸੀਂ ਇਹ ਨਹੀਂ ਵੀ ਇੱਥੇ ਚੰਡੀਗੜ੍ਹ ਰਹਿਣ ਲੱਗੇ, ਪੰਚਕੂਲੇ ਰਹਿਣ ਲੱਗੇ, ਕਿ ਅਸੀਂ ਕਹੀਏ ਕਿ ਅਸੀਂ ਕੋਈ ਜ਼ਿਆਦਾ ਪੜ੍ਹੇ ਲਿਖੇ, ਜ਼ਿਆਦਾ ਸਿਆਣੇ ਹਾਂ। ਸਾਰੇ ਬੰਦੇ ਆਪਣੇ ਆਪ ਨੂੰ ਹੈਲਥ ਕੌਨਸ਼ੀਅਸ ਨੇ, ਪਰ ਇੱਥੇ ਸੋਚ ਇਸ ਤਰ੍ਹਾਂ ਦੀ ਬਣੀ ਹੋਈ ਹੈ, ਜੇ ਮੇਰੀ ਸੋਚ ਮਾਸਕ ਲਾਉਂਦੀ ਹੈ ਤਾਂ ਮੈਨੂੰ 4 ਬੰਦੇ ਮਜ਼ਾਕ ਕਰਨ ਵਾਲੇ, ਝੇਡਾਂ ਕਰਨ ਵਾਲੇ ਆ ਜਾਣਗੇ ਵੀ ਯਾਰ ਤੈਨੂੰ ਕੋਈ ਮੁਸ਼ਕ ਮਾਰਦੀ ਹੈ ਸਾਡੇ 'ਚੋਂ। ਇਹ ਚੀਜ਼ਾਂ ਨੂੰ ਤਿਆਗੋ, ਲੋਕ ਇਸ ਚੀਜ਼ ਨੂੰ ਕੋਆਪਰੇਟ ਕਰਨ। ਸਰਕਾਰ ਨੇ ਜੋ ਪਾਬੰਦੀਆਂ ਨਾ ਸਰਕਾਰ ਲਗਾਵੇ, ਸਰਕਾਰ ਐਜੂਕੇਟ ਕਰੇ ਲੋਕਾਂ ਨੂੰ, ਐਜੂਕੇਟ ਕਰੇ ਕਿ ਤੁਹਾਡੇ ਵਾਸਤੇ ਫਾਇਦੇ ਵਾਸਤੇ ਕੀ ਚੀਜ਼ਾਂ ਨੇ। ਮਾਸਕ ਲਾਉਣਾ ਜ਼ਰੂਰੀ ਹੈ, ਡਿਸਟੈਂਸਿੰਗ ਜ਼ਰੂਰੀ ਹੈ, ਟੈਸਟਿੰਗ ਜ਼ਰੂਰੀ ਹੈ, ਵੈਕਸੀਨੇਸ਼ਨ ਜ਼ਰੂਰੀ ਹੈ। ਮੇਰੇ ਕਿੰਨੇ ਮਿਲਣ ਵਾਲੇ ਨੇ, ਮੈਂ ਹਰ ਰੋਜ਼ ਮੇਰੇ ਖਿਆਲ 10-5 ਬੰਦਿਆਂ ਨੂੰ ਮੈਂ ਡੇਲੀ ਕਮਲ ਜੀ ਫੋਨ ਕਰਦਾ ਕਿ ਵੀ ਵੈਕਸੀਨੇਸ਼ਨ ਕਰਵਾ ਲਈ, ਕਿਹਨੇ ਕਰਵਾਈ ਹੈ, ਪਰਿਵਾਰ 'ਚ ਕਿੰਨੇ ਮੈਂਬਰ ਰਹਿ ਗਏ। ਪਰ ਜਿਨ੍ਹਾਂ ਨੂੰ ਪੁੱਛਦਾ, ਬੜੀ ਮਤਲਬ ਮੈਨੂੰ ਅਫਸੋਸ ਹੈ ਇਸ ਗੱਲ ਦੇ ਵਿੱਚ ਕਿ ਜਿੰਨੇ ਪਰਿਵਾਰਾਂ ਨੂੰ ਮੈਂ ਪੁੱਛਿਆ ਹੈਗਾ, ਉਹਨਾਂ ਪਰਿਵਾਰਾਂ ਦੇ ਵਿੱਚੋਂ ਮੈਜੋਰਟੀ ਇਹ ਹੁੰਦੇ ਨੇ, ਕੋਈ ਪਰਿਵਾਰ ਅੱਜ ਤੱਕ ਮੈਨੂੰ ਉਹ ਨਹੀਂ ਮਿਲਿਆ ਜਿਹਨੇ ਕਿਹਾ ਸਾਡੇ ਸਾਰੇ ਪਰਿਵਾਰ ਦੀ ਹੋਗੀ, ਔਰ ਜਿਹੜੇ ਵੈਲਿਡ ਨੇ, ਮਤਲਬ ਵੀ ਸਾਡੀ ਹੋ ਚੁੱਕੀ। ਕੋਈ ਕਹਿੰਦਾ ਜੀ ਬਸ ਇੱਕ ਦੀ ਹੋ ਗਈ, ਬਸ ਜੀ ਲਵਾਵਾਂਗੇ ਜੀ, ਬਸ ਜੀ ਉਹੀ ਘੋਲ ਜੀ ਕਰੀ ਜਾਂਦੇ। ਮੈਂ ਨਹੀਂ, ਮੈਨੂੰ ਬਹੁਤ ਅਫਸੋਸ ਹੁੰਦਾ ਹੈ ਕਿ ਇਹ ਨਾ ਕਰੋ। ਅਸੀਂ ਸਾਡੇ ਸਾਰੇ ਪਰਿਵਾਰ ਦੀ ਇੱਥੇ ਵੈਕਸੀਨੇਸ਼ਨ ਕਰਵਾਈ ਹੈ, ਔਰ ਲੋਕਾਂ ਨੂੰ ਅਸੀਂ ਐਜੂਕੇਟ ਕਰਦੇ ਹਾਂ। ਬਹੁਤ NGOs ਨਾਲ ਮੈਂ ਇੱਥੇ ਜੁੜਿਆ ਹੋਇਆ, ਅਸੀਂ ਉਹਨਾਂ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਦੇ ਹਾਂ ਵੀ ਯਾਰ ਟੈਸਟਿੰਗ ਦੀ ਜ਼ਰੂਰਤ ਹੈ ਤਾਂ ਸਾਨੂੰ ਦੱਸੋ, ਵੈਕਸੀਨੇਸ਼ਨ ਦੀ ਜ਼ਰੂਰਤ ਹੈ ਤਾਂ ਸਾਨੂੰ ਦੱਸੋ। ਇੱਥੇ ਲੋਕਾਂ ਨੂੰ ਜਿਹੜੇ ਇਫੈਕਟਡ ਬੰਦੇ ਨੇ, ਬਹੁਤ ਇੱਥੇ ਫੈਮਿਲੀਜ਼ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਬੱਚੇ ਫੋਰਨ 'ਚ ਰਹਿੰਦੇ ਨੇ, ਪੂਰੀ ਦੀ ਪੂਰੀ ਫੈਮਿਲੀ, 2 ਮੀਆਂ ਬੀਬੀ ਰਹਿੰਦੇ ਨੇ, ਉਹ ਸਾਰੇ ਸੀਨੀਅਰ ਸਿਟੀਜ਼ਨ ਨੇ, ਉਹਨਾਂ ਨੂੰ ਖਾਣੇ ਤੱਕ ਪ੍ਰੋਵਾਈਡ ਕਰਵਾ ਰਹੇ ਹਾਂ ਅਸੀਂ ਇੱਥੇ। ਉਹਨਾਂ ਤੱਕ ਖਾਣੇ ਵੀ, ਉਹਨਾਂ ਦੀ ਮੈਡੀਸਿਨਸ ਦੀ ਇੰਤਜ਼ਾਮ। ਲੋਕਾਂ ਨੂੰ ਕੋਈ ਸਰਕਾਰ ਵੱਲੋਂ, ਕੋਈ NGOs ਵੱਲੋਂ ਉਹਨਾਂ ਦੀ ਇੰਟੈਂਸ਼ਨ 'ਚ ਨਹੀਂ ਫਰਕ ਹੁੰਦਾ ਵੀ ਆਪਾਂ ਕਹੀਏ ਉਹਦੀ ਕੋਈ ਇੰਟੈਂਸ਼ਨ 'ਚ ਫਰਕ ਹੈ। ਸਿਰਫ ਫਰਕ ਕੀ ਹੁੰਦਾ ਹੈ ਕਿ ਪ੍ਰੈਕਟੀਕਲੀ ਗਰਾਊਂਡ ਲੈਵਲ ਤੇ, ਜਿਸ ਤਰ੍ਹਾਂ ਰਿਸ਼ੀ ਜੀ ਨੇ ਕਿਹਾ ਔਰ ਅਰੋੜਾ ਜੀ ਨੇ ਕਿਹਾ, ਵੀ ਨੀਚੇ ਲੈਵਲ ਤੱਕ ਦੀ ਅਫਸਰ ਆ ਕੇ ਨਹੀਂ ਦੇਖਦੇ, ਏਸੀ ਕਮਰਿਆਂ ਦੇ ਵਿੱਚ ਬੈਠ ਕੇ ਫੈਸਲੇ ਲੈ ਲੈਂਦੇ ਨੇ। ਪਰ ਮੰਤਰੀ ਤਾਂ ਅਮਰਿੰਦਰ ਸਿੰਘ ਦੀ ਜੀ ਸਰਕਾਰ ਤਾਂ ਦੇਖੀ ਹੈ ਵੀ ਤਾਂ ਬਿਊਰੋਕਰੈਟਸ ਦੀ ਜ਼ਿਆਦਾ ਚੱਲਦੀ ਹੈ, ਇੱਥੇ ਪੋਲੀਟੀਸ਼ੀਅਨਸ ਦੀ ਘੱਟ ਚੱਲਦੀ ਹੁੰਦੀ ਹੈ, ਬਿਊਰੋਕਰੈਟ ਦੀ ਚੱਲਦੀ ਹੈ। ਉਹ ਜਿਸ ਤਰ੍ਹਾਂ ਦੀ ਰਿਪੋਰਟ ਭੇਜ ਦਿੰਦੇ ਨੇ ਉਸ ਤਰ੍ਹਾਂ ਦੀ ਲਾਗੂ ਹੋ ਜਾਂਦੀ ਹੈ। ਇਹ ਨਹੀਂ ਚਾਹੀਦਾ, ਥੋੜਾ ਜਿਹਾ ਲੋਕਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ। ਲੋਕ ਮਰ ਰਹੇ ਨੇ, ਇਹ ਵੀ ਸੋਚਣਾ ਚਾਹੀਦਾ ਹੈ। ਪਰੰਤੂ ਲੋਕਾਂ ਨੂੰ ਮੈਂ ਬਾਰ-ਬਾਰ ਫਿਰ ਅਪੀਲ ਕਰੂੰਗਾ ਕਿ ਲੋਕ ਵੈਕਸੀਨੇਸ਼ਨ ਕਰਵਾਉਣ, ਟੈਸਟ ਕਰਵਾਉਣ, ਲੋਕ ਕੋਆਪਰੇਟ ਕਰਨ, ਕੈਰੀਅਰ ਨਾ ਬਣਨ। ਜਿਸ ਤਰ੍ਹਾਂ ਅਰੋੜਾ ਜੀ ਨੇ ਕਿਹਾ ਕਿ ਖੁਦ ਮੈਂ ਲੈ ਕੇ ਬਿਮਾਰੀ ਨੂੰ ਬਾਜ਼ਾਰ ਦੇ ਵਿੱਚ ਵਿਚਰ ਰਿਹਾਗਾ, ਮੈਨੂੰ ਕੰਮ ਕੋਈ ਨਹੀਂ ਬਾਜ਼ਾਰ ਦੇ ਵਿੱਚ, ਸਿੰਪਲੀ ਬਸ ਇਹ ਦੇਖਣ ਵਾਸਤੇ ਕਿ ਕਿੰਨੇ ਕੁ ਲੋਕ ਫਿਰਦੇ ਨੇ, ਕਿੰਨੀਆਂ ਕੁ ਦੁਕਾਨਾਂ ਖੁੱਲੀਆਂ ਨੇ, ਕੀ ਹੋ ਰਿਹਾ ਹੈ, ਸਰਕਾਰ ਕੀ ਕਰ ਰਹੀ ਹੈ, ਸਿਰਫ ਇਹ ਵੇਖਣ ਵਾਸਤੇ ਮੈਂ ਬਾਜ਼ਾਰ 'ਚ ਜਾਂਦਾ। ਮੈਨੂੰ ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ। ਮੈਕਸੀਮਮ ਕੋਸ਼ਿਸ਼ ਕਰੋ ਘਰਾਂ ਦੇ ਵਿੱਚ ਰਹੋ। ਘਰ ਦਾ ਇੱਕ ਮੈਂਬਰ, ਅਗਰ ਕੋਈ ਜ਼ਰੂਰਤ ਦੀ ਚੀਜ਼ ਹੈ ਬਾਹਰ ਆਵੇ, ਇੱਕ ਮੈਂਬਰ ਲੈ ਕੇ ਆ ਸਕਦਾ ਹੈ। ਦੁਕਾਨ ਖੋਲ੍ਹਣੀ ਹੈ, ਇੱਕ ਬੰਦਾ ਜਾ ਸਕਦਾ, 2 ਦੀ ਬਜਾਏ ਘਰ ਦੇ ਮੈਂਬਰ ਜਾਂਦੇ ਨੇ। ਦੁਕਾਨ ਦੇ ਉੱਤੇ ਕਸਟਮਰਸ ਦੀ ਲਿਮਿਟ ਹੋਵੇ, ਸਰਕਾਰ ਵੱਲੋਂ ਲਿਮਿਟ ਹੋਵੇ। ਅਸੀਂ ਵੀ ਆਪਣੇ ਤੌਰ ਤੇ ਇੰਨੇ ਕੌਨਸ਼ੀਅਸ ਹੋਈਏ ਕਿ ਸਰਕਾਰ ਜਿੰਨੇ ਨਹੀਂ ਵੀ ਅਗਰ ਸਾਨੂੰ ਕਿਹਾ
ਦੁਕਾਨ ਦੇ ਅੰਦਰ 4 ਕਸਟਮਰ ਆਏ ਨੇ, 5ਵੇਂ ਨੂੰ ਅਸੀਂ ਬਾਹਰ ਰੋਕ ਲਈਏ ਵੀ ਭਾਈ ਸਾਹਿਬ ਬਾਹਰ ਰੁਕੋ ਥੋੜੀ ਦੇਰ, 4 ਨੂੰ ਵਿਹਲੇ ਹੋਣ ਤੇ ਫਿਰ ਜਾਓ। ਇੱਥੇ ਅਸੀਂ ਦੁਕਾਨਦਾਰ ਵੇਖਦੇ ਹਾਂ, ਸਰਕਾਰ ਨੇ ਪਾਬੰਦੀ ਕੋਈ ਇੱਥੇ ਹਰਿਆਣੇ 'ਚ ਜਾਂ ਚੰਡੀਗੜ੍ਹ 'ਚ ਵੀ ਐਦਾਂ ਦੀ ਕਸਟਮਰ ਦੀ ਨਹੀਂ ਲਗਾਈ ਹੋਈ, ਪਰੰਤੂ ਦੁਕਾਨਦਾਰ ਇੱਥੇ ਇੰਨੇ ਕੌਨਸ਼ੀਅਸ ਨੇ ਕਿ ਤੁਸੀਂ ਦੁਕਾਨ ਦੇ ਅੰਦਰ ਅਗਰ 4 ਕਸਟਮਰ ਨੇ, 5ਵੇਂ ਵਾਸਤੇ ਉਹਨੇ ਬਾਹਰ ਪਹਿਲਾਂ ਹੀ ਰੋਕ ਦਿੰਦਾ, ਭਾਈ ਸਾਹਿਬ ਰੁਕੋ 2 ਮਿੰਟ, ਆ 4 ਕਸਟਮਰ ਨੂੰ ਮੈਂ ਵਿਹਲਾ ਕਰਦਾ ਫਿਰ ਤੁਸੀਂ ਅੰਦਰ ਆਇਓ। ਜਾਂ ਉਹਨਾਂ ਨੇ ਬਾਹਰ ਰੱਸੇ ਲਗਾਏ ਨੇ, ਫੈਂਸਿੰਗ ਕਰ ਰੱਖੀ ਹੈ, ਬੈਰੀਕੇਡਿੰਗ ਕਰ ਰੱਖੀ ਹੈ ਦੁਕਾਨ ਦੇ ਅੰਦਰ ਵੜਨ ਤੋਂ, ਔਰ ਖੁਦ ਆਪਣੇ ਫੇਸ ਸ਼ੀਲਡ ਲਗਾਈ ਹੈ, ਮਾਸਕ ਲਗਾਏ ਹੋਏ ਨੇ। ਕਸਟਮਰਸ ਨੂੰ ਉਹ ਲਿਖਦੇ ਨੇ, ਬਾਰ-ਬਾਰ ਕਹਿੰਦੇ ਨੇ, ਉਹ ਕਹਿੰਦੇ ਵੀ ਅਸੀਂ ਸਮਾਨ ਹੀ ਫੇਰ ਦੇਵਾਂਗੇ। ਇੱਥੇ ਤਾਂ ਬਲਕਿ ਉਹਨੇ ਮੁਹਿੰਮ ਵੀ ਚਲਾਈ ਹੈ ਦੁਕਾਨਦਾਰਾਂ ਦੇ ਇਹ ਲੱਗੇ ਹੋਏ ਹੋਣ ਵੀ ਸਾਡੇ ਸਾਰੇ ਸਟਾਫ ਦੀ ਵੈਕਸੀਨੇਸ਼ਨ ਹੋ ਚੁੱਕੀ, ਤਾਂ ਕਿ ਕਸਟਮਰ ਉਸ ਦੁਕਾਨ ਤੋਂ ਲਵੇ ਸਮਾਨ, ਔਰ ਉਹਦੇ ਸਾਰੇ ਸਟਾਫ ਦੇ ਮਾਸਕ ਲੱਗੇ ਹੋਏ ਨੇ। ਔਰ ਉਹਨਾਂ ਨੇ ਇਹ ਵੀ ਇੱਕ ਕੰਪੇਨ ਚੱਲੀ ਹੈ ਇੱਥੇ ਕਿ ਲੋਕ ਉਸ ਦੁਕਾਨਦਾਰ ਉਸ ਕਸਟਮਰ ਨੂੰ ਸਮਾਨ ਦੇਊਗਾ ਜਿਹਦੇ ਮਾਸਕ ਲੱਗਿਆ ਹੋਇਆ, ਜਿਹਦੇ ਮਾਸਕ ਨਹੀਂ ਲੱਗਿਆ ਹੋਇਆ ਕਸਟਮਰ ਦੁਕਾਨਦਾਰ ਨੂੰ ਜਵਾਬ ਦੇ ਦਿੰਦਾ ਕਿ ਭਾਈ ਸਾਹਿਬ ਮੈਂ ਤੁਹਾਨੂੰ ਸਮਾਨ ਨਹੀਂ ਦਿੰਦਾ, ਤੁਸੀਂ ਕਿਤੋਂ ਹੋਰ ਲਓ ਜਾ। ਤੁਸੀਂ ਕਿਉਂ ਕੈਰੀਅਰ ਬਣੇ ਹੋਏ ਹੋ, ਕਿਉਂ ਬਿਮਾਰੀ ਫੈਲਾ ਰਹੇ ਸਮਾਜ ਦੇ ਵਿੱਚ? ਜੀ ਬਿਲਕੁਲ। ਦੇਖੋ ਮੈਂ ਇੱਕ ਗੱਲ ਕਹਾਂਗਾ ਕਮਲ ਜੀ, ਮੈਂ ਪੋਲੀਟੀਕਲ ਸਾਇੰਸ ਦਾ ਵੀ ਸਟੂਡੈਂਟ ਰਿਹਾ ਹਿਸਟਰੀ ਦੇ ਨਾਲ। ਸਾਨੂੰ ਸੰਵਿਧਾਨ ਦੇ ਅੰਦਰ ਰਾਈਟਸ ਤੇ ਡਿਊਟੀਆਂ 2 ਚੀਜ਼ਾਂ ਮਿਲੀਆਂ ਹੋਈਆਂ। ਸੰਵਿਧਾਨ ਦੇ ਅੰਦਰ ਸਾਨੂੰ ਰਾਈਟਸ ਤੇ ਡਿਊਟੀਆਂ 2 ਚੀਜ਼ਾਂ ਮਿਲੀਆਂ ਹੋਈਆਂ, ਪਰ ਬਦਕਿਸਮਤੀ ਹਿੰਦੁਸਤਾਨ ਦੀ ਸ਼ੁਰੂ ਤੋਂ ਰਹੀ ਇੱਕ ਕਿ ਅਸੀਂ ਆਪਦੇ ਮਤਲਬ ਰਾਈਟਸ ਬਾਰੇ ਤਾਂ ਬਹੁਤ ਜਾਗਰੂਕ ਹਾਂ ਵੀ ਸਾਨੂੰ ਆਹ ਹੱਕ ਨੇ ਸੰਵਿਧਾਨ ਦੇ ਵਿੱਚ, ਡਿਊਟੀਆਂ ਬਾਰੇ ਕੋਈ ਜਾਗਰੂਕ ਨਹੀਂ ਹਾਂ। ਸਾਨੂੰ ਇਹ ਤਾਂ ਪਤਾ ਹੈ ਵੀ ਸਾਨੂੰ ਸਰਕਾਰ ਇਹ ਚੀਜ਼ ਦੇਵੇ, ਪਰ ਸਾਨੂੰ ਇਹ ਨਹੀਂ ਪਤਾ ਵੀ ਸਾਨੇ ਵੀ ਸਰਕਾਰ ਨੂੰ ਕੀ ਦੇਣਾ ਜੀ। ਸਾਡੀ ਵੀ ਸਮਾਜ ਪ੍ਰਤੀ ਕੋਈ ਡਿਊਟੀ ਹੈ, ਸਾਡੇ ਜੇ ਅਸੀਂ ਆਪਣੇ ਪਰਿਵਾਰ ਪ੍ਰਤੀ ਡਿਊਟੀ ਸਮਝਦੇ ਹਾਂ, ਸਾਡੀ ਸਮਾਜ ਪ੍ਰਤੀ ਵੀ ਡਿਊਟੀ ਹੈ, ਸਾਡੀ ਸਰਕਾਰ ਪ੍ਰਤੀ ਵੀ ਡਿਊਟੀ ਹੈ। ਸਮਾਜ ਪ੍ਰਤੀ ਸਾਡੀ ਡਿਊਟੀ ਹੈ, ਅਸੀਂ ਕੈਰੀਅਰ ਬਣ ਕੇ ਕਿਉਂ ਬਿਮਾਰੀ ਫੈਲਾਉਂਦੇ ਫਿਰਦੇ ਹਾਂ? ਕਿਉਂ ਨਹੀਂ ਅਸੀਂ ਮਾਸਕ ਲਗਾਉਂਦੇ? ਕਿਉਂ ਨਹੀਂ ਡਿਸਟੈਂਸਿੰਗ ਰੱਖਦੇ? ਕਿਉਂ ਅਸੀਂ ਬਿਨਾਂ ਜ਼ਰੂਰਤ ਤੋਂ ਬਾਜ਼ਾਰਾਂ ਦੇ ਵਿੱਚ ਧੱਕੇ ਖਾਂਦੇ ਫਿਰਦੇ ਹਾਂ? ਕਿਉਂ ਅਸੀਂ ਪੈਟਰੋਲ ਫੂਕ ਰਹੇ ਹਾਂ? ਕਿਉਂ ਗੱਡੀਆਂ ਸੜਕਾਂ 'ਤੇ ਭੀੜ ਕੀਤੀ ਹੋਈ ਹੈ? ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬਾਜ਼ਾਰ ਦੇ ਵਿੱਚ ਅੱਜ ਵੀ ਉਨੀ ਭੀੜ ਹੈ, ਬੜੀ ਬਦਕਿਸਮਤੀ ਹੈ ਇਸ ਗੱਲ ਦੀ ਕਿ ਇੰਨੀਆਂ ਪਾਬੰਦੀਆਂ ਦੇ ਬਾਵਜੂਦ ਦੁਕਾਨਾਂ ਬੰਦ ਨੇ, ਬਾਜ਼ਾਰ ਦੇ ਵਿੱਚ ਭੀੜ ਕਰ ਕੀ ਰਹੀ ਹੈ? ਕੀ ਕਰਨਾ ਆਈ ਹੈ ਭੀੜ? ਉਹ ਜੀ ਇੱਕ ਮੇਲਾ ਦੇਖਣੀ ਆਈ ਹੈ, ਹੋਰ ਕੁਝ ਨਹੀਂ। ਹੋਰ ਦੇਖਿਆ ਲੋਕਾਂ ਨੂੰ ਸੋਚਣਾ ਚਾਹੀਦਾ ਥੋੜਾ ਜਿਹਾ ਜੀ। ਲੋਕਾਂ ਨੂੰ ਸਰਕਾਰ ਨੂੰ ਕੋਆਪਰੇਟ ਕਰਨ ਪਲੀਜ਼ ਜੀ। ਸਿੰਗਲਾ ਜੀ ਬਹੁਤ ਵਧੀਆ ਗੱਲਾਂ ਤੁਸੀਂ ਕਹੀਆਂ, ਤੇ ਮੈਨੂੰ ਨਾ ਕਾਲ ਤਾਂ ਹਾਲੇ ਕਿ ਨਹੀਂ ਆ ਰਹੀ, ਕੁਝ ਮੈਸੇਜ ਮੈਨੂੰ WhatsApp ਤੇ ਲੋਕਾਂ ਨੇ ਭੇਜੇ ਨੇ ਕਿ ਇੱਕ ਮੈਸੇਜ ਬੜਾ ਇੰਟਰਸਟਡ ਜਾਂ ਬੜਾ ਫਨੀ ਜਿਹਾ ਭੇਜਿਆ ਦੋਸਤ ਨੇ। ਕਹਿੰਦੇ ਸਰਕਾਰ ਕਹਿ ਰਹੀ ਹੈ ਕਿ ਇਹ ਦੁਕਾਨਾਂ ਜ਼ਰੂਰੀ ਨੇ ਜਾਂ ਇਹ ਗੈਰ ਜ਼ਰੂਰੀ ਨੇ। ਕਹਿੰਦੇ ਹੁਣ ਇਹ ਫਰਜ਼ ਕਰੋ, ਬੜਾ ਇਹਨਾਂ ਨੇ ਉਹ ਲਿਖਿਆ ਮੈਸੇਜ ਬੜਾ ਫਨੀ ਜਿਹਾ ਹੈ। ਅਰੋੜਾ ਸਾਹਿਬ ਤੁਸੀਂ ਤਾਂ ਜਵਾਬ ਜ਼ਰੂਰ ਦਿਓ। ਉਹ ਕਹਿੰਦੇ ਨੇ ਕਿ ਹੁਣ ਤੁਰੇ ਜਾਂਦੇ ਕਿਸੇ ਦਾ ਝੁੱਗਾ ਫਟ ਜਾਏ ਤਾਂ ਬੰਦਾ ਸਿਲਾਈ ਕਿੱਥੋਂ ਕਰਵਾਊਗਾ? ਦਰਜੀਆਂ ਦੀ ਦੁਕਾਨਾਂ ਵੀ ਕਹਿੰਦੇ ਜ਼ਰੂਰੀ ਸਮਾਨ ਚਾਉਣੀ ਚਾਹੀਦੀਆਂ ਨੇ। ਕਿਸੇ ਤੀਰ ਦਰਜੀ ਭਰਾ ਦੀ ਮੈਸੇਜ ਹੁਣ ਮਤਲਬ ਇੱਥੇ ਜ਼ਰੂਰੀ ਤੇ ਗੈਰ ਜ਼ਰੂਰੀ ਪਰਿਭਾਸ਼ਾ ਅਸੀਂ ਉਹਨੂੰ ਨਹੀਂ ਡਿਫਾਈਨ ਕਰ ਸਕਦੇ। ਇਹ ਮੈਨ ਟੂ ਮੈਨ ਡਿਫਰ ਕਰਦਾ ਹੈ, ਇਹ ਮੈਨ ਟੂ ਮੈਨ ਡਿਫਰ ਕਰਦਾ ਹੈ ਵੀ ਜ਼ਰੂਰੀ ਉਹਦੇ ਵਾਸਤੇ ਕੀ ਹੈ। ਇੱਕ ਜਿਹਦਾ ਝੱਗਾ ਫਟ ਗਿਆ ਉਹਦੇ ਵਾਸਤੇ ਸਭ ਤੋਂ ਇਸ ਟਾਈਮ ਤੇ ਸਭ ਤੋਂ ਜ਼ਰੂਰੀ ਦੁਕਾਨ ਟੇਲਰ ਮਾਸਟਰ ਦੀ ਹੈ ਜੀ। ਔਰ ਜਿਹਦੇ ਘਰੇ ਮੈਂ ਪਹਿਲਾਂ ਵੀ ਕਿਹਾ ਸੀ, ਜਿਹਦੇ ਘਰੇ ਬਿਜਲੀ ਫੇਲ ਹੋ ਗਈ, ਸਭ ਤੋਂ ਉਹਨੂੰ ਰੋਟੀ ਤੋਂ ਪਹਿਲਾਂ ਬਿਜਲੀ ਚਾਲੂ ਕਰਾਉਣੀ ਜ਼ਰੂਰੀ ਹੈ। ਤੇ ਜਿਹਦੇ ਘਰੇ ਪਾਣੀ ਪਾਈਪ ਲੀਕ ਉਹ ਜ਼ਰੂਰੀ ਹੈ। ਬਿਲਕੁਲ ਫਨੀ ਨਹੀਂ ਹੈ, ਬਿਲਕੁਲ ਅਸਲੀਅਤ ਹੈ। ਬੰਦੇ ਨੇ ਸਹੀ ਲਿਖਿਆ, ਮੈਂ ਵੀ ਤਾਇਦ ਕਰਦਾ। ਬਲਕਿ ਜੀ ਇੱਕ ਬਾਜ਼ਾਰ ਦੇ ਵਿੱਚ ਤੁਸੀਂ ਗੱਲ ਸੁਣੋ, ਸਾਈਕਲ ਦੀਆਂ ਦੁਕਾਨਾਂ ਬੰਦ ਨੇ ਜੀ। ਇੱਕ ਦੁਕਾਨ ਦੇ ਪੰਕਚਰ ਹੋ ਗਿਆ ਸਾਈਕਲ ਦੀ, ਦੱਸੋ ਉਹਦੇ ਵਾਸਤੇ ਹੁਣ ਇਸ ਟਾਈਮ ਤੇ ਪਹਿਲਾਂ ਖਾਣਾ ਜ਼ਰੂਰੀ ਹੈ ਕਿ ਸਾਈਕਲ ਨੂੰ ਪੰਕਚਰ ਲਵਾਉਣਾ? ਉਹਨੇ 6 ਕਿਲੋਮੀਟਰ ਆਪਣੇ ਪਿੰਡ ਜਾਣਾ ਕਿਸੇ ਦੇ, ਕਿਸ ਤਰ੍ਹਾਂ ਸਾਈਕਲ ਨੂੰ ਰੋੜ ਕੇ 6 ਕਿਲੋਮੀਟਰ ਲੈ ਕੇ ਜਾਏਗਾ ਜੀ। ਸਰ ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਇੱਥੇ ਉਹ ਡਿਫਾਈਨ ਕਰਦੇ ਹਾਂ। ਜੋ ਸਰਕਾਰ ਦੇ ਨਵੇਂ ਆਦੇਸ਼ ਆਏ ਨੇ ਉਹਦੇ ਵਿੱਚ ਸਾਈਕਲ ਦੀ ਪੰਚਰ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਨੇ, ਔਰ ਹਾਰਡਵੇਅਰ ਦੀਆਂ ਦੁਕਾਨਾਂ ਵੀ ਇਹਨਾਂ ਨੇ ਛੋਟ ਦੇ ਦਿੱਤੀ ਹੈ, ਔਰ ਨਾਲ ਹੀ ਜੋ ਬਿਜਲੀ ਰਿਪੇਅਰ ਦੀਆਂ ਦੁਕਾਨਾਂ ਨੇ ਔਰ ਇਹਨਾਂ ਨੂੰ ਛੋਟ ਦੇ ਦਿੱਤੀ ਹੈ ਜੀ। ਕਿਸੇ ਨੂੰ ਸਦਬੁੱਧੀ ਆਈ ਹੋਊਗੀ ਅਫਸਰ ਦਰਜੀ ਦੀ ਦੁਕਾਨ ਨੂੰ ਕਮਲ ਜੀ, ਉਹ ਹਾਲੇ ਨਹੀਂ ਆਈ ਜੀ। ਤੇ ਮੈਨੂੰ ਤਾਂਹੀਓ ਤਾਂ ਮੈਸੇਜ ਆਇਆ ਨਾ, ਇੱਕ ਮੈਸੇਜ ਵੀ ਜਦੋਂ ਕਿਸ ਦਾ ਝੁੱਗਾ ਪਾੜਦਾ ਇੱਜ਼ਤ ਦਾ ਸਵਾਲ ਬਣ ਜਾਂਦਾ ਹੈ ਜੀ। ਬਿਲਕੁਲ ਉਹ ਬਹੁਤ ਐਸੈਂਸ਼ੀਅਲ ਹੈ ਕਮਲ ਜੀ। ਜੀ ਬਿਲਕੁਲ। ਸਾਨੂੰ ਤੁਹਾਡੇ ਫੇਸ ਤੇ ਥੋੜੀ ਸਮਾਈਲਿੰਗ ਚਾਹੀਦੀ ਸੀ ਜੀ, ਤਾਂ ਕਰਕੇ ਮਤਲਬ ਇਦਾਂ ਦੇ ਸਵਾਲ ਵੀ ਪੜ੍ਹੇ ਜਾਣੇ ਜ਼ਰੂਰੀ ਸੀਗੇ। ਤੇ ਹੁਣ ਇੱਕ ਸਵਾਲ ਹੋਰ ਹੈ ਜੀ। ਇੱਕ ਦੋਸਤ ਸੁਖਵਿੰਦਰ ਸਿੰਘ, ਇਹਨਾਂ ਨੇ ਮੈਨੂੰ WhatsApp ਤੇ ਮੈਸੇਜ ਭੇਜਿਆ। ਇਹ ਕਹਿੰਦੇ ਨੇ ਕਿ ਮੇਰੀ ਹੈਗੀ ਮਨਿਆਰੀ ਦੀ ਦੁਕਾਨ। ਕਹਿੰਦੇ ਹੁਣ ਮੇਰੇ ਕਲਾਇੰਟ ਦਾ, ਮੇਰੇ ਕਸਟਮਰ ਦਾ ਮੈਨੂੰ ਫੋਨ ਆ ਰਿਹਾ ਕਿ ਅਸੀਂ ਵਿਆਹ ਵਾਸਤੇ ਸਮਾਨ ਲੈਣਾ ਹੈ, ਤੇ ਦੁਕਾਨ ਕਹਿੰਦੇ ਅਸੀਂ ਖੋਲ੍ਹ ਨਹੀਂ ਸਕਦੇ। ਹੁਣ ਉਹ ਕਹਿੰਦੇ ਸਾਡਾ ਵਿਆਹ ਦਾ ਪ੍ਰੋਗਰਾਮ ਹੈ, ਹੁਣ ਦੱਸੋ ਜ਼ਰੂਰੀ ਗੈਰ ਜ਼ਰੂਰੀ ਦੀ ਪਰਿਭਾਸ਼ਾ ਆਪਾਂ ਕੀ ਦਿਆਂਗੇ? ਇਹ ਜ਼ਰੂਰੀ ਆਈਟਮ ਹੈ, ਵਿਆਹ ਦੇ ਵਾਸਤੇ ਜ਼ਰੂਰੀ ਆਈਟਮ ਹੈ। ਦੇਖੋ ਹੁਣ ਵਿਆਹ ਇਸ ਸਮਾਨ ਤੋਂ ਬਿਨਾਂ ਕਿਸ ਤਰ੍ਹਾਂ ਵਿਆਹ ਲਾਗੂ ਹੋਊਗਾ ਜੀ। ਹੁਣ ਉਹਨਾਂ ਦੇ ਗਾਹਕ ਦਾ ਉਹਨਾਂ ਨੂੰ ਫੋਨ ਆ ਰਿਹਾ ਜੀ, ਵਿਆਹ ਤਾਂ ਰੋਕ ਰੱਖੇ ਆ। ਚਲੋ ਵਿਆਹ ਉਹ ਕਹਿੰਦੇ ਵਿਆਹ ਕੋਈ ਐਸੈਂਸ਼ੀਅਲ ਐਕਟੀਵਿਟੀ ਥੋੜਾ ਹੈਗੀ ਆ ਜੀ। ਐਸੈਂਸ਼ੀਅਲ ਇਹ ਤੁਸੀਂ ਜਦੋਂ ਤੁਹਾਡੀ ਮੈਰਿਜ ਹੋਣੀ ਸੀ ਤੁਸੀਂ ਉਦੋਂ ਪੁੱਛਦੇ ਵੀ ਐਸੈਂਸ਼ੀਅਲ ਹੈ ਕਿ ਨਹੀਂ। ਅੱਜ ਨਾ ਕਹੋ ਤੁਸੀਂ ਕਿਸੇ ਦੀ ਮੈਰਿਜ ਦੇ ਉੱਤੇ। ਤੇ ਇੱਕ ਮੈਸੇਜ ਸਾਡੇ ਕੋਲ ਆਪਣੇ ਫੇਸਬੁੱਕ ਤੇ ਵੀ 2 ਆਏ ਹੋਏ ਨੇ, ਮੈਂ ਉਹ ਵੀ ਪੜ੍ਹਦੇ ਹਾਂ ਜੀ। ਸੰਦੀਪ ਰਾਣਾ ਜੀ ਲਿਖਦੇ ਨੇ ਕਿ ਰਿਸ਼ੀਵੀਰ ਜੀ ਨੇ ਜੋ ਕਿਹਾ ਕਿ ਲੋਕਾਂ ਤੱਕ ਦਿੱਲੀ ਸਰਕਾਰ ਨੇ 5000 ਰੁਪਏ ਦਿੱਤੇ ਮਹੀਨੇ ਲਈ, ਪਰ ਜਦੋਂ ਇਸ ਤੋਂ ਪਹਿਲਾਂ ਲਾਕਡਾਊਨ ਲੱਗਿਆ ਸੀ ਤਾਂ ਪੰਜਾਬ ਸਰਕਾਰ ਨੇ ਰਾਸ਼ਨ ਦੇਣ ਦਾ ਯਤਨ ਕੀਤਾ
ਪਰੰਤੂ 1 ਲੱਖ ਘਰ ਨੂੰ 5-5 ਮੈਂਬਰਾਂ ਦੇ ਘਰਾਂ ਵਿੱਚ ਇਕੱਠਾ, ਹਾਂ ਕਹਿੰਦੇ ਕੁਝ ਲੋਕਾਂ ਨੇ ਨਾ ਮਤਲਬ 5-5 ਮੈਂਬਰ ਸੀਗੇ, ਉਹਨਾਂ ਨੇ ਜਿਹੜਾ ਆਪਣੇ ਘਰਾਂ ਦੇ ਵਿੱਚ ਰਾਸ਼ਨ ਇਕੱਠਾ ਕਰ ਲਿਆ। ਅਤੇ ਇੱਥੇ ਸਭ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਕਿ ਕਿਸੇ ਨੂੰ ਜ਼ਿਆਦਾ ਨਾ ਮਿਲੇ, ਜ਼ਿਆਦਾ ਜ਼ਰੂਰਤ ਵਾਲੇ ਨੂੰ ਕੋਈ ਕਮੀ ਨਾ ਰਹੇ। ਅਤੇ ਇਸ ਲਈ ਕੋਸਣ ਦਾ ਸਮਾਂ ਨਹੀਂ ਹੈ। ਸਾਡੇ ਦੇਸ਼ ਵਿੱਚ ਇਹ ਇੱਕ ਤਰਾਸਦੀ ਰਹੀ ਹੈ ਕਿ ਫਰੀ ਦੀ ਚੀਜ਼ ਨੂੰ ਹਰ ਕੋਈ ਨਹੀਂ ਛੱਡਦਾ, ਸਭ ਆਪਣੇ ਤੱਕ ਹੀ ਸੀਮਿਤ ਹਨ। ਇਸ ਲਈ ਸ਼ਾਇਦ ਸਰਕਾਰ ਨੂੰ ਕੁਝ ਅਜਿਹੇ ਫੈਸਲੇ ਲੈਣੇ ਪੈਂਦੇ ਹਨ। ਤਾਂ ਸੰਦੀਪ ਰਾਣਾ ਜੀ ਦਾ ਇਹ ਸੀਗਾ ਜੀ ਮੈਸੇਜ। ਅਤੇ ਇਹਦੇ ਬਾਰੇ 'ਚ ਆਪਣਾ ਅਰੋੜਾ ਸਾਹਿਬ ਕੀ ਕਹੋਗੇ? ਸਿੰਗਲਾ ਜੀ ਨੇ ਇਹ ਗੱਲ ਪਹਿਲਾਂ ਬੜੀ ਵਧੀਆ ਗੱਲ ਕਹੀ ਹੈਗੀ ਆ ਕਿ ਸਾਨੂੰ ਜਿੱਥੇ ਰਾਈਟਸ ਮਿਲਦੇ ਆ ਉਦੋਂ ਪਹਿਲਾਂ ਸਾਡੇ ਨਾਲ ਡਿਊਟੀਆਂ ਹੁੰਦੀਆਂ ਹਨ ਕਿ ਅਸੀਂ ਡਿਊਟੀਆਂ ਕਰਨੀਆਂ ਹੈਗੀਆਂ, ਔਰ ਇਹ ਸਾਡਾ ਇੱਕ ਨੈਸ਼ਨਲ ਕਰੈਕਟਰ ਦੇ ਵਿੱਚ ਘਾਟ ਆ ਗਈ। ਮੈਂ ਪਹਿਲਾਂ ਇੱਕ ਵਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਸੀ ਕਮਲ ਜੀ ਕਿ ਜਦੋਂ ਮਿਸਟਰ ਸੁਭਾਸ਼ ਚੰਦਰ ਬੋਸ ਨੇ ਇਹ ਗੱਲ ਕਹੀ ਸੀ ਕਿ ਜਦੋਂ ਇੰਡੀਆ ਨੂੰ ਆਜ਼ਾਦੀ ਮਿਲੇਗੀ ਤਾਂ ਪਹਿਲੇ 25 ਸਾਲ ਡਿਕਟੇਟਰਸ਼ਿਪ ਚਾਹੀਦੀ ਹੈ ਡੈਮੋਕ੍ਰੇਸੀ ਨੂੰ, ਕਿਉਂਕਿ ਇੱਕ ਪਾੜ ਪੈ ਗਿਆ ਸੀਗਾ ਕਿ ਉਹ ਸਰਕਾਰ ਹੈ, ਇਹ ਅਸੀਂ ਹਾਂ। ਜਦੋਂ ਤੱਕ ਇਹ ਸਾਡੀ ਮਾਨਸਿਕਤਾ ਦੂਰ ਨਹੀਂ ਹੁੰਦੀ ਕਿ ਅਸੀਂ ਸਰਕਾਰ ਹੈਗੇ ਆ, ਸਾਡੀਆਂ ਇਹ ਡਿਊਟੀਆਂ ਹੈਗੀਆਂ, ਤਾਂ ਹੀ ਸਰਕਾਰ ਕਰ ਪਾਏਗੀ। ਔਰ ਜੋ ਸਰਕਾਰ ਕਰ ਰਹੀ ਹੈ ਸਾਡੇ ਵਾਸਤੇ ਕਰ ਰਹੀ ਆ, ਫਿਰ ਅਸੀਂ ਸਰਕਾਰ ਨੂੰ ਵੀ ਕੰਟਰੋਲ ਕਰ ਲਓ ਜੇ ਸਰਕਾਰ ਗਲਤ ਕਰਦੀ ਹੈਗੀ ਹੈ ਤਾਂ ਇਹ ਸਾਡੇ ਕਰੈਕਟਰ ਦੀ ਘਾਟ ਹੈ, ਸਾਡੇ ਨੈਸ਼ਨਲ ਕਰੈਕਟਰ ਦੀ ਘਾਟ ਹੈ ਕਿ ਜੇ ਸਰਕਾਰ ਸਹਾਇਤਾ ਕਰ ਰਹੀ ਹੈਗੀ ਆ ਤਾਂ ਉਹਨੂੰ ਸਟੋਰ ਕਰ ਲਓ, ਬਾਅਦ 'ਚ ਭਾਵੇਂ ਜਾ ਕੇ ਦੁਕਾਨਾਂ ਤੇ ਵੇਚ ਆਓ। ਜੇ ਗੁਆਂਢੀ ਕੋਲ ਹੈ ਨਹੀਂ, ਉਹਨੂੰ ਦੇਣ ਦੀ ਬਜਾਏ ਤੁਸੀਂ ਆਪ ਇਕੱਠਾ ਕਰਕੇ ਰੱਖ ਲਓ। ਇਹ ਸਾਨੂੰ ਆਪ ਨੂੰ ਆਪਣੇ ਸੈਲਫ ਡਿਸਿਪਲਿਨ ਦੀ ਉੱਥੀ ਗੱਲ ਆ ਜਾਂਦੀ ਹੈ ਕਿ ਸੈਲਫ ਡਿਸਿਪਲਿਨ ਸਾਨੂੰ ਆਪ ਦੇ ਵਿੱਚ ਪੈਦਾ ਕਰਨਾ ਪਏਗਾ ਕਮਲ ਜੀ, ਫੇਰ ਹੀ ਇਹ ਢਾਂਚਾ ਚੱਲ ਪਾਏਗਾ, ਨਹੀਂ ਤੇ ਇਟ ਵਿਲ ਕ੍ਰੈਸ਼ ਜੀ। ਤਾਂ ਇੱਕ ਆਪਣਾ ਇੱਕ ਦੋਸਤ ਨੇ ਮੈਸੇਜ ਕਮੈਂਟ ਹੋਰ ਕੀਤਾ ਫੇਸਬੁੱਕ ਲਾਈਵ 'ਤੇ, ਸਿੰਗਲਾ ਜੀ ਤੁਹਾਡੇ ਤੋਂ ਜਵਾਬ ਚਾਹੂੰਗਾ ਕਿ ਇਹ ਕਹਿੰਦੇ ਨੇ ਕਿ ਜਿੰਨਾ ਜ਼ੋਰ ਸਰਕਾਰ ਨੇ ਜੋ ਹੈ ਮਾਸਕ ਲਵਾਉਣ ਅਤੇ ਦੁਕਾਨਾਂ ਬੰਦ ਕਰਾਉਣ 'ਤੇ ਲਾਇਆ, ਜੇ ਉਹਨਾਂ ਜ਼ੋਰ ਹਸਪਤਾਲਾਂ 'ਤੇ ਲਾਉਂਦੀ ਤਾਂ ਲੋਕ ਸ਼ਾਇਦ ਇਲਾਜ ਕੋਲੋਂ ਨਾ ਮਰਦੇ। ਕੀ ਕਹੋਗੇ? ਨਹੀਂ, ਦੇਖੋ ਜਿੱਥੇ ਤੱਕ ਮੈਂ ਇਹ ਕੱਲ੍ਹ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਆ ਰਿਹਾ ਸੀ, ਅਗਰ ਹਸਪੀਟਲ ਖੁੱਲ੍ਹ ਜਾਂਦੇ ਤਾਂ ਡਾਕਟਰ ਤੇ ਉਹਦਾ ਇਨਫਰਾਸਟਰਕਚਰ ਬਾਕੀ ਕਿੱਥੋਂ ਆਉਂਦਾ? ਸਰਕਾਰ ਦੀ ਇਕੋਨੋਮੀ ਦੇ ਮੁਤਾਬਕ ਕਮੀ ਕਿਸੇ ਚੀਜ਼ ਦੀ ਨਹੀਂ। ਕਮੀ ਕਿਸ ਚੀਜ਼ ਦੀ ਹੈ ਕਿ ਜੋ ਆਪਣੇ ਕੋਲ ਇਨਫਰਾਸਟਰਕਚਰ ਇਸ ਟਾਈਮ ਤੇ ਉਪਲਬਧ ਹੈ ਉਹ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ। ਤੁਸੀਂ ਕਿਸੇ ਵੀ ਹਸਪੀਟਲ 'ਚ ਜਾ ਕੇ ਵੇਖੋ, ਰੋਜ਼ ਵੇਖਦੇ ਹਾਂ ਆਪਾਂ ਕਿੰਨੇ ਵੈਂਟੀਲੇਟਰ ਆਏ ਸੀ ਜਿਹੜੇ ਹਜੇ ਤੱਕ ਬੰਦ ਡੱਬਿਆਂ ਦੇ ਵਿੱਚ ਪਏ ਨੇ। ਕਿੰਨੀ ਸਰਕਾਰ, ਸੈਂਟਰ ਸਰਕਾਰ ਨੇ ਪਿਛਲੀ ਜਦੋਂ ਪਹਿਲੀ ਵੇਵ ਆਈ ਹੈ ਕਰੋਨਾ ਦੀ, ਉਦੋਂ ਪ੍ਰਧਾਨ ਮੰਤਰੀ ਰਿਲੀਫ ਫੰਡ ਦੇ ਵਿੱਚੋਂ ਆਕਸੀਜਨ ਪਲਾਂਟ ਲਾਉਣ ਵਾਸਤੇ ਕਿੰਨੀਆਂ ਸਟੇਟਸ ਨੂੰ ਫੰਡਸ ਦਿੱਤੇ ਸੀ। ਔਰ ਇਹ ਸਾਰਿਆਂ ਨੂੰ ਪਤਾ, ਤੁਹਾਨੂੰ ਜ਼ਿਆਦਾ ਪਤਾ ਹੋਊ ਮੇਰੇ ਨਾਲੋਂ, ਵੀ ਉਹਨਾਂ ਦੇ ਵਿੱਚੋਂ ਕਿੰਨੇ ਪਲਾਂਟ ਉਹਨਾਂ ਨੇ ਲਾਗੂ ਕੀਤੇ। 10-10 ਪਲਾਂਟਾਂ ਦੇ ਪੈਸੇ ਲੈ ਕੇ ਕਿਸੇ ਨੇ 1 ਲਗਾਇਆ, ਕਿਸੇ ਨੇ 2 ਲਗਾਏ। ਕੋਈ ਸਰਕਾਰਾਂ ਦੇ ਵਿੱਚ ਜਿੱਥੇ ਫੈਸਲਿਆਂ ਦੀ ਕਮੀ ਹੈ, ਉੱਥੇ ਸਰਕਾਰਾਂ ਦੇ ਵਿੱਚ ਇਸ ਚੀਜ਼ ਦੀ ਵੀ ਕਮੀ ਹੈ ਕਿ ਕਿਸੇ ਵੀ ਚੀਜ਼ ਨੂੰ, ਜਿੰਨੇ ਕਾਨੂੰਨ ਬਣੇ ਹੋਏ ਨੇ ਉਹਦੀ ਇੰਪਲੀਮੈਂਟੇਸ਼ਨ ਦੀ ਬਹੁਤ ਵੱਡੀ ਕਮੀ ਹੈ। ਤੁਸੀਂ ਜਾ ਕੇ ਵੇਖੋਗੇ ਕੋਈ ਮੰਤਰੀ ਇਸ ਤਰ੍ਹਾਂ ਦਾ ਹੁੰਦਾ ਹੈ। ਹਰਿਆਣੇ ਦੇ ਵਿੱਚ ਅਨਿਲ ਵਿਜ ਹੈ, ਇਹਦੇ ਕੋਲ ਲੋਕਲ ਗਵਰਨਮੈਂਟ ਵੀ ਹੈ ਔਰ ਇਹ ਹੈਲਥ ਮਿਨਿਸਟਰ ਵੀ ਹੈ ਔਰ ਹੋਮ ਮਿਨਿਸਟਰ ਵੀ ਹੈ। ਇਹ ਕਦੇ ਥਾਣੇ ਦੀ ਚੈਕਿੰਗ ਤੇ ਹੁੰਦਾ ਤੇ ਕਦੇ ਹਸਪੀਟਲ ਦੀ ਚੈਕਿੰਗ ਤੇ ਹੁੰਦਾ। ਕਦੇ ਤੁਸੀਂ ਜਾ ਕੇ ਦੇਖੋ, ਤੁਸੀਂ ਵੀ ਇੱਕ ਪ੍ਰੈਸ ਨਾਲ, ਮੀਡੀਆ ਨਾਲ ਜੁੜੇ ਹੋਏ ਹੋ, ਤੁਸੀਂ ਕਿਤੇ ਜਾ ਕੇ ਦੇਖੋ ਕੀ ਤੁਹਾਨੂੰ ਉੱਥੇ ਸਾਰੇ ਸਟਾਫ ਹਾਜ਼ਰ ਮਿਲਦਾ? ਨਹੀਂ ਮਿਲਦਾ। ਅਗਰ ਜਿੰਨਾ ਸਟਾਫ ਹੈਗਾ ਹਸਪੀਟਲਾਂ ਦੇ ਵਿੱਚ, ਇਹਨਾਂ ਦਾ ਇਨਫਰਾਸਟਰਕਚਰ ਪਹਿਲਾਂ ਹੀ ਇੰਨਾ ਹੈ ਕਿ ਇਹਨੂੰ ਜਾ ਕੇ ਅਗਰ ਪ੍ਰੋਪਰਲੀ ਲੋਕਾਂ ਦੇ ਹੱਥਾਂ 'ਚ ਪਾਵਰ ਹੋਵੇ, ਇਹ ਲੋਕ ਜਾ ਕੇ ਚੈੱਕ ਕਰ ਸਕਣ, ਲੋਕਾਂ ਦੀ ਸਰਕਾਰ ਸੁਣਦੀ ਹੋਵੇ, ਫਿਰ ਜਾ ਕੇ ਤੁਸੀਂ ਦੇਖੋ ਇਹ ਇਨਫਰਾਸਟਰਕਚਰ ਕੀ ਥੋੜ੍ਹਾ ਹੈਗਾ ਦਿੱਤਾ ਹੋਇਆ, ਇਹੀ ਇਨਫਰਾਸਟਰਕਚਰ ਬਹੁਤ ਹੈ। ਪਰੰਤੂ ਹੁੰਦਾ ਕੀ ਹੈ ਵੀ ਇਹਨਾਂ ਦੇ ਵਿੱਚ ਜਾਂਦੇ ਅਸੀਂ, ਜੇ 20 ਬੰਦੇ ਉੱਥੇ ਡਾਕਟਰ ਨੇ ਤਾਂ 2 ਡਾਕਟਰ ਮਿਲਣਗੇ। ਔਰ ਡਾਕਟਰ ਪੁਰਾਣੇ ਸਮੇਂ 'ਚ ਗੱਲ ਹੈ, ਸਾਡੇ ਮਿੱਤਰ ਸੀ ਇੱਥੇ ਡਾਕਟਰ, ਉਹ ਗੱਲਾਂ ਸਾਡੇ ਨਾਲ ਕਰੀ ਜਾਂਦੇ ਹੁੰਦੇ, ਮਰੀਜ਼ ਦੀ ਨਬਜ਼ ਫੜੀ ਬੈਠੇ ਹੁੰਦੇ। ਅਸੀਂ ਹੱਸਦੇ ਹੋਏ ਕਹਿੰਦੇ ਮਾਂ ਡਾਕਟਰ ਮਰ ਜੂਗਾ, ਇਹ ਕਹਿੰਦਾ ਨਹੀਂ, ਕਹਿੰਦਾ ਇਹ ਪੈਰਾਸੀਟਾਮੋਲ ਨਾਲ ਹੀ ਠੀਕ ਹੋ ਜਾਂਦੇ ਨੇ ਬਸ। ਕਹਿੰਦਾ ਤੁਹਾਨੂੰ ਕੀ ਪਤਾ? ਕਹਿੰਦਾ ਇਹਨੂੰ ਚਾਹੇ ਖੰਘ ਹੈ ਤਾਂ ਵੀ ਪੈਰਾਸੀਟਾਮੋਲ ਇਹਦੇ ਕੰਮ ਆਊ, ਇਹਨੂੰ ਬੁਖਾਰ ਹੈ ਤਾਂ ਵੀ ਪੈਰਾਸੀਟਾਮੋਲ ਕੰਮ ਆਊ। ਮਤਲਬ ਇੱਥੇ ਸਰਕਾਰੀ ਬੈਂਕ ਦੇ ਵਿੱਚ ਚਲੇ ਜਾਓ, ਸਰਕਾਰੀ ਕਿਤੇ ਚਲੇ ਜਾਓ, ਜੇ ਸਰਕਾਰ ਲਾਗੂ ਕਰਵਾਉਣਾ ਚਾਹੇ, ਸਰਕਾਰ ਦੇ ਮੰਤਰੀ ਤੇ ਸਰਕਾਰ ਦੇ ਅਫਸਰ ਸਹੀ ਇੰਪਲੀਮੈਂਟ ਆਪਣੇ ਜੋ ਸਰਕਾਰ ਦੇ ਕਾਨੂੰਨ ਨੇ, ਜੋ ਸਰਕਾਰ ਦਾ ਮੌਜੂਦਾ ਇਨਫਰਾਸਟਰਕਚਰ ਹੈ ਉਹਦੇ ਉੱਤੇ ਕਰਨ, ਤਾਂ ਬਹੁਤ ਵਧੀਆ ਤਰੀਕੇ ਨਾਲ ਇਹੀ ਲੋਕਾਂ ਨੂੰ ਔਰ ਸੁਵਿਧਾ ਤੇ ਔਰ ਮੁਹੱਈਆ ਉਹ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਹਾਂ ਠੀਕ ਹੈ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਹੋਰ ਹਸਪਤਾਲ ਚਾਹੀਦੇ ਸੀ, ਹਸਪਤਾਲ ਖੋਲ੍ਹਣ ਤਾਂ ਵਧੀਆ ਗੱਲ ਹੈ, ਇਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ। ਅਗਰ ਸਰਕਾਰ ਕੋਲ ਫੰਡਸ ਹੋਣ ਤਾਂ ਸਰਕਾਰ ਨੂੰ ਖੋਲ੍ਹਣਾ ਚਾਹੀਦਾ। ਅਸੀਂ ਤਾਂ ਪਹਿਲਾਂ ਜੋੜਦੇ ਕੀ ਕਹਿੰਦੇ, ਸਰਕਾਰ ਨੂੰ, ਚਾਹੇ ਉਹ ਕੇਂਦਰ ਦੀ ਸਰਕਾਰ ਹੈ ਚਾਹੇ ਸਟੇਟ ਦੀ ਸਰਕਾਰ ਹੈ, ਮੇਰੀ ਵਰਸ਼ਨ ਤਾਂ ਇੱਕ ਹੁੰਦੀ ਹੈ। ਮੈਂ ਤਾਂ ਹਮੇਸ਼ਾ ਚੀਜ਼ਾਂ ਕਹਿੰਦਾ ਹੁੰਦਾ, 2 ਚੀਜ਼ਾਂ ਤੇ ਸਰਕਾਰ ਨੂੰ ਸਭ ਤੋਂ ਪਹਿਲਾਂ ਜ਼ੋਰ ਦੇਣਾ ਚਾਹੀਦਾ, ਇੱਕ ਹੈਲਥ ਤੇ ਇੱਕ ਐਜੂਕੇਸ਼ਨ ਤੇ। 2 ਚੀਜ਼ਾਂ ਤੇ ਸਰਕਾਰ ਸਭ ਤੋਂ ਪਹਿਲਾਂ ਜ਼ੋਰ ਦੇਵੇ, ਬਾਕੀ ਚੀਜ਼ਾਂ
ਸੈਟ ਅਸਾਈਡ ਕਰਦੇ, ਸਲੋ ਕਰਦੇ ਉਹਨਾਂ ਦੀ ਡਿਵੈਲਪਮੈਂਟ। ਇਹ ਦੋ ਚੀਜ਼ਾਂ ਤੇ ਹੋਵੇ, ਦੋ ਚੀਜ਼ਾਂ ਨਾਲ ਤਰੱਕੀ ਕਰਦਾ ਦੇਸ਼। ਜੇ ਸਾਡੀ ਸਿਹਤ ਠੀਕ ਹੋਊਗੀ ਔਰ ਸਾਡਾ ਪਰਿਵਾਰ ਠੀਕ ਹੋਊਗਾ ਔਰ ਸਾਨੂੰ ਐਜੂਕੇਸ਼ਨ ਵਧੀਆ ਮਿਲੀ ਹੋਈ ਹੋਵੇ ਤਾਂ ਅਸੀਂ ਆਪਣੇ ਆਪ ਹੀ ਦੇਸ਼ ਤਰੱਕੀ ਕਰੂਗਾ। ਸਾਡੇ ਵਿੱਚ ਜਿਹੜੀ ਮੈਂ ਚਾਹੇ ਰਾਈਟਸ ਤੇ ਡਿਊਟੀਜ਼ ਦੀ ਗੱਲ ਕੀਤੀ ਹੈ, ਜੇ ਮੈਂ ਐਜੂਕੇਟਡ ਹਾਂ ਤਾਂ ਮੈਨੂੰ ਆਪਣੀ ਡਿਊਟੀਜ਼ ਦਾ ਵੀ ਪਤਾ ਹੋਊਗਾ, ਤਾਂ ਮੈਨੂੰ ਇਹ ਪਤਾ ਤਾਂ ਲੱਗੂਗਾ ਘੱਟੋ ਘੱਟ ਵੀ ਮੈਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ। ਤਾਂ ਮੈਨੂੰ ਇਹ ਵੀ ਪਤਾ ਹੋਊਗਾ, ਮੈਂ ਹਸਪਤਾਲ 'ਚ ਜਾ ਰਿਹਾ ਵੀ ਡਾਕਟਰ ਮੈਨੂੰ ਇਹ ਚੀਜ਼ ਨਹੀਂ ਦੇ ਰਿਹਾ ਸਪੋਜ਼, ਤਾਂ ਮੈਨੂੰ ਘੱਟੋ ਘੱਟ ਕਾਨੂੰਨ ਦਾ ਪਤਾ ਹੋਊਗਾ ਵੀ ਮੈਂ ਕਿਹੜੇ ਕਾਨੂੰਨ ਦੇ ਤਹਿਤ ਡਾਕਟਰ ਦੇ ਉੱਤੇ ਕੀ ਕਾਰਵਾਈ ਕਰ ਸਕਦਾ, ਜਾਂ ਮੈਂ ਡਾਕਟਰ ਤੋਂ ਕਿਸ ਕਾਨੂੰਨ ਦੇ ਤਹਿਤ ਇਹ ਮੰਗ ਰਿਹਾ ਹੈਗਾ ਵੀ ਮੇਰੇ ਤੁਸੀਂ ਡਰੈਸਿੰਗ ਕਰੋ, ਮੈਨੂੰ ਮੈਡੀਸਨ ਦਿਓ। ਡਾਕਟਰ ਤੋਂ ਉਸ ਤੋਂ ਪੁੱਛ ਸਕਦਾ ਤੁਹਾਡੇ ਕੋਲ ਕਿਹੜੀ ਮੈਡੀਸਨ ਸਟਾਕ ਦੇ ਵਿੱਚ ਹੈ, ਕਿਹੜੀ ਨਹੀਂ ਹੈਗੀ। ਜੇ ਮੈਨੂੰ ਪਤਾ ਹੀ ਨਹੀਂ, ਮੈਂ ਅਨਪੜ੍ਹ ਹਾਂ, ਮੈਂ ਜਾ ਕੇ ਕਰੂੰਗਾ ਕੀ? ਦੋ ਚੀਜ਼ਾਂ ਤੇ ਸਰਕਾਰ ਦਾ ਤਾਂ ਮੈਂ ਬਾਰ-ਬਾਰ ਰਿਪੀਟਡਲੀ ਇਹ ਗੱਲ ਕਹੂੰਗਾ ਕਿ ਸਰਕਾਰ ਦੋ ਚੀਜ਼ਾਂ ਤੇ ਮੈਕਸਿਮਮ ਆਪਦੀ ਕਨਸੈਂਟਰੇਟ ਕਰਨਾ ਚਾਹੀਦਾ ਹਰੇਕ ਸਰਕਾਰ ਨੂੰ, ਚਾਹੇ ਕਿਸੇ ਪਾਰਟੀ ਦੀ ਸਰਕਾਰ ਹੋਵੇ, ਕਿਸੇ ਸੂਬੇ ਦੀ ਸਰਕਾਰ ਹੋਵੇ, ਚਾਹੇ ਕੇਂਦਰ ਦੀ ਸਰਕਾਰ ਹੋਵੇ। ਇੱਕ ਐਜੂਕੇਸ਼ਨ ਦਾ, ਇੱਕ ਹੈਲਥ ਦਾ। ਜੀ, ਹੈਲਥ ਦਾ ਭਾਈ ਸਾਹਿਬ ਨੇ ਜੇ ਉਠਾਇਆ ਮਸਲਾ ਤਾਂ ਬਹੁਤ ਵਧੀਆ ਜ਼ਰੂਰੀ ਹੈ ਜੀ। ਇੱਕ ਇਹ ਅਸ਼ੋਕ ਕੁਮਾਰ ਜੀ ਨੇ ਸਾਨੂੰ ਮੈਸੇਜ ਭੇਜਿਆ ਸੀ ਫੇਸਬੁੱਕ ਤੇ, ਇਸ ਲਈ ਇਹਨਾਂ ਦਾ ਧੰਨਵਾਦ। ਤੇ ਇੱਕ ਮੈਸੇਜ ਮੇਰੇ ਕੋਲ WhatsApp ਤੇ ਹੋਰ ਆਇਆ ਜੀ ਰਜਿੰਦਰ ਜੀ ਦਾ। ਇਹ ਕਹਿੰਦੇ ਨੇ ਕਿ ਮੇਰੇ ਸਰਕਾਰ ਲਈ ਮੇਰੀ ਵੋਟ ਬਹੁਤ ਜ਼ਰੂਰੀ ਹੈ ਪਰ ਮੇਰੀ ਦੁਕਾਨ ਗੈਰ ਜ਼ਰੂਰੀ ਹੈ। ਅਰੋੜਾ ਸਾਹਿਬ ਕੀ ਕਹਿਣਾ ਚਾਹੋਗੇ? ਕਟਾਕਸ਼ ਦੇਖੋ, ਬਿਲਕੁਲ ਬਿਲਕੁਲ ਸਹੀ ਹੈ। ਅਨਫੋਰਚੂਨੇਟਲੀ ਜੋ ਸਾਡੀ ਪੋਲੀਟੀਕਲ ਢਾਂਚਾ ਹੈਗਾ, ਪੋਲੀਟੀਕਲ ਪਾਰਟੀਆਂ ਦਾ ਢਾਂਚਾ ਹੈਗਾ, ਉਹ ਕੋਈ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੈਗਾ। ਮੈਂ ਕੱਲ੍ਹ ਇਹ ਗੱਲ ਕਹਿ ਰਿਹਾ ਸੀ ਕਿ ਜੋ ਡੈਮੋਕ੍ਰੇਸੀ ਹੈ, ਵੀ ਆਰ ਅਨਫੋਰਚੂਨੇਟ ਕਿ ਡੈਮੋਕ੍ਰੇਸੀ ਜੋ ਹੈ ਇਸ ਵੇਲੇ ਸਾਡੇ ਵਾਸਤੇ ਉਹ ਸ਼ਰਾਬ ਬਣ ਗਿਆ। ਇੱਕ ਜੋ ਨੇਤਾਵਾਂ ਦੀ ਟੋਟਲ ਮਾਨਸਿਕਤਾ ਘੁੰਮਦੀ ਹੈ, ਸਿੰਗਲਾ ਹੀ ਨੇ ਕਿਹਾ ਕਿ ਐਜੂਕੇਸ਼ਨ ਦੇ ਉੱਤੇ ਗਵਰਨਮੈਂਟ ਨੂੰ ਜ਼ੋਰ ਦੇਣਾ ਪੈਣਾ ਹੈਗਾ। ਬਿਲਕੁਲ ਸਹੀ ਹੈ, ਲੇਕਿਨ ਕੁਆਲੀਫਿਕੇਸ਼ਨ ਤੇ ਨਹੀਂ, ਐਜੂਕੇਸ਼ਨ ਤੇ। ਵਰਡ ਨੂੰ ਸਿੰਗਲਾ ਹੀ ਜਿਹੜਾ ਦੋਨਾਂ 'ਚ ਫਰਕ ਹੈ ਕਿ ਜੋ ਐਜੂਕੇਸ਼ਨ ਹੈ ਉਹਦੇ ਉੱਤੇ ਜੇ ਜ਼ੋਰ ਆ ਜਾਏਗਾ ਤਾਂ ਲੋਕ ਜਾਗਰਤ ਹੋ ਜਾਣਗੇ। ਜੇ ਲੋਕ ਜਾਗਰਤ ਹੋ ਗਏ ਤੇ ਜਿਹੜੇ ਅਨਪੜ੍ਹ ਵੋਟਰਾਂ ਦਾ ਫਾਇਦਾ ਉਠਾਉਂਦੇ ਹੈਗੇ ਉਹ ਕਿਵੇਂ ਉਠਾਉਣਗੇ? ਜਿੰਨੀ ਪੋਲੀਟਿਕਸ ਸਾਡੀ ਘੁੰਮਦੀ ਹੈਗੀ ਆ, ਅਲਟੀਮੇਟਲੀ ਆਪਾਂ ਹੁਣ ਦੀ ਐਗਜ਼ਾਮਪਲ ਲੈ ਲਈਏ, ਚਲੋ ਮੈਂ ਜੇ ਨਾਮ ਨਹੀਂ ਵੀ ਲਵਾਂਗਾ, ਇਲੈਕਸ਼ਨ ਇਸ ਵੇਲੇ ਕਰਾਏ ਗਏ ਜਾਂ ਕੁਝ ਵੀ ਕੀਤਾ ਗਿਆ, ਤਾਂ ਜਿੰਨੀ ਪੋਲੀਟਿਕਸ ਹੈ ਸਾਰੀ ਵੋਟਰ ਬੈਂਕ ਦੇ ਉੱਤੇ ਘੁੰਮ ਜਾਂਦੀ ਹੈਗੀ ਆ, ਉੱਥੇ ਹੀ ਟਿਕ ਜਾਂਦਾ ਸਾਰਾ ਕੁਝ। ਤਾਂ ਇਹ ਜਿੰਨਾ ਭਾਈ ਸਾਹਿਬ ਨੇ ਮੈਸੇਜ ਭੇਜਿਆ ਉਹਨੂੰ ਮੈਂ ਕਹਾਂਗਾ ਕਿ ਜੇ ਅਸੀਂ ਵੋਟਰ ਬੈਂਕ ਬਣਦੇ ਹੈਗੇ ਆ, ਅਸੀਂ ਟੂਲ ਬਣਦੇ ਹੈਗੇ ਆ ਕਿਸੇ ਦਾ, ਤਾਂ ਇਹ ਉਹਦੇ 'ਚ ਸਾਡਾ ਵੀ ਕਸੂਰ ਹੈ। ਜਿਸ ਦਿਨ ਤੁਸੀਂ ਜਾਗ ਪੋਗੇ, ਜਿਸ ਦਿਨ ਤੁਸੀਂ ਤਣ ਕੇ ਖੜੇ ਹੋ ਜਾਓਗੇ ਨਾ, ਤੁਹਾਡੀ ਢੂਈ ਦੇ ਉੱਤੇ ਕੋਈ ਨਹੀਂ ਚੜ ਸਕਦਾ ਹੈਗਾ। ਟੇਕ ਇਟ ਗ੍ਰਾਂਟਡ। ਤੁਸੀਂ ਕੌਨਸ਼ੀਅਸ ਹੋ ਕੇ ਜਵਾਬ ਦਿਓ ਕਿ ਹਾਂ ਅਸੀਂ ਤੁਹਾਡਾ ਵੋਟ ਬੈਂਕ ਨਹੀਂ ਹੈਗੇ, ਅਸੀਂ ਹੈਗੇ ਆ, ਤਾਂ ਤੁਹਾਡੀ ਗੱਲ ਸੁਣੀ ਜਾਏਗੀ, ਤੁਹਾਡੀ ਐਂਟੀਟੀ ਹੋਏਗੀ। ਬਿਲਕੁਲ ਬਿਲਕੁਲ, ਟੇਕ ਇਟ ਗ੍ਰਾਂਟਡ। ਜੀ ਜੀ ਜੀ। ਤੇ ਮੇਰਾ ਖਿਆਲ ਹੈ ਕਿ ਇਸ ਵਿਸ਼ੇ 'ਤੇ ਆਪਾਂ ਚਰਚਾ ਕਾਫੀ ਕਰ ਚੁੱਕੇ ਹਾਂ ਤੇ ਸਾਡੀ ਜਿਹੜੀ ਰਾਏ ਸੀ ਉਹ ਲੋਕਾਂ ਨੇ ਵੀ ਸੁਣੀ। ਕੁਛ ਲੋਕਾਂ ਨੇ ਕਮੈਂਟ ਦੇ ਜ਼ਰੀਏ ਸਾਨੂੰ ਰਾਏ ਆਪਣੀ ਭੇਜੀ। ਤੇ ਹੁਣ ਰਾਏ ਤੋਂ ਜਿਹੜਾ ਸੋਲਿਊਸ਼ਨ ਕੀ ਨਿਕਲਦਾ, ਸਿੱਟਾ ਕੀ ਨਿਕਲਦਾ? ਸਿੱਟੇ 'ਤੇ ਅਗਰ ਆਪਾਂ ਪਹੁੰਚਣਾ ਹੋਵੇ ਤਾਂ, ਕਿਉਂਕਿ ਸਿੱਟੇ 'ਤੇ ਅਜਿਹੇ ਟੌਪਿਕਾਂ 'ਤੇ ਪਹੁੰਚਣਾ ਬੜਾ ਔਖਾ ਹੁੰਦਾ ਜੇ ਵਿਸ਼ੇ ਨੂੰ ਲੈ ਕੇ ਜਦੋਂ ਗੱਲ ਚੱਲਦੀ ਹੈ। ਤਾਂ ਇੱਕ ਪਾਸੇ ਤਾਂ ਹਾਲਾਂਕਿ ਸਰਕਾਰ ਦੀ ਜਿਹੜੀ ਡਿਊਟੀ ਹੈ ਇਹ ਬਣਦੀ ਹੈ ਕਿ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਵੀ ਹਿਫਾਜ਼ਤ ਕਰਨੀ ਹੈ, ਔਰ ਸਰਕਾਰ ਨੇ ਜਿਹੜੀ ਅਰਥ ਵਿਵਸਥਾ ਉਹ ਵੀ ਡੁੱਬਣ ਨਹੀਂ ਦੇਣੀ। ਸਰਕਾਰ ਨੇ ਸਾਰੇ ਸਿਸਟਮ ਨੂੰ ਵੀ ਚਲਾਉਣਾ ਹੈ ਔਰ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਵੀ ਕਰਨੀ ਹੈ। ਲੇਕਿਨ ਇੱਥੇ ਆਪਾਂ ਜੋ ਰਿਜ਼ਲਟ ਦੇਖ ਰਹੇ ਹਾਂ ਕਿ ਦੋਨਾਂ ਹੀ ਜੋ ਮੁੱਦਿਆਂ 'ਤੇ ਸਰਕਾਰ ਫੇਲਿਅਰ ਨਜ਼ਰ ਆ ਰਹੀ ਹੈ। ਸਰਕਾਰ ਦੀਆਂ ਜਿਹੜੀਆਂ ਪਲੈਨਿੰਗਾਂ ਨੇ ਉਹ ਲਗਾਤਾਰ ਫੇਲ ਹੋ ਰਹੀਆਂ ਨੇ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤਰ੍ਹਾਂ ਕਿ ਅਰੋੜਾ ਸਾਹਿਬ ਨੇ ਵੀ ਕਿਹਾ ਕਿ ਸਾਡੇ ਦੇਸ਼ 'ਚ ਨਾ ਤਾਂ ਆਕਸੀਜਨ ਦੀ ਕਮੀ ਹੈ, ਨਾ ਕਿਸੇ ਹੋਰ ਸਿਰਫ ਕਮੀ ਹੈ, ਤਾਂ ਸਿਰਫ ਸਰਕਾਰ ਦੀ ਕਮਜ਼ੋਰੀ ਹੈ। ਤਾਂ ਸਿਰਫ ਇਹ ਕਿ ਉਸ ਨੂੰ, ਉਸ ਢਾਂਚੇ ਨੂੰ ਸਰਕਾਰ ਸਹੀ ਤਰੀਕੇ ਨਾਲ, ਸਹੀ ਪਲੈਨਿੰਗ ਨਾਲ ਇਸਤੇਮਾਲ ਨਹੀਂ ਕਰ ਪਾ ਰਹੀ। ਤਾਂ ਪਲੈਨਿੰਗਾਂ ਦੀ ਜਿਹੜੀ ਵਿਵਸਥਾ ਹੈ, ਪਲੈਨਿੰਗ ਜਿਹੜੇ ਬਣਾਉਂਦੇ ਨੇ ਸਰਕਾਰਾਂ ਦੇ ਵਿੱਚ ਜੋ ਬੈਠੇ ਨੇ, ਜੋ ਸਲਾਹਕਾਰ ਨੇ, ਉਹਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਣੀ ਚਾਹੀਦੀ ਹੈ। ਉਹ ਸਿਰਫ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਨਾ ਆਪਣੀਆਂ ਪਲੈਨਿੰਗਾਂ ਤਿਆਰ ਕਰਨ, ਬਲਕਿ ਜ਼ਮੀਨ 'ਤੇ ਉਤਰ ਕੇ ਜ਼ਮੀਨੀ ਹਕੀਕਤ ਨੂੰ ਜਾਣ ਕੇ, ਉਹਨਾਂ ਦੀਆਂ, ਲੋਕਾਂ ਦੀਆਂ ਮਜਬੂਰੀਆਂ ਨੂੰ ਸਮਝ ਕੇ ਆਪਣਾ ਪਲਾਨ ਤਿਆਰ ਕਰਨ, ਤਾਂ ਜੋ ਦੇਸ਼ ਦੀ ਅਰਥ ਵਿਵਸਥਾ ਵੀ ਨਾ ਡੁੱਬੇ ਔਰ ਲੋਕਾਂ ਦੀ ਅਰਥ ਵਿਵਸਥਾ ਵੀ ਨਾ ਡੁੱਬੇ। ਕਿਉਂਕਿ ਅਗਰ ਲੋਕ ਆਰਥਿਕ ਤੌਰ 'ਤੇ ਮਜ਼ਬੂਤ ਹੋਣਗੇ ਤਾਂ ਹੀ ਦੇਸ਼ ਮਜ਼ਬੂਤ ਹੋਏਗਾ, ਔਰ ਜਦੋਂ ਦੇਸ਼ ਮਜ਼ਬੂਤ ਹੋਏਗਾ ਤਾਂ ਹੀ ਜੋ ਸਰਕਾਰਾਂ ਨੇ ਉਹ ਮਜ਼ਬੂਤ ਹੋਣਗੀਆਂ। ਉਹ ਸਾਰਾ ਕੁਝ ਕੀਤਾ ਜਾ ਸਕਦਾ ਜੋ ਸਰਕਾਰਾਂ ਦੇ ਪਲਾਨ ਦੇ ਵਿੱਚ ਹੁੰਦਾ। ਤਾਂ ਫਿਲਹਾਲ ਕਰੋਨਾ ਮਹਾਮਾਰੀ ਨਾਲ ਅਸੀਂ ਸਾਰੇ ਜੂਝ ਰਹੇ ਹਾਂ ਜੀ। ਸਾਡੀ ਰਿਕੁਐਸਟ ਇਹੀ ਹੈ ਸਾਰਿਆਂ ਨੂੰ
ਕਿ ਤੁਸੀਂ ਕੌਸ਼ਨ ਜ਼ਰੂਰ ਰੱਖੋ। ਬਿਲਕੁਲ ਜਿਸ ਤਰ੍ਹਾਂ ਕਿ ਆਪਣੇ ਸੁਭਾਸ਼ ਸਿੰਗਲਾ ਜੀ ਨੇ ਗੱਲ ਕਹੀ ਹੈ ਕਿ ਅਸੀਂ ਅਵੇਅਰ ਹੋਈਏ, ਅਸੀਂ ਅਵੇਸਲੇ ਨਾ ਹੋਈਏ, ਅਸੀਂ ਵੀ ਆਪਣੇ ਤੌਰ 'ਤੇ ਕੁਝ ਨਿਯਮ, ਕੁਝ ਅਸੂਲ ਬਣਾ ਕੇ ਰੱਖੀਏ ਕਿ ਅਸੀਂ ਬਿਲਕੁਲ ਮਾਸਕ ਜ਼ਰੂਰੀ ਬਣਾਈਏ, ਸੋਸ਼ਲ ਡਿਸਟੈਂਸ ਜ਼ਰੂਰੀ ਬਣਾਈਏ, ਵੈਕਸੀਨੇਸ਼ਨ ਜ਼ਰੂਰੀ ਬਣਾਈਏ। ਤਾਂ ਵੈਕਸੀਨੇਸ਼ਨ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹੀ ਇੱਕ ਉਪਾਅ ਹੈ ਜਿਸ ਦੇ ਨਾਲ ਅਸੀਂ ਜਿਹੜਾ ਬਚਾਅ ਰੱਖ ਸਕਦੇ ਹਾਂ, ਇਸ ਮਹਾਂਮਾਰੀ ਨੂੰ ਆਪਣੇ ਤੱਕ, ਆਪਣੇ ਪਰਿਵਾਰ ਤੱਕ ਪਹੁੰਚਣ ਤੋਂ ਬਚਾ ਸਕੀਏ। ਤਾਂ ਕਰੋਨਾ ਬਾਰੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਰੋਨਾ ਸਿਰਫ TV 'ਤੇ ਹੀ ਨਜ਼ਰ ਆ ਰਿਹਾ ਹੈ ਜਾਂ ਸੋਸ਼ਲ ਮੀਡੀਆ 'ਤੇ ਹੀ ਨਜ਼ਰ ਆ ਰਿਹਾ ਹੈ। ਹੁਣ ਅਸੀਂ ਬੁਢਲਾਡਾ ਦੇ ਵਿੱਚ ਵੀ ਅਗਰ ਆਪਣੇ ਸ਼ਹਿਰ ਦੀ ਗੱਲ ਕਰ ਲਈਏ ਦੋਸਤੋ, ਆਸ-ਪਾਸ ਸਾਡੇ ਬਹੁਤ ਕੇਸ ਨਜ਼ਰ ਆ ਰਹੇ ਨੇ ਔਰ ਕਈ ਯੰਗਸਟਰ ਵੀ ਜਿਹੜੇ ਹੈਗੇ ਨੇ ਉਹ ਇਸ ਦਾ ਸ਼ਿਕਾਰ ਹੋ ਰਹੇ ਨੇ। ਕਈ ਯੰਗ ਲੋਕਾਂ ਦੀਆਂ ਵੀ ਮੌਤਾਂ ਹੋ ਰਹੀਆਂ ਨੇ ਔਰ ਬਹੁਤ ਇਸ ਨੇ ਬਹੁਤ ਦਿਲ ਦਹਿਲਾਇਆ ਲੋਕਾਂ ਦਾ, ਬਹੁਤ ਨੁਕਸਾਨ ਕੀਤਾ ਹੈ, ਜਾਨੀ ਨੁਕਸਾਨ ਬਹੁਤ ਹੋ ਰਿਹਾ ਹੈ। ਔਰ ਆਪਾਂ ਦੇਖ ਰਹੇ ਹਾਂ ਕਿ ਸਾਡੇ ਹੌਸਪੀਟਲ ਦੇ ਵਿੱਚ ਜਿਹੜੇ ਨੇ ਉਹ ਬੈੱਡ ਨਹੀਂ ਮਿਲ ਰਹੇ। ਤਾਂ ਬਹੁਤ ਇਸ ਵਕਤ ਸਾਨੂੰ ਕੌਸ਼ਨ ਲੈਣ ਦੀ ਲੋੜ ਹੈ। ਤਾਂ PK ਅਰੋੜਾ ਜੀ ਔਰ ਸੁਭਾਸ਼ ਸਿੰਗਲਾ ਜੀ, ਤੁਹਾਡਾ ਲਾਈਵ ਜੁੜਨ 'ਤੇ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਸ਼ੁਕਰੀਆ ਕਮਲ ਜੀ। ਥੈਂਕ ਯੂ ਜੀ, ਥੈਂਕ ਯੂ ਕਮਲ ਜੀ। ਜੀ ਸ਼ੁਕਰੀਆ ਸੁਭਾਸ਼ ਸਿੰਗਲਾ ਜੀ, ਤੁਹਾਡਾ ਲਾਈਵ ਜੁੜਨ ਲਈ। ਤਾਂ ਬਹੁਤ ਬਹੁਤ ਸ਼ੁਕਰੀਆ ਦੋਸਤੋ। ਥੈਂਕ ਯੂ, ਸੋ ਨਾਈਸ ਆਫ ਯੂ। ਜੀ ਤੁਹਾਡਾ ਵੀ ਦੋਸਤੋ ਸਾਰਿਆਂ ਦਾ ਲਾਈਵ 'ਤੇ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ।